हम पातशाही सतगुर देही हन्ने हन्ने लाहे ਜਿਉਂ ਜਿਉਂ ਬਹੇ ਜ਼ਮੀਨ ਮਲ ਤਿਉਂ ਤਿਉਂ ਤਖਤ ਬਣਾਏ। ਜੂਨ ਮਹੀਨੇ ਦੀ 16 ਤਰੀਕ ਦਿਨ ਸੋਮਵਾਰ। ਮੈਂ ਆਪ ਜੀ ਦਾ ਹੋਸਟ ਇਸ ਵਾਰ ਵੀ ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ, ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ। ਸਭ ਤੋਂ ਪਹਿਲਾਂ ਆਓ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਹ ਪ੍ਰੋਗਰਾਮ ਟੀਵੀ 84 ਦੇ ਉੱਪਰੋਂ ਲਾਈਵ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੁਪਹਿਰੇ 12 ਵਜੇ ਤੋਂ ਲੈ ਕੇ ਤੇ 1 ਵਜੇ ਤੱਕ ਜਿਹੜਾ ਤਕਰੀਬਨ ਨਿਊਯਾਰਕ ਟਾਈਮ ਔਰ ਖਾਲਿਸਤਾਨ ਟਾਈਮ ਦੇ ਸਮੇਂ ਅਨੁਸਾਰ 9:30 ਵਜੇ ਰਾਤ ਨੂੰ ਤੁਸੀਂ ਇਹ ਪ੍ਰੋਗਰਾਮ ਆ ਜਿਹੜਾ ਲਾਈਵ ਵੇਖਦੇ ਹੋ। ਔਰ ਅਸੀਂ ਹਮੇਸ਼ਾ ਜਿਹੜੇ ਵੱਖ-ਵੱਖ ਮਹਿਮਾਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ, ਸਿੱਖ ਮੁੱਦਿਆਂ ਦੇ ਉੱਤੇ ਜਾਂ ਹੋਰ ਵੀ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਦੁਨੀਆ ਭਰ ਦੇ ਵਿੱਚ, ਉਹਨਾਂ ਦੇ ਉੱਤੇ ਵੀ ਆਪਾਂ ਜਿਹੜੀ ਆ ਜਾਣਕਾਰੀ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਨੇ ਆ। ਔਰ ਅੱਜ ਦੇ ਮਹਿਮਾਨ ਨੂੰ ਇੰਟਰੋਡਿਊਸ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਖਬਰਾਂ ਜਿਹੜੀਆਂ ਇੰਟਰਨੈਸ਼ਨਲ ਤੌਰ ਤੇ ਚੱਲ ਰਹੀਆਂ ਨੇ ਉਹਦੀ ਗੱਲਬਾਤ ਕਰਨੀ ਚਾਹੁੰਦਾ ਜੀ। ਸਭ ਤੋਂ ਪਹਿਲਾਂ ਤਾਂ ਜਿਹੜਾ ਇਜ਼ਰਾਈਲ ਤੇ ਇਰਾਨ ਦੀ ਜਿਹੜੀ ਲੜਾਈ ਹੈ ਉਹ ਚੌਥੇ ਦਿਨ ਦੇ ਵਿੱਚ ਪਹੁੰਚ ਗਈ ਆ। ਦੋਨਾਂ ਮੁਲਕਾਂ ਵੱਲੋਂ ਇੱਕ ਦੂਜੇ ਦੇ ਉੱਤੇ ਜਿਹੜੇ ਮਿਜ਼ਾਈਲੀ ਹਮਲੇ ਨੇ ਉਹ ਹੋ ਰਹੇ ਨੇ ਤੇ ਨਿਰਦੋਸ਼ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਨੇ। ਜਿੱਥੇ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਲੜਾਈਆਂ ਝਗੜੇ ਦੁਨੀਆ ਭਰ ਚੋਂ ਬੰਦ ਹੋਣ, ਉੱਥੇ ਹੀ ਅਸੀਂ ਜਿਹੜੇ ਮਾਰੇ ਜਾ ਰਹੇ ਨੇ ਜਿਹੜੇ ਇਨੋਸੈਂਟ ਸਿਟੀਜ਼ਨਸ ਉਹ ਕਿਸੇ ਵੀ ਪਾਸੇ ਤੋਂ ਹੋਣ, ਉਹਨਾਂ ਦੀਆਂ ਜਿਹੜੀਆਂ ਜਾਨਾਂ ਗਈਆਂ ਨੇ ਉਹਨਾਂ ਨੂੰ ਅਸੀਂ ਅਕਾਲ ਪੁਰਖ ਵਾਹਿਗੁਰੂ ਪਾਸੋਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਜਿਹੜਾ ਉਹ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਉਹਨਾਂ ਦੇ ਜਿਹੜੇ ਸਗੇ ਸੰਬੰਧੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਵਿਛੋੜ ਦਿੱਤਾ ਹੈ ਉਹ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਹਦੇ ਨਾਲ ਨਾਲ ਅੱਜ ਗੱਲਬਾਤ ਜਿਹੜੀ ਇੱਕ ਹੋ ਰਿਹਾ ਕਿ ਸਰਦਾਰ ਅਵਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਭਾਰਤੀ ਹਕੂਮਤ ਵੱਲੋਂ ਇੰਗਲੈਂਡ ਦੇ ਵਿੱਚ ਜਿਹੜਾ ਆਪਣੇ ਖੂਫੀਆ ਤੰਤਰ ਰਾਹੀਂ ਕਤਲ ਕਰਵਾ ਦਿੱਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਹੈ ਜਿਹੜੀ ਉਹਨੂੰ 2 ਸਾਲ ਹੋ ਗਏ ਨੇ 15 ਜੂਨ ਨੂੰ। ਔਰ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਦੁਨੀਆ ਭਰ ਦੇ ਵਿੱਚ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਜਾ ਰਿਹਾ ਤੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਉਲੀਕੇ ਗਏ ਨੇ। ਉਹਦੇ ਨਾਲ ਨਾਲ G7 ਸਮਿਟ ਦੇ ਵਿੱਚ ਜਿਹੜਾ ਅੱਜ ਵੀ ਜਿਹੜਾ ਡੋਨਲਡ ਟਰੰਪ ਹੁਣੇ ਹੁਣ ਤੋਂ ਤਕਰੀਬਨ ਥੋੜੀ ਦੇਰ ਪਹਿਲਾਂ ਕੈਲਗਰੀ ਦੇ ਵਿੱਚ ਲੈਂਡ ਹੋਏ ਨੇ ਆਪਣੇ ਹੈਲੀਕਾਪਟਰ ਰਾਹੀਂ। ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਵੱਲੋਂ ਵੀ ਅਲੱਗ-ਅਲੱਗ ਜਿਹੜੇ ਵਰਲਡ ਲੀਡਰਸ ਨੇ ਆਪਣੇ ਆਪਣੇ ਮੁਲਕ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ, ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸੋ ਕਾਫੀ ਜਿਹੜੀਆਂ ਭਵਿੱਖ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਇਸ G7 ਦੇ ਵਿੱਚ ਵੇਖਣ ਨੂੰ ਮਿਲਣਗੀਆਂ। ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਭਾਰਤ ਦੇ ਨੇ ਜਿਹੜੇ ਨਰਿੰਦਰ ਮੋਦੀ, ਹਜੇ ਤੱਕ ਉਹਨਾਂ ਦੇ ਆਉਣ ਦੀ ਕੋਈ ਖਬਰ ਜਿਹੜੀ ਆ ਉਹ ਨਹੀਂ ਫਲੈਸ਼ ਹੋਈ ਹਜੇ ਤੱਕ ਉਹਨਾਂ ਦੇ ਸੰਬੰਧ ਦੇ ਵਿੱਚ। ਪਰ ਕੈਨੇਡੀਅਨ ਮੀਡੀਆ ਦੇ ਵਿੱਚ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਇੱਕ ਗੱਲ ਆ ਜਿਹੜੀ ਹਜੇ ਵੀ ਸਵਾਲ ਬਣੀ ਹੋਈ ਹੈ ਕਿ ਉਸ ਮੁਲਕ ਦੀਆਂ ਜਿਹੜੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਕੈਨੇਡਾ ਦੇ ਵਿੱਚ ਨੇ ਉਹ ਹਜੇ ਰੁਕ ਨਹੀਂ ਰਹੀਆਂ, ਨਿਰੰਤਰ ਜਾਰੀ ਨੇ। ਉਹਦੇ ਬਾਵਜੂਦ ਵੀ ਜਿਹੜਾ ਉਹਨਾਂ ਨੂੰ ਕਿਉਂ ਸੱਦਿਆ ਗਿਆ G7 ਦੇ ਵਿੱਚ, ਇਹ ਇੱਕ ਮੁੱਖ ਕੁਐਸਚਨ ਆ ਜਿਹੜਾ ਕੈਨੇਡੀਅਨ ਮੇਨ ਸਟ੍ਰੀਮ ਮੀਡੀਆ ਵੱਲੋਂ ਵੀ ਪੁੱਛਿਆ ਜਾ ਰਿਹਾ। ਔਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਦੱਸਦੇ ਚਲੀਏ ਕਿ ਬੀਤੀ 14 ਜੂਨ ਨੂੰ ਰਿਮੈਂਬਰੈਂਸ ਰੈਲੀ ਜਿਹੜੀ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਹਰ ਸਾਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕੀਤੀ ਜਾਂਦੀ ਹੈ। ਉਹ ਇਸ ਸਾਲ ਵੀ ਬੀਤੇ ਸ਼ਨੀਚਰਵਾਰ ਨੂੰ ਠੀਕ ਦੁਪਹਿਰੇ 12 ਵਜੇ ਤੋਂ ਤਕਰੀਬਨ 4 ਵਜੇ ਤੱਕ ਉਹ ਰੈਲੀ ਹੋਈ। ਉਹਦੇ ਵਿੱਚ ਜਿਹੜਾ ਕੈਨੇਡਾ ਭਰ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਰੈਲੀ ਹੋਈ ਤੇ ਉਹਦੇ ਚ ਸਾਰੇ ਹੀ ਬੁਲਾਰਿਆਂ ਨੇ ਜਿਹੜੇ ਆ ਉਹ ਆਪਣੀ ਗੱਲਬਾਤ ਕੀਤੀ ਆ, ਆਪਣੇ ਸੁਨੇਹੇ ਦਿੱਤੇ ਨੇ। ਮੇਨ ਸੁਨੇਹਾ ਜਿਹੜਾ ਉਹਦੇ ਚ ਵੀ ਇਹੀ ਸਾਹਮਣੇ ਆਇਆ ਕਿਉਂਕਿ ਇਹ ਉਚੇਚੇ ਤੌਰ ਤੇ ਜੂਨ 1984 ਦੇ ਸ਼ਹੀਦਾਂ ਨੂੰ ਦੇ ਨਾਲ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਇਹ ਰੈਲੀ ਹੁੰਦੀ ਹੈ, ਉਹਨਾਂ ਨੂੰ ਯਾਦ ਕਰਨ ਦੇ ਲਈ ਇਹ ਰੈਲੀ ਹੁੰਦੀ ਹੈ, ਉਹਨਾਂ ਦੇ ਅਕੀਦੇ ਦੇ ਉੱਤੇ ਚੱਲਣ ਦੇ ਪ੍ਰਣ ਨੂੰ ਦੁਹਰਾਉਣ ਦੇ ਲਈ ਇਹ ਰੈਲੀ ਹੁੰਦੀ ਹੈ। ਪਰ ਇਸ ਵਾਰ ਇਸ ਰੈਲੀ ਦੇ ਵਿੱਚ ਕੰਡੀਸ਼ਨ ਕੀਤਾ ਗਿਆ ਸੀ ਕਿ G7 ਦੇ ਵਿੱਚ ਮੋਦੀ ਵਰਗੇ ਕਾਤਲ ਪ੍ਰਧਾਨ ਮੰਤਰੀ ਨੂੰ ਸੱਦਣ ਦੇ ਉੱਤੇ ਜਿਹੜਾ ਸਿੱਖਾਂ ਨੇ ਇਤਰਾਜ਼ ਜਿਹੜਾ ਜਤਾਇਆ ਸੀ, ਉਹ ਵੀ ਇੱਕ ਰੈਲੀ ਜਿਹੜਾ ਇਸ ਰੈਲੀ ਦੇ ਵਿੱਚ ਇੱਕ ਵੱਡੇ ਰੂਪ ਦੇ ਵਿੱਚ ਸਾਹਮਣੇ ਆਇਆ। ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ, ਸਾਰੀਆਂ ਘਟਨਾਵਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਅੱਜ ਦੇ ਮਹਿਮਾਨ ਨੇ ਸਰਦਾਰ ਬਲਪ੍ਰੀਤ ਸਿੰਘ ਹੁਣੀ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਲੀਗਲ ਕੌਂਸਲ ਨੇ ਔਰ ਬੜੇ ਲੰਮੇ ਸਮੇਂ ਤੋਂ ਸਿੱਖ ਮੁੱਦਿਆਂ ਦੇ ਉੱਤੇ ਜਿਹੜੀ ਉਹ ਸਿੱਖ ਕੌਮ ਦੀ ਨੁਮਾਇੰਦਗੀ ਜਿਹੜੀਆਂ ਕੈਨੇਡਾ ਦੀਆਂ ਕੋਰਟਸ ਨੇ ਉਹਨਾਂ ਦੇ ਵਿੱਚ ਕਰਦੇ ਆ ਰਹੇ ਨੇ
ਕਾਫੀ ਸਾਰੇ ਮਸਲੇ ਨੇ, ਕਿਉਂਕਿ ਅਸੀਂ ਬੇਘਰੀ ਕੌਮ ਆ ਤੇ ਅਸੀਂ ਜਦੋਂ ਪ੍ਰਵਾਸ ਕਰਕੇ ਹੋਰ ਮੁਲਕਾਂ ਦੇ ਵਿੱਚ ਆਏ ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹਜੇ ਜਿਹੜੀਆਂ ਇਹਨਾਂ ਸਰਕਾਰਾਂ ਨੂੰ ਦੱਸਣੀਆਂ ਬਾਕੀ ਨੇ। ਉਹ ਚਾਹੇ ਸਾਡੇ ਸਾਡੇ ਪਹਿਰਾਵੇ ਦੀ ਗੱਲ ਹੋਵੇ, ਸਾਡੇ ਜਿਹੜੇ ਆ ਉਹ ਸਾਡੀ ਦਿੱਖ ਦੀ ਗੱਲ ਹੋਵੇ, ਜਾਂ ਸਾਡੇ ਹੋਰ ਹੱਕਾਂ ਦੀ ਗੱਲ ਹੋਵੇ ਜਿਹੜੇ ਹਜੇ ਤੱਕ ਰੈਕਗਨਾਈਜ਼ ਨਹੀਂ ਹੋਏ ਜਾਂ ਕਿਸੇ ਬਹਾਨੇ ਸਪਰੈਸ ਕਰ ਦਿੱਤੇ ਜਾਂਦੇ ਆ। ਉਹ ਸਾਰੀ ਲੜਾਈ ਆ ਜਿਹੜੀ ਕਾਨੂੰਨੀ ਵਿਧੀ ਨਾਲ ਲੜਦੇ ਹੋਏ ਕਾਫੀ ਲੰਮੇ ਸਮੇਂ ਤੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਆ ਜਿਹੜੀ ਉਹ ਕੈਨੇਡਾ ਦੇ ਵਿੱਚ ਸਰਗਰਮ ਆ। ਸੋ ਮੈਂ ਆਪਣੇ ਮਹਿਮਾਨ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦਿਆਂ ਇਹਨਾਂ ਨੂੰ ਫਤਿਹ ਅਰਜ ਕਰਦਾ ਜੀ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਰਦਾਰ ਬਲਪ੍ਰੀਤ ਸਿੰਘ ਜੀ, ਮੁੱਢਲਾ ਜਿਹੜਾ ਇਸ਼ੂ ਅੱਜ ਅਸੀਂ ਡਿਸਕਸ ਕਰਨਾ ਉਹਦਾ ਵਿਸ਼ਾ ਜਿਹੜਾ ਕੈਨੇਡਾ ਦੇ ਵਿੱਚ ਵੱਧ ਰਹੀ ਭਾਰਤੀ ਦਹਿਸ਼ਤਗਰਦੀ ਦੀਆਂ ਪਰਤਾਂ। ਸੋ ਤੁਸੀਂ ਇਹ ਗੱਲ ਜਿਹੜੀ ਆ ਜ਼ਰੂਰ ਸੰਖੇਪ ਦੇ ਵਿੱਚ ਸਾਨੂੰ ਦੱਸੋ ਕਿ ਕੈਨੇਡਾ ਦੇ ਵਿੱਚ ਜਿਹੜੀ ਭਾਰਤੀ ਦਹਿਸ਼ਤਗਰਦੀ ਦੀਆਂ ਉਹਦੀਆਂ ਕਿਹੜੀਆਂ-ਕਿਹੜੀਆਂ ਪਰਤਾਂ ਨੇ ਜਿਹੜੀਆਂ ਦਿਨ ਬ ਦਿਨ ਖੁੱਲਦੀਆਂ ਜਾ ਰਹੀਆਂ ਨੇ। ਸੋ ਆਪਾਂ ਇਹ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਪਰ ਆਮ ਕੈਨੇਡੀਅਨ ਨੂੰ ਇਹ ਗੱਲ ਦੀ ਸਮਝ ਨਹੀਂ ਹੈਗੀ ਕਿ 40 ਸਾਲ ਤੋਂ ਵੱਧ ਹੋ ਗਏ ਨੇ ਕਿ ਇੰਡੀਆ ਇੱਥੇ ਕੈਨੇਡਾ ਦੇ ਵਿੱਚ ਬਹੁਤ ਐਕਟਿਵ ਰੂਪ ਦੇ ਵਿੱਚ ਇੰਟਰਫੀਅਰੈਂਸ ਕਰ ਰਹੀ ਹੈ। ਉਹ ਸਾਨੂੰ ਟਾਰਗੇਟ ਕਰ ਰਹੀ ਹੈ, ਸਾਡੀਆਂ ਜਿਹੜੀਆਂ ਐਸਟੈਬਲਿਸ਼ਮੈਂਟਸ ਨੇ ਉਸ ਦੇ ਵਿੱਚ ਇਨਫਿਲਟਰੇਟ ਕਰਕੇ ਉਹਦੇ ਵਿੱਚ ਵੀ ਇਨਫਲੂਐਂਸ ਕਰ ਰਹੀ ਹੈ। ਸੋ ਆਪਾਂ ਮੁੱਢ ਤੋਂ ਹੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਦੋਂ ਫੋਰਨ ਇੰਟਰਫੀਅਰੈਂਸ ਦਾ ਮੁੱਦਾ ਉੱਠਿਆ ਸੀ ਨਾ, ਤਾਂ ਇੱਕ ਇਨਕੁਆਇਰੀ ਕਾਲ ਕਰਨ ਦੀ ਗੱਲ ਚੱਲ ਰਹੀ ਸੀ। ਉਸ ਟਾਈਮ ਦੇ ਉੱਤੇ ਮੈਨੂੰ ਪਤਾ ਆ ਕਿ ਇੰਡੀਆ ਨੂੰ ਵਿੱਚ ਸ਼ਾਮਲ ਨਹੀਂ ਸੀ ਕੀਤਾ ਜਾ ਰਿਹਾ। ਉਚੇਚਾ ਤੌਰ ਦੇ ਉੱਤੇ ਚਾਈਨਾ, ਰਸ਼ੀਆ, ਈਰਾਨ, ਇਹ ਕੰਟਰੀਆਂ ਨੂੰ ਨੇਮ ਕੀਤਾ ਜਾ ਰਿਹਾ ਸੀ। ਤੇ ਜਿਹੜੇ ਕੰਜ਼ਰਵੇਟਿਵ ਸੀ ਤੇ ਲਿਬਰਲ ਸੀ, ਦੋਨੋਂ ਹੀ ਇਸ ਚੀਜ਼ ਦੇ ਹੱਕ 'ਚ ਸੀ ਕਿ ਇੰਡੀਆ ਦਾ ਨਾਂ ਵਿੱਚ ਸ਼ਾਮਲ ਨਾ ਕੀਤਾ ਜਾਏ। ਪਰ ਹਾਂ, ਜਿਹੜਾ ਕਮਿਸ਼ਨਰ ਬੈਠੂਗਾ ਉਹ ਆਪਣੀ ਮਰਜ਼ੀ ਦੇ ਨਾਲ ਹੋਰ ਕੋਈ ਕੰਟਰੀ ਨੂੰ ਦੇਖਣਾ ਚਾਹੇ ਤਾਂ ਉਹ ਦੇਖ ਸਕਦੇ ਨੇ। ਤੇ ਸਾਡੇ ਵਾਸਤੇ ਬੜੀ ਹੈਰਾਨੀ ਦੀ ਗੱਲ ਸੀ ਕਿ ਇੰਡੀਆ ਦੀ ਇੱਥੇ ਇੰਟਰਫੇਰੈਂਸ ਜਿਹੜੀ ਆ ਉਹ ਕੋਈ ਛੋਟੇ ਪੱਧਰ ਤੇ ਤਾਂ ਹੈ ਨਹੀਂ, ਕਿਉਂਕਿ ਜਿਹੜਾ ਆਪਾਂ ਕਿਤਾਬਾਂ ਵੀ ਦੇਖਦੇ ਆ ਨਾ, MK ਧਾਰ ਨੇ ਕਿਤਾਬ ਲਿਖੀ ਓਪਨ ਸੀਕ੍ਰੇਟਸ। ਓਪਨ ਸੀਕ੍ਰੇਟਸ ਦੇ ਵਿੱਚ ਉਸਨੇ ਬੜੇ ਵਿਸਥਾਰ ਦੇ ਨਾਲ ਲਿਖਿਆ ਹੋਇਆ ਕਿਸ ਤਰ੍ਹਾਂ ਉਹ ਕੈਨੇਡਾ ਦੇ ਵਿੱਚ ਸਟੇਸ਼ਨ ਹੋਇਆ ਸੀ। ਉਹ ਗੁਰਦੁਆਰਿਆਂ ਦੇ ਵਿੱਚ ਵੀ ਗਿਆ, ਉਹ ਤਬਲਾ ਵਜਾਉਂਦਾ ਸੀ ਆਟਵਾ ਗੁਰਦੁਆਰੇ ਦੇ ਵਿੱਚ, ਤੇ ਕਿਸ ਤਰ੍ਹਾਂ ਉਹਨਾਂ ਨੇ ਮੀਡੀਆ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਆਪਣੇ ਏਜੰਟ ਜਿਹੜੇ ਸੀ ਆਪਣੇ ਐਸੈਟ ਬਣਾਏ, ਤੇ ਇੱਥੇ ਪੂਰੀ ਤਰ੍ਹਾਂ ਉਹਨੇ ਇਨਫਿਲਟਰੇਟ ਕੀਤਾ। ਤੇ ਉਹਨੇ ਇਸ ਤਰ੍ਹਾਂ ਲਿਖਿਆ ਕਿ ਮੈਂ ਪੂਰੇ ਵਿਸਥਾਰ ਸਹਿਤ ਮੈਂ ਦੱਸ ਨਹੀਂ ਸਕਦਾ ਮੈਂ ਕੀ ਇੱਥੇ ਐਕਸ਼ਨ ਕੀਤੇ ਨੇ ਕੈਨੇਡਾ ਦੇ ਵਿੱਚ, ਪਰ ਇੰਨਾ ਕਹਿ ਦੇਵਾਂ ਬਹੁਤ ਸਬਸਟੈਂਸ਼ੀਅਲ ਰੂਪ ਦੇ ਵਿੱਚ ਮੈਂ ਸਕਸੈਸਫੁਲ ਰਿਹਾ ਹਾਂ। ਤੇ ਨਾਲ ਹੀ ਹੋਰ ਵੀ ਕਿਤਾਬਾਂ ਨੇ, ਇੱਕ ਰॉ ਬਾਰੇ ਇੱਕ ਹੋਰ ਕਿਤਾਬ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਮੋਰ ਰੀਸੈਂਟਲੀ ਕੀ ਐਕਸ਼ਨ ਹੋਏ ਨੇ। ਇੱਥੇ ਤੱਕ ਕਿ ਕੋਵਿਡ ਤੋਂ ਪਹਿਲਾਂ ਉਹਨਾਂ ਨੇ ਲਿਖਿਆ ਕਿ ਇੱਕ ਜੁਆਇੰਟ ਟਾਸਕ ਫੋਰਸ ਪੰਜਾਬ ਪੁਲਿਸ, ਰॉ, IB, ਉਚੇਚਾ ਕੈਨੇਡਾ ਦੇ ਸਿੱਖਾਂ ਬਾਰੇ ਇੱਕ ਬਿਠਾਈ ਗਈ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਸੋ ਸਾਡੇ ਵਾਸਤੇ ਇਹ ਬਹੁਤ ਜ਼ਰੂਰੀ ਸੀ ਕਿ ਇੰਡੀਆ ਨੂੰ ਵਿੱਚ ਲਿਆਂਦਾ ਜਾਏ। ਪੁਰਾਣਾ ਜਿਹੜਾ ਇੱਕ ਪੱਤਰਕਾਰ ਹੈ ਜ਼ੁਹੇਰ ਕਸ਼ਮੀਰੀ, ਉਹ ਇੱਕ ਮਹਾਨ ਪੱਤਰਕਾਰ ਸੀ, ਪਰ ਉਸਨੇ ਗਲੋਬਲ ਮੇਲ ਦੇ ਵਿੱਚ ਬਹੁਤ ਆਰਟੀਕਲ ਲਿਖੇ ਸੀ ਜਿਸ ਦੇ ਵਿੱਚ ਉਹਨੇ ਦੱਸਿਆ ਸੀ ਕਿ ਇੰਡੀਆ ਇੱਥੇ ਕਿਸ ਤਰ੍ਹਾਂ ਗੁਰਦੁਆਰੇ ਦੇ ਵਿੱਚ ਫੁੱਟ ਪਾਉਂਦੀ ਆ। ਇਸ ਤਰ੍ਹਾਂ ਕਿ ਏਅਰ ਇੰਡੀਆ ਤੱਕ ਕਿ ਸਿੱਖਾਂ ਨੂੰ ਸ਼ੱਕ ਪੈ ਰਿਹਾ ਆ ਕਿ ਇਹਦੇ ਵਿੱਚ ਇਨਵੋਲਵ ਨੇ। ਇਸ ਤਰ੍ਹਾਂ ਇੱਕ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਆ, ਮੈਂ ਤੁਹਾਨੂੰ ਥੋੜਾ ਜਿਹਾ ਬੇਸ ਬਣਾ ਰਿਹਾ ਆਪਣੀ ਗੱਲ ਦਾ, ਕਿ ਨੈਸਟ ਆਫ ਸਪਾਈਜ਼ ਇੱਕ ਕਿਤਾਬ ਆ। ਉਹ ਨੈਸਟ ਆਫ ਸਪਾਈਜ਼ ਜਿਹੜੀ ਕਿਤਾਬ ਆ ਉਹ ਸੀਸਸ ਦੇ ਏਸ਼ੀਆ ਪੈਸੀਫਿਕ ਡਾਇਰੈਕਟਰ ਵੱਲੋਂ ਲਿਖੀ ਗਈ ਸੀ ਤਕਰੀਬਨ 15 ਸਾਲ ਪਹਿਲਾਂ। ਉਸ ਕਿਤਾਬ ਦੇ ਵਿੱਚ ਵੀ ਲਿਖਿਆ ਹੋਇਆ ਸੀ ਕਿ ਜੋ ਕੈਨੇਡਾ ਦੇ ਵਿੱਚ ਇੰਡੀਅਨ ਇੰਟਰਫੀਅਰੈਂਸ ਆ ਉਹ ਬਹੁਤ ਵੱਡੇ ਪੱਧਰ ਤੇ ਆ। ਤੇ ਉਸਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਇਹ ਸਾਡੇ ਸਿੱਖਾਂ ਦੀ ਗੱਲ ਨਹੀਂ ਹੈਗੀ, ਇਹ ਸੀਸਸ ਫਾਰਮਰ ਏਸ਼ੀਆ ਪੈਸੀਫਿਕ ਡਾਇਰੈਕਟਰ ਦੀ ਗੱਲ ਆ ਕਿ ਘੱਟੋ ਘੱਟ ਇੰਡੀਆ ਨੂੰ ਪਤਾ ਸੀ ਏਅਰ ਇੰਡੀਆ ਦੀ ਪਲਾਟ ਬਾਰੇ ਤੇ ਉਸ ਨੂੰ ਪ੍ਰੋਸੀਡ ਕਰ ਦਿੱਤਾ, ਤੇ ਵੱਧ ਤੋਂ ਵੱਧ ਇਹ ਕਿ ਉਹ ਐਕਟਿਵਲੀ ਪਾਰਟ ਲੈ ਕੇ ਉਸ ਨੂੰ ਅੰਜਾਮ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਦੇਖਦਿਆਂ ਹੋਇਆਂ ਕੈਨੇਡਾ ਜਿਹੜਾ ਆ ਐਜ਼ ਅ ਕੰਟਰੀ ਉਹ ਪਹਿਲਾਂ ਤੋਂ ਹੀ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਸੋ ਹੁਣ ਜਿਸ ਤਰ੍ਹਾਂ ਮੈਂ ਸਭ ਤੋਂ ਪਹਿਲਾਂ WHO ਦੇ ਵਾਸਤੇ 2007 ਦੇ ਵਿੱਚ, ਮਤਲਬ 18 ਸਾਲ ਪਹਿਲਾਂ, ਮੈਂ ਏਅਰ ਇੰਡੀਆ ਇਨਕੁਆਇਰੀ ਦੇ ਵਿੱਚ ਬੈਠਾ ਸੀ ਐਜ਼ ਅ ਸਟੂਡੈਂਟ।
ਜੀ ਤੇ ਮੈਨੂੰ ਯਾਦ ਆ ਉਸ ਟਾਈਮ ਦੇ ਉੱਤੇ ਇੱਕ ਚਾਂਦੀ ਇੱਕ ਪੰਜਾਬ ਪੁਲਿਸ ਅਫਸਰ ਸੀ ਜਿਸ ਨੂੰ ਇੱਥੇ ਬੁਲਾਇਆ ਗਿਆ ਸੀ ਟੈਸਟੀਫਾਈ ਕਰਨ ਵਾਸਤੇ, ਹਰਮੇਲ ਸਿੰਘ ਚਾਂਦੀ। ਤੇ ਜੀ ਹਰਮੇਲ ਸਿੰਘ ਚਾਂਦੀ ਇਸ ਕਰਕੇ ਆ ਰਿਹਾ ਸੀ ਕਿਉਂਕਿ ਉਹਨੇ ਟੈਸਟੀਫਾਈ ਕਰਨਾ ਸੀ ਕਿ ਅਸੀਂ ਤਲਵਿੰਦਰ ਸਿੰਘ ਪਰਮਾਰ ਨੂੰ ਅਰੈਸਟ ਕੀਤਾ, ਉਸਨੂੰ ਇੰਟੈਰੋਗੇਟ ਕੀਤਾ, ਬਾਅਦ ਚ ਇਨਕਾਊਂਟਰ ਕੀਤਾ। ਜੀ ਸਵੇਰ ਜਿਹੜੀ ਉਸਨੇ ਟੈਸਟੀਫਾਈ ਕਰਨਾ ਸੀ ਉਹਦੇ ਨਾਲ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜਿਹੜੇ ਵਕੀਲ ਨੇ ਰਾਜਵਿੰਦਰ ਸਿੰਘ ਬੈਂਸ ਤੇ ਸਰਬਜੀਤ ਸਿੰਘ, ਉਹ ਵੀ ਨਾਲ ਆਏ ਸੀ। ਜੀ ਤੇ ਉਹ ਦੱਸਦੇ ਨੇ ਕਿ ਸਵੇਰ ਨੂੰ ਉਹਨੇ ਕਹਿ ਦਿੱਤਾ ਕਿ ਮੇਰੀ ਛਾਤੀ 'ਚ ਬੜੀ ਦਰਦ ਹੋ ਰਹੀ ਆ, ਐਂਬੂਲੈਂਸ ਸੱਦੀ ਗਈ ਤੇ ਉਸ ਤੋਂ ਬਾਅਦ ਉਹ ਲੱਭਿਆ ਹੀ ਨਹੀਂ। ਜੀ ਸਗੋਂ ਇਹ ਉਹ ਏਡੀ ਵੱਡੀ ਖਬਰ ਕਿ 에ਅਰ ਇੰਡੀਆ ਇਨਕੁਆਇਰੀ ਦੇ ਵਿੱਚ ਉਹ ਸਾਰੀ ਗੱਲ ਖੁੱਲਣੀ ਸੀ ਕਿ ਜਿਹੜਾ ਮੇਨ ਸੋ ਕਾਲਡ ਅਕਿਊਜ਼ਡ ਆ ਉਸ ਨੂੰ ਕਿਉਂ ਨਹੀਂ ਮਤਲਬ ਜਸਟਿਸ ਵਾਸਤੇ ਕੋਰਟ ਵਿੱਚ ਪੇਸ਼ ਕੀਤਾ ਗਿਆ, ਤੇ ਉਹ ਜੀ ਗਾਇਬ ਹੋ ਗਿਆ। ਉਹ ਇਸ ਤਰ੍ਹਾਂ ਖਬਰ ਮਿਲੀ ਆ ਕਿ ਇਸ ਨੂੰ ਸੈਟਲ ਕੀਤਾ ਗਿਆ ਕੈਨੇਡਾ ਦੇ ਵਿੱਚ। ਉਹ ਹੁਣ ਮੈਂ ਸੁਣਿਆ ਕਿ ਉਹ ਪੂਰਾ ਹੋ ਚੁੱਕਾ ਹੈ। ਜੀ ਬਟ ਕੈਨੇਡਾ ਵੀ ਇਸ ਚੀਜ਼ ਨੂੰ ਫੁੱਲੀ ਐਕਸਪਲੋਰ ਕਰਨਾ ਨਹੀਂ ਚਾਹੁੰਦਾ ਕਿਉਂਕਿ ਉਹ ਇਹ ਸੋਚੀ ਬੈਠੇ ਨੇ ਕਿ ਇੰਡੀਆ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਹੈ। ਜੀ ਸੋ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਦੇ ਨਾਂ ਤੇ ਉਹ ਕਹਿੰਦੇ ਨੇ ਕਿ ਚਾਈਨਾ ਵਾਸਤੇ ਕਾਊਂਟਰਵੇਟ ਆ, ਕਿ ਚਾਈਨਾ ਨਾਲ ਤਾਂ ਆਪਾਂ ਇਸ ਤਰ੍ਹਾਂ ਦੀ ਗੱਲਬਾਤ ਕਰ ਨਹੀਂ ਸਕਦੇ, ਉਹ ਡਿਕਟੇਟਰਸ਼ਿਪ ਆ, ਕਮਿਊਨਿਸਟ ਆ, ਪਰ ਇੰਡੀਆ ਨਾਲ ਕਰ ਸਕਦੇ ਆ। ਪਰ ਉਹ ਇਸ ਚੀਜ਼ ਨੂੰ ਜੀ ਨਹੀਂ ਸਮਝਦੇ ਕਿ ਸਿਰਫ ਡੈਮੋਕ੍ਰੇਸੀ ਵੋਟਾਂ ਨਾਲ ਨਹੀਂ ਬਣਦੀ, ਇੰਸਟੀਟਿਊਸ਼ਨਸ ਦੇ ਨਾਲ ਤੇ ਰੂਲ ਆਫ ਲਾਅ ਦੇ ਨਾਲ ਬਣਦੀ ਹੈ। ਤੇ ਉੱਥੇ ਕੋਈ ਜੀ ਇੰਸਟੀਟਿਊਸ਼ਨਸ ਜਾਂ ਰੂਲ ਆਫ ਲਾਅ ਦੀ ਗੱਲਬਾਤ ਹੈ ਹੀ ਨਹੀਂ, ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਇਹ ਜਦੋਂ ਹੁਣ ਇਨਕੁਆਇਰੀ ਬੈਠੀ ਆ ਤਾਂ ਜਸਟਿਸ ਹੋਗ ਜਿਹੜੇ ਸੀ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇੰਡੀਆ ਨੂੰ ਇਨਕਲੂਡ ਕੀਤਾ ਤੇ ਇਹ ਸਾਰੀ ਗੱਲਬਾਤ ਬਾਹਰ ਆਈ ਕਿ ਇੰਡੀਆ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਸੈਕੰਡ ਨੰਬਰ ਤੇ ਆ ਇੰਟਰਫੀਅਰੈਂਸ ਦੇ ਵਿੱਚ। ਤੇ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਆ ਕਿ ਇਨਸਾਨਾਂ ਨੂੰ ਟਾਰਗੇਟ ਕਰਨਾ, ਉਹ ਬਾਈ ਫਾਰ ਨੰਬਰ 1 ਹੈ। ਕੋਈ ਕੰਟਰੀ ਉਹਦੇ ਲਾਗੇ ਛਾਗੇ ਵੀ ਨਹੀਂ ਪਹੁੰਚਦੀ। ਸੋ ਤੁਸੀਂ ਜੀ ਪੁੱਛਿਆ ਕਿ ਇਹਦੀਆਂ ਪਰਤਾਂ ਕੀ ਨੇ। ਪਰਤਾਂ ਤਾਂ ਇਸ ਤਰ੍ਹਾਂ ਨੇ ਕਿ ਔਨ ਦ ਸਰਫੇਸ ਲੈਵਲ ਇਸ ਤਰ੍ਹਾਂ ਲੱਗਦਾ ਹੈ ਇੱਥੇ ਗਨਸ ਨੇ, ਗੈਂਗਸ ਆ। ਤੇ ਇੰਡੀਆ ਨੇ 2022 ਦੇ ਵਿੱਚ ਇੱਕ ਨੈਰੇਟਿਵ ਸ਼ੁਰੂ ਕੀਤਾ ਸੀ ਕਿ ਖਾਲਿਸਤਾਨ ਲਿੰਕ ਟੂ ਗੈਂਗਸ ਆਫ BC ਲਿੰਕ ਟੂ ਗੈਂਗਸ ਆਫ ਪੰਜਾਬ, ਕਿ ਜੋ ਖਾਲਿਸਤਾਨ ਜੀ ਆ ਇਹ ਸਿਰਫ ਤੇ ਸਿਰਫ ਪਾਕਿਸਤਾਨ ਦੀ ਇੱਕ ਕਾਰਵਾਈ ਆ, ਤੇ ਦੂਸਰਾ ਇਹ ਲਿੰਕਸ ਇਹਦੇ ਡਰੱਗਸ ਤੇ ਗੈਂਗਸ, ਭਾਵੇਂ ਉਹ BC ਦੀ ਗੈਂਗ ਸੀਨ ਹੋਵੇ ਭਾਵੇਂ ਪੰਜਾਬ ਦੀ ਗੈਂਗ ਸੀਨ ਹੋਵੇ, ਸਿਰਫ ਤੇ ਸਿਰਫ ਇੱਥੇ ਤੱਕ ਸੀਮਤ ਆ। ਹੋਰ ਖਾਲਿਸਤਾਨ ਦੀ ਕੋਈ ਆਮ ਸਿੱਖਾਂ ਦੇ ਵਿੱਚ ਕੋਈ ਕਰੰਸੀ ਨਹੀਂ ਹੈਗੀ। ਤੇ ਜੀ ਉਸ ਦੇ ਉਹਨਾਂ ਨੇ ਇਹ ਜ਼ਿਕਰ ਕਰਨਾ ਸ਼ੁਰੂ ਕੀਤਾ ਕਿ ਖਾਲਿਸਤਾਨ ਦੇ ਜਿਹੜੇ ਲੀਡਰ ਨੇ ਉਹ ਗੈਂਗ ਵਾਰਸ ਦੇ ਵਿੱਚ ਫਸੇ ਹੋਏ ਨੇ ਤੇ ਕੋਈ ਪਤਾ ਨਹੀਂ ਇਹਨਾਂ ਨੂੰ ਕਿਸ ਤਰ੍ਹਾਂ ਟਾਰਗੇਟ ਕੀਤਾ ਜਾ ਸਕਦਾ। ਤੇ ਉਹ ਗਰਾਊਂਡ ਵਰਕ ਇਹ ਲੈ ਕੀਤਾ ਜਾ ਰਿਹਾ ਸੀ ਕਿ ਜਿਹੜੇ ਖਾਲਿਸਤਾਨ ਦੇ ਆਗੂ ਨੇ, ਭਾਵੇਂ ਭਾਈ ਹਰਦੀਪ ਸਿੰਘ ਨਿੱਜਰ ਨੇ ਜਾਂ ਹੋਰ ਨੇ, ਉਹਨਾਂ ਦੇ ਕਤਲ ਕੀਤੇ ਜਾਣ ਤੇ ਇਹ ਨਾਂ ਦਿੱਤਾ ਜਾਏ ਗੈਂਗ ਵਾਰ ਦਾ। ਜੀ ਉਸ ਟਾਈਮ ਦੇ ਉੱਤੇ ਸਾਨੂੰ ਪਤਾ ਜੂਨ 2022 ਦੇ ਵਿੱਚ ਇਹ ਇਨਫੋਰਮੇਸ਼ਨ ਜਿਹੜੀ ਸੀ ਸੀਸਿਸ ਕੋਲ ਗਈ ਸੀ ਤੇ ਉਹਨਾਂ ਨੇ ਭਾਈ ਹਰਦੀਪ ਸਿੰਘ ਤੇ ਹੋਰ ਜਿਹੜੇ ਸਿੱਖ ਨੇ ਉਹਨਾਂ ਨੂੰ ਡਿਊਟੀ ਟੂ ਵਾਰਨ ਪਹਿਲੀ ਵਾਰ ਦਿੱਤੀ ਸੀ ਕਿ ਤੁਹਾਡੀ ਜਾਨ ਖਤਰੇ 'ਚ ਆ, ਕਿਉਂਕਿ ਉਸ ਟਾਈਮ ਤੱਕ ਜੋ ਕੰਟਰੈਕਟ ਸੀ ਉਹਨਾਂ ਦੇ ਕਤਲ ਦਾ ਉਹ ਬਾਹਰ ਆਫਰ ਕੀਤਾ ਜਾ ਚੁੱਕਾ ਸੀ। ਜੀ ਸੋ 1 ਸਾਲ ਤਾਂ ਚਲੋ ਜਿਸ ਤਰ੍ਹਾਂ ਮਰਜੀ ਭਾਈ ਹਰਦੀਪ ਸਿੰਘ ਨੂੰ ਮਤਲਬ ਉਹ ਡਿਊਟੀ ਟੂ ਵਾਰਨ ਦੇ ਥੱਲੇ ਉਹ ਕੰਸਲਟ ਕਰਦੇ ਰਹਿੰਦੇ ਸੀ ਤੇ ਦੱਸਦੇ ਰਹਿੰਦੇ ਸੀ ਕਿ ਹਲੇ ਵੀ ਖਤਰਾ ਆ। ਪਰ ਇਵੈਂਚੁਅਲੀ ਉਹ ਸ਼ੂਟਿੰਗ ਹੋਈ ਤੇ ਇੰਡੀਅਨ ਮੀਡੀਆ ਨੇ ਇਸ ਤਰ੍ਹਾਂ ਸ਼ੂਟਿੰਗ ਨੂੰ ਪੋਰਟਰੇ ਕੀਤਾ ਕਿ ਇਹ ਗੈਂਗ ਵਾਰ ਦਾ ਹਿੱਸਾ ਸੀ ਤੇ ਇਹ ਖਾਲਿਸਤਾਨੀ ਦੇ ਆਪਸੀ ਜੰਗ ਸੀ। ਉਹ ਚਾਹੁੰਦੇ ਵੀ ਇਹੀ ਸੀ ਕਿ ਉਹ ਪਹਿਲਾਂ ਤੋਂ ਇਸ ਤਰ੍ਹਾਂ ਚਾਹੁੰਦੇ ਨੇ ਕਿ ਜੇ ਕੋਈ ਕਤਲ ਹੁੰਦਾ ਹੈ ਸਿੱਖ ਕਮਿਊਨਿਟੀ ਦੇ ਵਿੱਚ, ਇਸ ਤਰ੍ਹਾਂ ਲੱਗੇ ਕਿ ਸਿੱਖ ਸਿੱਖ ਨੂੰ ਮਾਰਦਾ ਹੈ ਤੇ ਇਹ ਪਾਗਲ ਲੋਕ ਨੇ ਤੇ ਇਹਨਾਂ ਨੂੰ ਮਤਲਬ ਕੋਈ ਲਾਈਫ ਦੀ ਵੈਲਿਊ ਹੈ ਨਹੀਂ। ਤੇ ਪੁਲਿਸ ਫੋਰਸ ਨੂੰ ਵੀ ਇਹ ਮੈਸੇਜ ਦਿੱਤਾ ਜਾਂਦਾ ਹੈ ਕਿ ਇਹ ਆਪਸ 'ਚ ਮਰੀ ਜਾਣ ਤਾਂ ਕੋਈ ਸਾਨੂੰ ਮਤਲਬ ਚੱਕਰ ਨਹੀਂ ਹੈਗਾ। ਪੁਲਿਸ ਵੀ, ਮੈਂ ਸੱਚ ਦਾ ਜੇ ਆਪਾਂ ਕਹੀਏ ਨਾ ਕਿ ਜਿਸ ਤਰ੍ਹਾਂ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਕੋਈ ਕਤਲ ਹੁੰਦਾ ਆ ਜਾਂ ਫਿਰ ਜੇ ਲੇਬਲ ਲੱਗ ਜਾਵੇ ਨਾ ਕਿ ਗੈਂਗ ਵਾਰ ਦੇ ਵਿੱਚ, ਪੰਜਾਬੀ ਗੈਂਗ ਵਾਰ ਦੇ ਵਿੱਚ ਕੋਈ ਮਰਿਆ, ਉਹਦੀ ਟ੍ਰੀਟਮੈਂਟ ਬਿਲਕੁਲ ਅਲੱਗ ਹੁੰਦੀ ਹੈ। ਉਹ ਕਹਿੰਦੇ ਨੇ ਕਿ ਇਹ ਆਪਸ 'ਚ ਮਰੀ ਜਾਣ, ਸਾਨੂੰ ਕੋਈ ਲੈਣ ਦੇਣ ਨਹੀਂ, ਹਾਂ ਕੋਈ ਨਿਰਦੋਸ਼ ਜਿਹੜਾ ਆ ਜਾਂ ਮੇਨ ਸਟ੍ਰੀਮ ਦਾ ਉਹ ਨਾ ਮਰੇ। ਸੋ ਉਸ ਤਰ੍ਹਾਂ ਇਸ ਚੀਜ਼ ਨੂੰ ਪੇਂਟ ਕੀਤਾ। ਬਟ ਇਸ ਦੇ ਵਿੱਚੋਂ ਹੁਣ ਸਾਨੂੰ ਪਤਾ ਲੱਗ ਚੁੱਕਾ ਆ ਕਿ ਇਹ ਜੇ ਸਾਰੇ ਗੈਂਗ ਨੇ, ਖਾਸ ਕਰਕੇ ਜਿਹੜਾ ਬਿਸ਼ਨੋਈ ਗੈਂਗ ਆ, ਹੁਣ ਉਹ ਜਿਹੜਾ ਲਾਰੈਂਸ ਬਿਸ਼ਨੋਈ ਆ
ਉਹ ਤਾਂ ਜੇਲ੍ਹ 'ਚ ਬੈਠਾ ਜੀ ਆ ਪਤਾ ਨਹੀਂ ਕਿੰਨੇ ਸਾਲਾਂ ਤੋਂ। ਉਹ ਆਪਣਾ ਗੈਂਗ ਕਿਸ ਜੀ ਤਰ੍ਹਾਂ ਚਲਾਉਂਦਾ ਆ, ਉਹ ਇੰਪੋਸੀਬਲ ਆ। ਜਾਂ ਤਾਂ ਫਿਰ ਕਹਿਣ ਕਿ ਅਸੀਂ ਉਸਨੂੰ ਸਹੂਲਤਾਂ ਦਿੱਤੀਆਂ ਨੇ ਤੇ ਉਹ ਆਪਣਾ ਗੈਂਗ ਚਲਾਉਂਦਾ ਆ, ਇੰਟਰਨੈਸ਼ਨਲ ਗੈਂਗ, ਜਾਂ ਫਿਰ ਕਹਿਣ ਕਿ ਅਸੀਂ ਇਹ ਬਿਸ਼ਨੋਈ ਗੈਂਗ ਦਾ ਨਾਂ ਲੈ ਕੇ ਅਸੀਂ ਆਪਣੇ ਜਿਹੜੇ ਰੋਗ ਏਜੰਟ ਨੇ ਉਹਨਾਂ ਨੂੰ ਇਹਨੂੰ ਜਿਹੜਾ ਇਹ ਕ੍ਰਿਮੀਨਲ ਐਲੀਮੈਂਟ ਆ ਉਸ ਨਾਲ ਜੋੜ ਕੇ ਅਸੀਂ ਚਲਾ ਰਹੇ ਹਾਂ, ਤੇ ਲੱਗਦਾ ਇਸ ਤਰ੍ਹਾਂ ਹੀ। ਜੀ ਜੀ ਸੋ ਡਰੱਗਸ ਆ, ਗੈਂਗ ਵਾਰ ਆ, ਇਹ ਸਾਰਾ ਇੰਡੀਆ ਤੋਂ ਚਲਾਇਆ ਜਾਂਦਾ ਆ। ਤੇ ਕਿੱਥੋਂ ਇਹ ਨੈਟਵਰਕ ਜਾਂਦਾ ਆ, ਇਹ ਤਾਂ ਹੁਣ ਸਾਡੇ ਜਿਹੜੇ ਡੈਪਟੀ ਫੋਰਨ ਅਫੇਅਰਸ ਮਿਨਿਸਟਰ ਸੀ, ਉਹਨਾਂ ਨੇ ਪਬਲਿਕ ਸੇਫਟੀ ਤੇ ਦੇ ਜਿਹੜੀ ਇਨਕੁਆਇਰੀ ਹੋਈ ਹੈ, ਕਮੇਟੀ ਹੋਈ ਆ, ਉਸ ਦੇ ਵਿੱਚ ਇਹ ਮੰਨਿਆ ਕਿ ਅਮਿਤ ਸ਼ਾਹ ਇਹ ਸਾਰੇ ਨੈਟਵਰਕ ਨੂੰ ਚਲਾਉਂਦਾ ਹੈ। ਸੋ ਵਿਸਥਾਰ ਸਹਿਤ ਤਾਂ ਮੈਂ ਜੀ ਹਲੇ ਬਹੁਤ ਦੱਸ ਸਕਦਾ, ਪਰ ਤਾਂ ਇੱਥੇ ਤੱਕ ਨੇ ਕਿ ਲੱਗਦਾ ਹੈ ਕਿ ਲੋ ਲੈਵਲ ਗੈਂਗ ਵਾਰ ਆ, ਪਰ ਇਹਦੇ ਜਿਹੜੀਆਂ ਟੈਂਟੀਕਲਸ ਨੇ, ਜਦੋਂ ਇੰਗਲਿਸ਼ ਟੈਂਟੀਕਲਸ ਕਹਿੰਦੇ ਨੇ, ਜੜ੍ਹਾਂ ਨੇ, ਜੀ ਉਹ ਅਮਿਤ ਸ਼ਾਹ ਤੋਂ ਲੈ ਕੇ ਮੋਦੀ ਤੱਕ ਜਾਂਦੀਆਂ ਨੇ। ਜੀ ਬਿਲਕੁਲ ਸਰਦਾਰ ਬਲਬੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਪਰਤਾਂ ਬਹੁਤ ਨੇ, ਤੁਸੀਂ ਹੋਰ ਡਿਟੇਲ 'ਚ ਗੱਲ ਕਰ ਸਕਦੇ ਹੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਗੱਲ ਦੱਸੋ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੇਖਣ ਨੂੰ ਆਇਆ ਕਿ ਜਦੋਂ ਦਾ ਬੜਾ ਐਗਰੈਸਿਵਲੀ ਕੈਨੇਡਾ ਦੇ ਪੀਐਮ ਨੇ, ਜਿਹੜਾ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੇ ਜਾਂ ਕਤਲ ਹੋ ਰਹੇ ਨੇ ਸਿੱਖਾਂ ਦੇ, ਉਹਦੇ ਲਈ ਸਿੱਧੇ ਤੌਰ ਤੇ ਭਾਰਤ ਨੂੰ ਜ਼ਿੰਮੇਵਾਰ ਦੱਸਿਆ। ਔਰ ਇੱਥੇ ਹੀ ਗੱਲ ਨਹੀਂ ਰੁਕੀ, ਉਸ ਤੋਂ ਬਾਅਦ ਜਿਹੜਾ ਸੀਸਸ ਨੇ, ਆਰਸੀਐਮਪੀ ਨੇ ਵੀ ਜਿਹੜੀ ਆ ਆਪਣੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਗੱਲਾਂ ਦੇ ਉੱਤੇ ਕਾਨੂੰਨੀ ਮੋਹਰ ਲਾਈ ਆ ਕਿ ਯੈਸ ਵੀ ਹੈਵ ਦਾ ਕ੍ਰੈਡੀਬਲ ਐਵੀਡੈਂਸ, ਹੈ ਨਾ। ਤੇ ਉਹਦੇ ਬਾਵਜੂਦ ਵੀ ਹਜੇ ਤੱਕ ਵੀ ਜਿਹੜੀਆਂ ਇਹ ਘਟਨਾਵਾਂ ਰੁਕ ਨਹੀਂ ਰਹੀਆਂ। ਹਜੇ ਜਿਹੜਾ ਹੈਗਾ ਪਿਛਲੇ ਮਹੀਨੇ ਹੀ ਮਿਸੀਸਾਗਾ ਦੇ ਵਿੱਚ ਇੱਕ ਸਿੱਖ ਕਾਰੋਬਾਰੀ ਦੀ, ਸਰਦਾਰ ਹਰਜੀਤ ਸਿੰਘ ਢੱਡਾ ਦਾ ਕਤਲ ਵੀ ਹੋਇਆ। ਉਸ ਤੋਂ ਬਾਅਦ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਥੋੜੇ ਦਿਨਾਂ ਬਾਅਦ ਹੀ, ਹਫ਼ਤੇ ਦੇ ਵਿੱਚ, ਇੱਕ ਸਿੱਖ ਦਾ ਜਿਹੜਾ ਸਖਦੂਲ ਸਿੰਘ ਦਾ ਕਤਲ ਵਿਨੀਪੈਗ ਦੇ ਵਿੱਚ ਹੋਇਆ। ਉਸ ਤੋਂ ਬਾਅਦ ਅਗਲੇ ਸਾਲ ਹੀ ਜਿਹੜਾ ਸਰਦਾਰ ਰਘੁਦਮਨ ਸਿੰਘ ਮਲਿਕ ਦਾ ਕਤਲ ਹੋਇਆ। ਤੇ ਹੁਣ ਪਿਛਲੇ ਹਫ਼ਤੇ ਹੀ ਸਰੀ ਦੇ ਵਿੱਚ ਪਹਿਲਾਂ ਇੱਕ ਹਿੰਦੂ ਕਾਰੋਬਾਰੀ ਦੇ ਬਿਜ਼ਨਸ ਦੇ ਉੱਤੇ ਗੋਲੀ ਚਲਾਈ ਗਈ। ਉਸ ਤੋਂ ਬਾਅਦ ਇੱਕ ਹੋਰ ਹਿੰਦੂ ਕਾਰੋਬਾਰੀ ਦਾ ਜਿਹੜਾ ਉਹ ਕਤਲ ਕੀਤਾ ਗਿਆ। ਉਹਦੀਆਂ ਜ਼ਿੰਮੇਵਾਰੀਆਂ ਵੀ ਜਿਹੜੀਆਂ ਉਹ ਲਾਰੈਂਸ ਬਿਸ਼ਨੋਈ ਗੈਂਗ ਤੇ ਇੱਕ ਹੋਰ ਜੀਵਨ ਫੌਜੀ ਨਾਮ ਦੇ ਬੰਦੇ ਨੇ ਜਿਹੜੀਆਂ ਲਈਆਂ। ਸੋ ਇਹਦੇ ਨਾਲ ਜੁੜਦਾ ਇਹ ਸਵਾਲ ਆ ਕਿ ਕੈਨੇਡਾ ਸਰਕਾਰ ਕਿੰਨੀ ਕੁ ਸਫਲ ਹੈ ਇਹਨਾਂ ਜਿਹੜੀਆਂ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਜਾਂ ਘਟਨਾਵਾਂ ਫੋਰਨ ਸੋਇਲ ਤੋਂ ਪਲਾਨ ਕਰਕੇ ਕੈਨੇਡਾ ਦੇ ਵਿੱਚ ਕੀਤੀਆਂ ਜਾਂਦੀਆਂ। ਪਰ ਦੂਜੇ ਪਾਸੇ ਆਪਾਂ ਦੇਖਣਾ ਹੋਵੇ ਕਿ ਜਦੋਂ ਉਹਨਾਂ ਦਾ ਮੀਡੀਆ ਇੱਥੇ ਇੱਕ ਘਟਨਾ ਹੋਈ ਨਹੀਂ ਹੁੰਦੀ, ਇੱਥੇ ਸਾਰੇ ਮੀਡੀਆ ਨੇ ਹਜੇ ਉਹਨੂੰ ਰਿਪੋਰਟ ਨਹੀਂ ਕੀਤਾ ਹੁੰਦਾ, ਉਹ ਚਾਹੇ ਡਰੱਗ ਦੇ ਹਵਾਲੇ ਨਾਲ ਹੋਵੇ ਜਾਂ ਐਕਸਟੋਰਸ਼ਨ ਦੇ ਹਵਾਲੇ ਨਾਲ ਹੋਵੇ। ਪਰ ਭਾਰਤੀ ਮੀਡੀਆ ਜਿਹੜਾ ਕੁਝ ਕੁ ਮਿੰਟਾਂ ਵਿੱਚ ਹੀ ਜਿਹੜੀਆਂ ਖਬਰਾਂ ਫਲੈਸ਼ ਕਰਨ ਲੱਗ ਪੈਂਦੀਆਂ ਕਿ ਇਹ ਖਾਲਿਸਤਾਨ ਫੰਡਿੰਗ ਦਾ ਮਾਮਲਾ ਹੈ ਜੀ, ਤੇ ਉਹ ਜਿਵੇਂ ਉਹ ਸਾਰਾ ਫਰੇਜ਼ ਕਰਦੇ ਆ ਇਸ ਗੱਲ ਨੂੰ। ਇਹਦੇ ਬਾਰੇ ਤੁਸੀਂ ਜ਼ਰੂਰ ਖੁੱਲ ਕੇ ਦੱਸੋ। ਸੋ ਕੈਨੇਡਾ ਕੈਚ ਅਪ ਪਲੇ ਕਰਦਾ ਆ। ਜੇ ਆਪਾਂ ਕਹੀਏ ਪ੍ਰੋਐਕਟਿਵਲੀ ਥ੍ਰੈਟ ਨੂੰ ਸਮਝਦਾ ਆ ਜਾਂ ਫਿਰ ਉਸ ਨੂੰ ਟੈਕਲ ਕਰਦਾ ਆ, ਮੈਨੂੰ ਨਹੀਂ ਲੱਗਦਾ। ਸਾਡੀ ਕਮਿਊਨਿਟੀ ਵਿੱਚੋਂ ਇਨਫੋਰਮੇਸ਼ਨ ਜਾਂਦੀ ਆ ਤੇ ਉਸ ਨੂੰ ਐਗਜ਼ਾਮਿਨ ਕਰਦੇ ਨੇ, ਤੇ ਕਾਫੀ ਚਿਰ ਬਾਅਦ ਉਹ ਫਿਰ ਇਸ ਨਤੀਜੇ ਤੇ ਆਉਂਦੇ ਨੇ, ਹਾਂ ਵਾਕਈ ਇਸ ਤਰ੍ਹਾਂ ਆ। ਸੋ ਲਾਰੈਂਸ ਬਿਸ਼ਨੋਈ ਗੈਂਗ ਦੀ ਆਪਾਂ ਜੇ ਗੱਲ ਕਰਦੇ ਆ, ਔਨ ਦਾ ਸਰਫੇਸ ਲੈਵਲ ਇੱਕ ਗੈਂਗ ਆ, ਤੇ ਲਾਰੈਂਸ ਬਿਸ਼ਨੋਈ ਆਪ ਇੱਕ ਕਨਫਿਊਜ਼ ਨੌਜਵਾਨ ਆਪਾਂ ਕਹਿ ਸਕਦੇ ਹਾਂ ਵੱਧ ਤੋਂ ਵੱਧ। ਮਤਲਬ ਪੰਜਾਬ ਦਾ ਉਹ ਜੰਮਪਲ ਸੀ ਤੇ ਉਹ ਇਹੋ ਜਿਹੀਆਂ ਕ੍ਰਿਮੀਨਲ ਐਕਟੀਵਿਟੀ ਫਸ ਗਿਆ, ਜੇਲ੍ਹ ਦੇ ਵਿੱਚ ਜਾ ਕੇ ਕਦੇ ਉਹ ਭਾਈ ਰਾਜੋਆਣੇ ਦੇ ਨਾਲ ਜਾਂ ਫਿਰ ਭਾਈ ਜਗਤਾਰ ਸਿੰਘ ਹਵਾਰੇ ਦਾ ਫੈਨ ਬਣਦਾ ਆ ਤੇ ਖਾਲਿਸਤਾਨ ਦੀ ਟੀ-ਸ਼ਰਟ ਪਾਉਣ ਲੱਗ ਪੈਂਦਾ ਆ। ਬਾਅਦ ਦੇ ਵਿੱਚ ਕਿਹੜੇ ਇਨਫਲੂਐਂਸ ਥੱਲੇ ਉਹ ਆ ਕੇ ਫਿਰ ਕਹਿਣ ਲੱਗਦਾ, ਨਹੀਂ ਜੀ ਮੈਂ ਤਾਂ ਭਾਰਤ ਦਾ ਇੱਕ ਮਤਲਬ ਲੋਇਲ ਸਪੁੱਤਰ ਆ ਤੇ ਮੈਂ ਤਾਂ ਮੌਕਾ ਮਿਲੇ ਮੈਂ ਭਾਰਤ ਵਾਸਤੇ ਬਹੁਤ ਕੁਝ ਕਰਨਾ ਚਾਹੁੰਦਾ ਆ। ਮਤਲਬ ਉਹ ਤਾਂ ਇੱਕ ਕਨਫਿਊਜ਼ਡ ਬੰਦਾ ਆ। ਪਰ ਦੇਖੀਏ ਅਜੀਤ ਡੋਵਾਲ ਜਿਹੜਾ ਆ, ਜੋ ਸਿਕਿਉਰਿਟੀ ਦਾ ਚੀਫ ਆ ਇੰਡੀਆ ਦਾ, ਜੋ ਡਾਇਰੈਕਟਲੀ ਮੋਦੀ ਨੂੰ ਰਿਪੋਰਟ ਕਰਦਾ ਆ, ਉਹਦੀ ਹਿਸਟਰੀ ਦੇਖਦੇ ਆ ਤਾਂ ਉਹਦੀ ਹਿਸਟਰੀ ਇਹ ਕਹਿੰਦੀ ਆ ਕਿ ਇਹ ਇਨਫਿਲਟ੍ਰੇਸ਼ਨ ਦਾ ਇੱਕ ਮਾਹਰ ਆ। ਇਹਨੇ, ਸਾਨੂੰ ਪਤਾ ਹੈ, ਪਾਕਿਸਤਾਨ ਦੇ ਵਿੱਚ ਕਾਫੀ ਚਿਰ ਇਨਫਿਲਟ੍ਰੇਟ ਕਰਕੇ ਰਿਹਾ ਆ, ਉੱਥੇ ਗਤੀਵਿਧੀਆਂ ਕੀਤੀਆਂ ਨੇ। ਬਲੈਕ ਥੰਡਰ ਵੇਲੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਵੀ ਇਹ ਵੜਿਆ ਹੋਇਆ ਸੀ। ਤੇ ਇਹਦਾ ਇਹ ਮੋਡਸ ਆਪਰੈਂਡੀ ਆ ਕਿ ਹੋਰਨਾਂ ਆਰਗੇਨਾਈਜੇਸ਼ਨਸ, ਗੈਂਗਸ ਜਾਂ ਗਰੁੱਪਸ ਨੂੰ ਵਰਗਲਾ ਕੇ ਉਹਨਾਂ ਨੂੰ ਯੂਜ਼ ਕਰਕੇ ਆਪਣੇ ਕਾਰਜ ਉਹ ਪੂਰੇ ਕਰਦਾ ਹੈ। ਸੋ ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ। ਹੁਣ ਅਫਗਾਨਿਸਤਾਨ ਦੇ ਕਾਬੁਲ ਗੁਰਦੁਆਰਾ ਸਾਹਿਬ ਦੇ ਵਿੱਚ 2020 ਦੇ
ਵਿੱਚ ਆਈਸਿਸ ਵੱਲੋਂ ਇੱਕ ਬਹੁਤ ਵੱਡਾ ਇੱਕ ਹਮਲਾ ਕੀਤਾ ਗਿਆ, ਜਿਸ ਵਿੱਚ ਤਕਰੀਬਨ 20 ਅਫਗਾਨਿਸਤਾਨ ਦੇ ਸਿੱਖ ਮਰਦ, ਬੀਬੀਆਂ, ਬੱਚੇ ਉਹ ਸ਼ਹੀਦ ਹੁੰਦੇ ਨੇ। ਤੇ ਜੀ ਇਹ ਸਵਾਲ ਸੀ ਕਿ ਆਈਸਿਸ ਐਡੀ ਵੱਡੀ ਕਾਰਵਾਈ ਕਿਉਂ ਕਰੂ। ਇਹ ਇਸ ਤਰ੍ਹਾਂ ਪਤਾ ਲੱਗਿਆ ਕਿ ਉਹਨਾਂ ਅਟੈਕਰਸ ਵਿੱਚੋਂ ਇੱਕ ਗੁਜਰਾਤ ਦਾ ਮੁਸਲਮਾਨ ਕਨਵਰਟ ਉਹ ਸੀ। ਸੋ ਜੀ ਹੁਣ ਪਤਾ ਲੱਗਦਾ ਆ ਕਿ ਇੰਡੀਆ ਨੇ ਆਈਸਿਸ ਦਾ ਜਿਹੜਾ ਉਹ ਨੈਟਵਰਕ ਸੀ ਉਸ ਨੂੰ ਇਨਫਿਲਟਰੇਟ ਕਰਕੇ ਉਹਨਾਂ ਨੂੰ ਕਿਹਾ ਕਿ ਜਿਹੜੇ ਕਾਫਰ ਨੇ ਨਾ, ਇਹਨਾਂ ਨੂੰ ਆਪਾਂ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਵਿੱਚ ਵਸਣ ਨਹੀਂ ਦੇਣਾ, ਇਹਨਾਂ ਨੂੰ ਆਪਾਂ ਅਟੈਕ ਕਰਕੇ ਖਤਮ ਕਰਨਾ ਹੈ ਦੀਨ ਇਸਲਾਮ ਦੀ ਸ਼ਾਨ ਵਾਸਤੇ, ਆਈਸਿਸ ਦੇ ਇਹ ਮਕਸਦ ਨੂੰ ਪੂਰਾ ਕਰਨ ਵਾਸਤੇ। ਸੋ ਜਿਹੜੇ ਅਟੈਕਰ ਨੇ, ਇਹ ਇਸ ਤਰ੍ਹਾਂ ਖਬਰਾਂ ਆਈਆਂ ਨੇ ਕਿ ਉਹ ਤਾਂ ਆਪਣਾ ਮਕਸਦ ਪੂਰਾ ਇਸ ਕਰਕੇ ਅਟੈਕ ਕੀਤਾ ਕਿ ਅਸੀਂ ਤਾਂ ਕਾਫਰਾਂ ਨੂੰ ਖਤਮ ਕਰਨਾ। ਉਹ ਚਾਹੁੰਦੇ ਸੀ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਜੋ ਖਾੜਕੂ ਲੀਡਰ ਨੇ ਉਹਨਾਂ ਦੇ ਉੱਤੇ ਹਮਲੇ ਕੀਤੇ ਜਾਣ। ਤੇ ਪਤਾ ਇਸ ਤਰ੍ਹਾਂ ਹੀ ਲੱਗਦਾ ਕਿ ਜਿਹੜਾ ਅਸੈਸਨ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਟਾਰਗੇਟ ਕਰਦਾ ਆ, ਉਹ ਇਸ ਕਰਕੇ ਨਹੀਂ ਟਾਰਗੇਟ ਕਰਦਾ ਕਿ ਉਹ ਖਾੜਕੂ ਲੀਡਰ ਨੂੰ ਉਹ ਮਾਰਨਾ ਚਾਹੁੰਦਾ ਆ, ਉਹ ਇਸ ਕਰਕੇ ਟਾਰਗੇਟ ਕਰ ਰਿਹਾ ਹੈ ਕਿ ਇਹ ਤਾਂ ਆਮ ਸਿੱਖ ਹੈ, ਇੱਥੇ ਸਿੱਖਾਂ ਦੀ ਮਤਲਬ ਹੋਂਦ ਅਸੀਂ ਬਰਦਾਸ਼ਤ ਨਹੀਂ ਕਰਦੇ। ਸੋ ਇਸ ਤਰ੍ਹਾਂ ਹੀ ਸਾਨੂੰ ਇਹ ਸਮਝਣਾ ਪੈਂਦਾ ਆ ਕਿ ਇਹ ਕਿਸੇ ਬੰਦੇ ਨੂੰ ਯੂਜ਼ ਕਰਦੇ ਆ, ਕਿਸ ਤਰ੍ਹਾਂ ਕਰਦੇ ਆ। ਜਿਹੜੇ ਇੱਥੇ ਗੈਂਗ ਨੇ ਉਹਨਾਂ ਨੂੰ ਆਪ ਨਹੀਂ, ਜਿਹੜਾ ਆਮ ਜਿਹੜਾ ਸ਼ੂਟਰ ਇਨਵੋਲਵਡ ਹੁੰਦਾ ਆ, ਇਹ ਕੋਈ ਮੈਨੂੰ ਨਹੀਂ ਲੱਗਦਾ ਉਹਨੂੰ ਪਤਾ ਹੁੰਦਾ ਕਿ ਮੈਂ ਇੰਡੀਅਨ ਸਰਕਾਰ ਦਾ ਇਹ ਕੰਮ ਕਰ ਰਿਹਾ ਆ। ਉਹ ਇਹੀ ਸੋਚਦਾ ਆ ਕਿ ਮੈਂ ਇੱਕ ਆਪਣਾ ਕੰਮ ਪੂਰਾ ਕਰ ਰਿਹਾ, ਬਿਜ਼ਨਸ ਕਰ ਰਿਹਾ, ਮੈਨੂੰ ਕੰਟਰੈਕਟ ਮਿਲ ਰਿਹਾ ਆ। ਕਈ ਵਾਰ ਤਾਂ ਬਿਲਕੁਲ ਹੀ ਕਨਫਿਊਜ਼ਨ ਉਹਨੇ ਕ੍ਰੀਏਟ ਕੀਤੀ ਹੁੰਦੀ ਆ। ਹੁਣ ਤੁਸੀਂ ਰਿਪਦਮਨ ਸਿੰਘ ਮਲਿਕ ਦੀ ਗੱਲ ਕੀਤੀ ਆ, ਜਿਸ ਤਰ੍ਹਾਂ ਉਹ ਬਾਹਰ ਆਈਆਂ ਨੇ, ਉਹ ਤਾਂ ਇੱਕ ਬਹੁਤ ਸੈਡ ਆਪਾਂ ਕਹਿ ਸਕਦੇ ਇੱਕ ਚੈਪਟਰ ਸੀ। ਹੁਣ ਰਿਪਦਮਨ ਸਿੰਘ ਮਲਿਕ ਕਿੰਨੇ ਦਹਾਕਿਆਂ ਤੋਂ ਪੰਜਾਬ ਜਾ ਨਹੀਂ ਸਕੇ ਤੇ ਹੁਣ ਮਤਲਬ ਬਰੀ ਹੋਏ ਨੇ, ਸਭ ਕੁਛ ਆ। ਹਰੇਕ ਸਿੱਖ ਦੇ ਮਨ 'ਚ ਉਹ ਬਹੁਤ ਤਾਂਘ ਹੁੰਦੀ ਹੈ ਕਿ ਮੈਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਂ, ਤੇ ਉਸ ਵਾਸਤੇ ਉਹ ਇੰਡੀਅਨ ਰਾਜਦੂਤ ਜਿਹੜੇ ਇੱਥੇ ਬੈਠੇ ਨੇ ਵੈਂਕੂਵਰ ਦੇ ਵਿੱਚ, ਉਹਨਾਂ ਕੋਲ ਅਪਰੋਚ ਹੁੰਦੀ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਆ ਕਿ ਤੁਸੀਂ ਇੱਕ ਚਿੱਠੀ ਤਿਆਰ ਕਰੋ ਜਿਸ ਵਿੱਚ ਤੁਸੀਂ ਮੋਦੀ ਦੀ ਪ੍ਰਸ਼ੰਸਾ ਕਰੋ ਤੇ ਅਸੀਂ ਤੁਹਾਨੂੰ ਵੀਜ਼ਾ ਦਵਾ ਦਾਂਗੇ। ਉਹਨਾਂ ਨੇ ਆਪਣੇ ਵੱਲੋਂ ਚਿੱਠੀ ਤਿਆਰ ਕੀਤੀ, ਉਹ ਰਿਜੈਕਟ ਹੋਈ। ਕਹਿੰਦੇ ਨਹੀਂ, ਅਸੀਂ ਹੁਣ ਤਿਆਰ ਕਰਾਂਗੇ, ਤੁਸੀਂ ਸਾਈਨ ਕਰ ਦਿਓ, ਅਸੀਂ ਪਬਲਿਕ ਨਹੀਂ ਕਰਾਂਗੇ, ਅਸੀਂ ਸਾਈਨ ਕਰਾ ਕੇ ਰੱਖ ਲਾਂਗੇ ਆਪਣੇ ਕੋਲ। ਤੇ ਹਾਂ, ਅਕਸਰ ਹੁੰਦਾ ਵੀ ਇਸ ਤਰ੍ਹਾਂ। ਇਹ ਪਹਿਲੀ ਵਾਰ ਨਹੀਂ ਮੈਂ ਸੁਣਿਆ। ਬਹੁਤ ਜਿਹੜੇ ਬਜ਼ੁਰਗ ਨੇ ਜੋ ਮਤਲਬ ਪਹਿਲਾਂ ਤੋਂ 84 ਤੋਂ ਬਾਅਦ ਐਕਟਿਵ ਸੀ, ਉਹਨਾਂ ਤੋਂ ਚਿੱਠੀਆਂ ਸਾਈਨ ਕਰਾਈਆਂ ਗਈਆਂ ਨੇ ਕਿ ਮੈਂ ਕਦੇ ਖਾਲਿਸਤਾਨ ਦੀ ਹਮਾਇਤ ਕੀਤੀ ਨਹੀਂ, ਅੱਗੇ ਵਾਸਤੇ ਨਹੀਂ ਕਰਾਂਗਾ, ਮੈਂ ਤਾਂ ਇੰਡੀਆ ਦੀ ਏਕਤਾ ਨੂੰ ਬਰਕਰਾਰ ਰੱਖਣ ਵਾਸਤੇ ਮੈਂ ਮਤਲਬ ਕਮਿਟਡ ਹਾਂ। ਸੋ ਚਿੱਠੀ ਸਾਈਨ ਕੀਤੀ ਜਾਂਦੀ ਆ। ਉਹ ਅਮਰਜੀਤ, ਜੋ ਅੱਜ ਵੀ ਟਵਿੱਟਰ ਦੇ ਉੱਤੇ ਬੜਾ ਐਕਟਿਵ ਇੱਕ ਬੰਦਾ ਹੈਗਾ ਆ, ਉਹ ਉਸ ਟਾਈਮ ਤੇ ਵੀਜ਼ਾ ਅਫਸਰ ਸੀ, ਉਹ ਸਾਰਾ ਕਰਦਾ ਆ। ਤੇ ਰਿਪਦਮਨ ਸਿੰਘ ਮਲਿਕ ਪੰਜਾਬ ਪਹੁੰਚਦੇ ਨੇ, ਥੋੜੇ ਚਿਰ ਵਾਸਤੇ ਉੱਥੇ ਦਰਸ਼ਨ ਦੀਦਾਰੇ ਕਰਦੇ ਨੇ ਤੇ ਵਾਪਸ ਆ ਜਾਂਦੇ ਨੇ। ਉਹਨੇ ਚਿਰ ਨੂੰ ਜਿਹੜੀ ਉਹ ਚਿੱਠੀ ਆ ਉਹ ਇੰਡੀਅਨ ਮੀਡੀਆ 'ਚ ਲੀਕ ਹੋ ਜਾਂਦੀ ਹੈ। ਤੇ ਕੋਸ਼ਿਸ਼ ਇਹ ਸੀ ਕਿ ਸਿੱਖ ਆਪ ਹੀ ਭੁੜ ਕੇ ਰਿਪਦਮਨ ਸਿੰਘ ਮਲਿਕ ਦੇ ਉੱਤੇ ਹਮਲੇ ਕਰਨ। ਉਹ ਆਈਡੀਆ ਤਾਂ ਇਹੀ ਸੀ ਕਿ ਸਾਰੇ ਕਹਿਣ ਗੱਦਾਰ ਆ, ਇਸ ਨੂੰ ਕੀਤਾ ਜਾਏ, ਕਿਉਂਕਿ ਬੈਸਟ ਕੇਸ ਸੋਲੂਸ਼ਨ ਇਹਨਾਂ ਵਾਸਤੇ ਇਹ ਹੁੰਦਾ ਹੈ ਕਿ ਸਿੱਖ ਨੂੰ ਮਾਰ ਦੇਵੇ। ਸੋ ਗੱਲਬਾਤ ਨਹੀਂ ਬਣੀ ਤਾਂ ਫਿਰ ਉਹਨਾਂ ਨੇ ਇੱਕ ਪ੍ਰਿੰਟਿੰਗ ਪ੍ਰੈਸ ਦਾ ਮਸਲਾ ਜਿਹੜਾ ਸੀ, ਜੋ ਕਿ ਸਿੱਖਾਂ ਦਾ ਅੰਦਰੂਨੀ ਮਸਲਾ ਆ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ, ਉਸ ਨੂੰ ਵੀ ਵਰਤ ਕੇ ਇੱਕ ਪਾੜ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਇੰਡੀਅਨ ਮੀਡੀਆ ਦੇ ਵਿੱਚ ਹਾਈਲਾਈਟ ਕੀਤਾ ਗਿਆ ਤੇ ਵਾਂਸ ਅਗੇਨ ਰਿਪਦਮਨ ਸਿੰਘ ਮਲਿਕ ਨੂੰ ਮਤਲਬ ਇੱਕ ਟਾਰਗੇਟ ਬਣਾਇਆ ਗਿਆ। ਤੇ ਐਂਡ ਦੇ ਵਿੱਚ ਇਹ ਸਟੋਰੀ ਕ੍ਰੀਏਟ ਕੀਤੀ ਕਿ ਇਹ ਤਾਂ ਹਰਦੀਪ ਸਿੰਘ ਨਿੱਜਰ ਨੇ ਬਦਲਾ ਲੈਣ ਵਾਸਤੇ ਰਿਪਦਮਨ ਸਿੰਘ ਮਲਿਕ ਨੂੰ ਮਾਰਿਆ ਹੈ। ਉਹਨਾਂ ਨੇ ਆਪ ਹੀ ਆਪਣੇ ਮੀਡੀਆ ਦੇ ਵਿੱਚ, ਕੈਨੇਡੀਅਨ ਮੀਡੀਆ ਕੁਝ ਨਹੀਂ ਕਹਿ ਰਿਹਾ, ਉਹਨਾਂ ਨੇ ਇੱਕ ਲਿਸਟ ਤਿਆਰ ਕੀਤੀ ਜਿਸ ਵਿੱਚ ਮੀਡੀਆ ਵਾਲੇ ਵੀ ਸੀ ਤੇ ਸਿੱਖ ਆਗੂ ਵੀ ਸੀ ਤੇ ਖਾਸ ਹਰਦੀਪ ਸਿੰਘ ਨਿੱਜਰ ਦਾ ਨਾਂ ਸੀ ਕਿ ਇਹਨਾਂ ਨੇ ਰਲ ਕੇ ਮਲਿਕ ਨੂੰ ਮਾਰਿਆ ਹੈ। ਸੋ ਇਹ ਤੁਹਾਨੂੰ ਦੱਸ ਰਿਹਾ ਆ ਕਿ ਕੋਈ ਇੰਨਾ ਸਿੰਪਲ ਨਹੀਂ ਹੁੰਦਾ। ਇਹ ਜਿਹੜਾ ਡੋਵਾਲ ਆ ਉਹ ਮਤਲਬ ਬਿੰਗ ਟੇਡ ਕੱਢ ਕੇ ਆਪਣਾ ਮਕਸਦ ਪੂਰਾ ਕਰਦਾ ਆ ਤੇ ਐਟ ਦੀ ਐਂਡ ਜਿਹੜੇ ਕੰਮ ਕਰਦੇ ਉਹਨਾਂ ਨੂੰ ਵੀ ਪਤਾ ਲੱਗਦਾ ਤੇ ਮਕਸਦ ਇਹ ਹੁੰਦਾ ਕਿ ਜਿਹੜਾ ਆਮ ਬੰਦਾ ਬੈਠਾ ਉਹਨੂੰ ਨੂੰ ਪਤਾ ਲੱਗੇ। ਸੇ ਕੈਨੇਡੀਅਨਸ ਵੀ ਇਸੇ ਕਨਫਿਊਜ਼ਨ ਦੇ ਵਿੱਚ ਸਮਝ ਨਹੀਂ ਰਹੇ ਕਿ ਹੋ ਕੀ ਰਿਹਾ ਆ, ਜਿੰਨਾ ਚਿਰ ਤੱਕ ਉਹਨਾਂ ਨੂੰ ਬੜੇ ਡੀਟੇਲ ਦੇ ਨਾਲ ਸਮਝਾਇਆ ਨਾ ਜਾਏ। ਇਹ ਪ੍ਰੋਐਕਟਿਵਲੀ ਕੁਝ ਨਹੀਂ ਸਮਝ ਰਹੇ।
ਸੋ ਸਰਦਾਰ ਸਾਹਿਬ ਇੱਥੇ ਗੱਲ ਜ਼ਰੂਰ ਕਰਨੀ ਬਣਦੀ ਆ ਕਿ ਜਦੋਂ ਇੰਨੀਆਂ ਘਟਨਾਵਾਂ ਜਿਹੜੀਆਂ ਇੰਨੀ ਅਗਰੈਸਿਵ ਤਰੀਕੇ ਦੇ ਨਾਲ ਇੰਡੀਅਨ ਗਵਰਨਮੈਂਟ ਇੱਥੇ ਇਨਵੋਲਵ ਆ, ਤੁਸੀਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹਦੀਆਂ ਪਰਤਾਂ ਖੋਲੀਆਂ ਨੇ। ਉਸ ਤੋਂ ਇਲਾਵਾ ਪਹਿਲਾਂ ਅਸੀਂ ਜ਼ਿਕਰ ਕੀਤਾ ਕਿ ਸੀਸਸ ਤੇ ਆਰਸੀਐਮਪੀ ਨੇ ਵੀ ਕਿਹਾ। ਉਸ ਤੋਂ ਇਲਾਵਾ ਜਿਹੜੀ ਇੱਥੇ ਫੋਰਨ ਇੰਟਰਫੇਰੈਂਸ ਜਿਹੜੀ ਜਾਂਚ ਕਮਿਸ਼ਨ ਬਣਿਆ ਸੀ, ਉਹਨਾਂ ਨੇ ਵੀ ਜਿਹੜੀਆਂ ਆਪਣੀਆਂ ਫਾਈਂਡਿੰਗਸ ਦੇ ਵਿੱਚ ਬਹੁਤ ਸਾਰੇ ਤੱਥ ਪੇਸ਼ ਕੀਤੇ ਨੇ ਗਵਾਹਾਂ ਦੇ ਹਵਾਲੇ ਦੇ ਨਾਲ ਕਿ ਕਿੰਨੀ ਬਰੀਕੀ ਦੇ ਨਾਲ ਇੰਡੀਅਨ ਗਵਰਨਮੈਂਟ ਜਿਹੜੀ ਜਾਂ ਉਹਨਾਂ ਦੇ ਏਜੰਟ ਆ ਉਹ ਇੱਥੇ ਐਕਟਿਵ ਨੇ। ਭਾਵੇਂ ਇੰਡੀਆ ਇਹਨਾਂ ਸਾਰੇ ਦੋਸ਼ਾਂ ਨੂੰ ਲਗਾਤਾਰਤਾ ਦੇ ਨਾਲ ਜਿਹੜਾ ਨਕਾਰ ਰਿਹਾ, ਪਰ ਜਿਹੜਾ 2023 ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਗੱਲ ਸਪਸ਼ਟਤਾ ਦੇ ਨਾਲ ਕਹੀ ਗਈ ਆ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਭਾਰਤੀ ਏਜੰਸੀਆਂ ਨੇ ਕੀਤਾ, ਉਸ ਤੋਂ ਬਾਅਦ ਜਿਹੜਾ 6 ਭਾਰਤੀ ਡਿਪਲੋਮੈਟਾਂ ਨੂੰ ਜਿਹੜਾ ਕਿਕ ਆਫ ਕੀਤਾ ਜਾਣਾ ਕੈਨੇਡਾ ਤੋਂ, ਤੇ ਉਹ ਇਸ ਗੱਲ ਦੇ ਉੱਤੇ ਮੋਹਰ ਲਾਉਂਦਾ। ਕਿਉਂਕਿ ਅਸੀਂ ਠੀਕ ਆ, ਕੋਈ ਕਹਿ ਦੂਗਾ ਕਿ ਜੀ ਇਹ ਪੋਲਿਟਿਕਸ ਸੀ, ਪਰ ਇੰਨੀ ਪੋਲਿਟਿਕਸ ਇੰਨੀ ਬਰੀਕੀ ਨਾਲ ਤਾਂ ਨਹੀਂ ਹੋ ਸਕਦੀ ਕਿ ਤੁਸੀਂ ਐਕਸਪੈਲ ਕਰਨ ਤੱਕ ਜਿਹੜਾ ਉਹ ਚਲ ਜਾਓ। ਹਜੇ ਤੱਕ ਵੀ ਜਿਹੜਾ ਹਾਈ ਕਮਿਸ਼ਨਰ ਜਿਹੜਾ ਭਾਰਤ ਦਾ ਅਪੁਆਇੰਟਡ ਕੋਈ ਨਹੀਂ ਹੈਗਾ ਕੈਨੇਡਾ ਦੇ ਵਿੱਚ, ਇੱਕ ਕਾਰਜਕਾਰੀ ਜਿਹਾ ਕੰਮ ਚੱਲ ਰਿਹਾ। ਉਹਦੇ ਬਾਵਜੂਦ ਵੀ ਜਦੋਂ ਇੰਨੀਆਂ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ, ਉਹਦੇ ਬਾਵਜੂਦ ਵੀ ਇੱਕ ਇੰਟੈਲੀਜੈਂਸ ਸ਼ੇਅਰਿੰਗ ਦੀ ਗੱਲਬਾਤ ਵੀ ਸਾਹਮਣੇ ਆਈ ਹੈ। ਸੋ ਇੰਟੈਲੀਜੈਂਸ ਸ਼ੇਅਰਿੰਗ ਜਿਹੜੀ ਐਸੇ ਮੁਲਕ ਦੇ ਨਾਲ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਕੈਨੇਡਾ ਵੱਲੋਂ ਕਰਨੀ, ਇਹ ਕਿੰਨੀ ਕੁ ਜਾਇਜ਼ ਆ। ਪਰ ਮੈਂ ਇੱਥੇ ਨਾਲ ਜਿਹੜਾ ਇੱਕ ਹੋਰ ਦੱਸਦਾ ਜਾਵਾਂ ਕਿ ਜਿਸ ਦਿਨ 14 ਤਰੀਕ ਨੂੰ ਇਹ ਖਬਰ ਜਿਹੜੀ ਆ ਉਹ ਭਾਰਤੀ ਮੀਡੀਆ ਦੇ ਵਿੱਚ ਫਲੈਸ਼ ਹੋਈ ਸੀ ਕਿ ਜਿਹੜਾ ਇੰਟੈਲੀਜੈਂਸ ਸ਼ੇਅਰਿੰਗ ਦਾ ਕੰਟਰੈਕਟ ਹੈਗਾ ਜਾਂ ਐਗਰੀਮੈਂਟ ਹੈਗਾ ਭਾਰਤ ਦਾ ਕੈਨੇਡਾ ਦੇ ਨਾਲ, ਉਹ ਰੀਨਿਊ ਕਰ ਲਿਆ ਗਿਆ G7 ਤੋਂ ਪਹਿਲਾਂ। ਪਰ ਪਬਲਿਕ ਸੇਫਟੀ ਮਿਨਿਸਟਰੀ ਜਿਹੜੀ ਕੈਨੇਡਾ ਦੀ ਆ, ਉਹਨਾਂ ਦੇ ਹਵਾਲੇ ਦੇ ਨਾਲ ਜਿਹੜੀਆਂ ਟਵੀਟਸ ਆਈਆਂ ਉਹਦੇ 'ਚ ਇਹਦਾ ਖੰਡਨ ਵੀ ਕੀਤਾ ਗਿਆ ਉਹਨਾਂ ਵੱਲੋਂ ਕਿ ਇਸ ਤਰ੍ਹਾਂ ਦੀ ਹਜੇ ਤੱਕ ਕੋਈ ਗੱਲ ਨਹੀਂ ਆ। ਸੋ ਤੁਸੀਂ ਇਹ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਆ, ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਡਿਟੇਲ 'ਚ ਦੱਸੋ ਕਿ ਕਿਸ ਪੱਧਰ ਦੇ ਉੱਤੇ ਇੰਟੈਲੀਜੈਂਸ ਸ਼ੇਅਰਿੰਗ ਆ ਜਿਹੜੀ ਹਜੇ ਤੱਕ ਕੀਤੀ ਜਾ ਰਹੀ ਆ, ਤੇ ਅੱਗਿਓਂ ਇਹਦੀਆਂ ਕੀ ਸੰਭਾਵਨਾਵਾਂ ਨੇ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਇਹ ਸਾਰਾ ਕੁਝ ਕੀਤਾ ਜਾਂਦਾ ਰਹੇਗਾ ਜਾਂ ਇਹਨੂੰ ਕਿਤੇ ਨਾ ਕਿਤੇ ਸਟਾਪ ਲੱਗੇਗਾ ਜੀ। ਇਹ ਦੋ ਗੱਲਾਂ ਮੈਂ ਪਹਿਲਾਂ ਥੋੜੀ ਜਿਹੀ ਐਡਰੈਸ ਕਰਨੀਆਂ ਚਾਹੁੰਦਾ ਹਾਂ ਕਿਉਂਕਿ ਲਿੰਕਡ ਨੇ। ਇੱਕ ਤਾਂ ਜਿਹੜੇ ਦੂਤ ਘਰ ਨੇ, ਐਮਬੈਸੀ ਜਿਹਨੂੰ ਆਪਾਂ ਕਹਿੰਦੇ ਆ, ਜਾਂ ਆਪਾਂ ਕਹਿ ਸਕਦੇ ਕੌਂਸੂਲੇਟ, ਉਸ ਨੂੰ ਹੁਣ ਚਾਈਨਾ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਆਪਣੇ ਇੱਥੇ ਥਾਣੇ ਮਤਲਬ ਪੁਲਿਸ ਸਟੇਸ਼ਨ ਖੋਲੇ ਹੋਏ ਨੇ। ਪਰ ਜੇ ਆਪਾਂ ਦੇਖਦੇ ਆ ਨਾ, ਇੰਡੀਆ ਨੇ ਵੀ ਇੱਥੇ ਆਪਣੇ ਇੱਕ ਤਰ੍ਹਾਂ ਦੇ ਥਾਣੇ ਹੀ ਖੋਲੇ ਹੋਏ ਨੇ, ਕਿਉਂਕਿ ਇੱਥੇ ਪੰਜਾਬ ਪੁਲਿਸ ਅਫਸਰ ਜਿਹੜੇ ਨੇ ਇੱਥੇ ਅਕਸਰ ਹੀ ਬਿਠਾਏ ਜਾਂਦੇ ਨੇ ਵੀਜ਼ਾ ਅਫਸਰ ਦੇ ਰੋਲ ਦੇ, ਜਾਂ ਕਲਚਰਲ ਅਫੇਅਰਸ ਅਟੈਸ਼ੇ ਜਿਹਨੂੰ ਕਿਹਾ ਜਾਂਦਾ ਆ, ਉਹ ਸੈਕੌਂਡਮੈਂਟ ਹੁੰਦੀ ਆ ਪੰਜਾਬ ਪੁਲਿਸ ਵੱਲੋਂ। ਹੁਣ ਜਿਹੜਾ ਸਤੰਬਰ 2023 ਦੇ ਵਿੱਚ ਕੱਢਿਆ ਗਿਆ ਸੀ ਪਵਨ ਕੁਮਾਰ, ਉਹ ਪੰਜਾਬ ਪੁਲਿਸ ਦਾ ਹੀ ਸੀ ਜੋ ਕਿ ਰॉ ਦੇ ਬਿਹਾਫ ਦੇ ਉੱਤੇ ਇੱਥੇ ਕੰਮ ਕਰ ਰਿਹਾ ਸੀ। ਸੋ ਸਾਨੂੰ ਸਮਝਣ ਦੀ ਲੋੜ ਹੈ ਕੀ ਹੋ ਰਿਹਾ ਹੈ। ਹੁਣ ਸਮੰਥ ਗੋਇਲ ਜਿਹੜਾ ਆ ਉਹ ਪੰਜਾਬ ਪੁਲਿਸ ਅਫਸਰ ਆ, ਤੇ ਉਹ ਰॉ ਦੇ ਵਿੱਚ ਕਾਫੀ ਚਿਰ ਰਿਹਾ, ਹੁਣ ਉਹ ਰਿਟਾਇਰ ਹੋ ਚੁੱਕਾ। ਪਰ ਹਰਦੀਪ ਸਿੰਘ ਨਿੱਜਰ ਇਹ ਸਮੰਥ ਗੋਇਲ ਹੀ ਸੀ ਜਿਹਦੇ ਵਿੱਚ ਬੈਠਾ ਸੀ, ਤੇ ਉਹਨੇ ਅਚੇਚਾ ਇੱਥੇ ਕੈਨੇਡਾ ਦੇ ਵਿੱਚ ਇੱਕ ਮੁਹਿੰਮ ਚਲਾਈ ਸੀ। ਉਹ ਇਹ ਮੁਹਿੰਮ ਸੀ ਕਿ ਪੁਰਾਣੇ ਖਾਲਿਸਤਾਨੀ ਨੇ ਉਹਨਾਂ ਨੂੰ ਬਲੈਕ ਲਿਸਟ ਤੋਂ ਲਾਇਆ ਜਾਏ ਤੇ ਉਹਨਾਂ ਥਰੂ ਆਊਟਰੀਚ ਕੀਤੀ ਜਾਏ। ਸੋ ਮੈਂ ਪਦਮਨ ਸਿੰਘ ਦੀ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਚਿੱਠੀ ਸਾਈਨ ਹੋਈ ਹੈ। ਇਸ ਤਰ੍ਹਾਂ ਹੀ ਜਿਹੜੇ ਪੁਰਾਣੇ ਖਾਲਿਸਤਾਨੀ ਆਗੂ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਕਿ ਆਓ, ਹੁਣ ਤੁਹਾਡੇ ਕੈਨੇਡਾ ਦੇ ਵਿੱਚ ਕਾਫੀ ਸਟਰੈਂਥ ਹੈ ਸਾਨੂੰ ਪਤਾ ਆ, ਪਰ ਆਪਾਂ ਚਾਹੁੰਦੇ ਹਾਂ ਕਿ ਤੁਹਾਡੇ ਨਾਲ ਸਮਝੌਤਾ ਕੀਤਾ ਜਾਏ, ਸਿੱਖਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਅਸੀਂ ਸਮਝੀਏ, ਅਸੀਂ ਕੁਛ ਕਰੀਏ। ਤੇ ਮੈਨੂੰ ਪਤਾ ਆ ਕਿ ਸਮੰਥ ਗੋਇਲ ਨੇ ਉਚੇਚਾ ਕਈ ਇਹੋ ਜਿਹੇ ਸਿੱਖ ਆਗੂ ਜਿਹੜੇ ਦਿਲੋਂ ਕੋਈ ਏਦਾਂ ਮਤਲਬ ਕੋਈ ਗੱਦਾਰੀ ਕਰਨ ਦੀ ਮਨਸ਼ਾ ਨਹੀਂ ਸੀ ਰੱਖਦੇ, ਉਹਨਾਂ ਨੂੰ ਇਸ ਤਰ੍ਹਾਂ ਭਾਵਤ ਜਾਂ ਇਨਫਲੂਐਂਸ ਕੀਤਾ ਗਿਆ, ਤੁਸੀਂ ਇੱਥੇ ਇੰਡੀਆ ਆਓ ਤੇ ਸਾਡੇ ਨਾਲ ਟੇਬਲ ਟਾਕ ਕਰੋ, ਕਿਉਂਕਿ ਗੱਲਬਾਤ ਤਾਂ ਟੇਬਲ ਦੇ ਉੱਤੇ ਨਜਿੱਠੀ ਜਾਣੀ ਹੈ। ਤੇ ਉੱਥੇ ਗਏ, ਤੇ ਉੱਥੇ ਜਾਣ ਤੋਂ ਬਾਅਦ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ, ਉਹਨਾਂ ਦਾ ਧੰਨਵਾਦ ਕਰਕੇ ਉਹਨਾਂ ਨੂੰ ਵਾਪਸ ਭੇਜੇਗਾ, ਨਿਕਲਿਆ ਕੁਛ ਵੀ ਨਹੀਂ। ਪਰ ਉਹਨਾਂ ਨੂੰ ਕੀ ਮਿਲਿਆ ਕਿ ਉਹਨਾਂ ਨੂੰ ਕਾਣੇ ਕਰਨ ਵਾਸਤੇ ਉਹ ਰਿਕਾਰਡ ਪੂਰਾ ਮਿਲ ਗਿਆ ਕਿ ਕਿਸੇ ਟਾਈਮ ਇਹਨਾਂ ਵਿੱਚੋਂ ਕੋਈ ਵੀ ਹੁਣ ਅੱਗੇ ਬੋਲੂਗਾ ਤਾਂ ਆਪਾਂ ਫੋਟੋਆਂ ਤੇ ਰਿਕਾਰਡ ਕੱਢ ਕੇ ਸਾਰੀ ਕਮਿਊਨਿਟੀ ਨੂੰ ਕਹਾਂਗੇ, ਆਹ ਦੇਖੋ ਜੀ ਤੁਹਾਡੇ ਆਗੂ ਤਾਂ ਪਹਿਲਾਂ ਹੀ ਗਦਾਰ ਬੈਠੇ ਨੇ, ਇਹ ਤਾਂ ਸਾਡੇ ਨਾਲ ਰਲੇ ਹੋਏ ਨੇ। ਸੋ ਇਹ
ਬਹੁਤ ਵੱਡੇ ਤੌਰ ਦੇ ਉੱਤੇ ਇਹ ਚੱਲਿਆ ਪਿੱਛੇ, ਤੇ ਹੁਣ ਵੀ ਜਿਸ ਨੂੰ ਵੀਜ਼ਾ ਦੀ ਕੋਈ ਪ੍ਰੋਬਲਮ ਆਉਂਦੀ ਆ ਉਹਨੂੰ ਇੰਟਰਵਿਊ ਵਾਸਤੇ ਸੱਦਿਆ ਜਾਂਦਾ ਆ। ਉਹਨੂੰ ਬੜੀ ਸਿੰਪਲ ਜੀ ਗੱਲ ਪੁੱਛੀ ਜਾਂਦੀ ਕਿ ਦੱਸ ਤੈਨੂੰ ਵੀਜ਼ਾ ਤਾਂ ਦੇ ਦਾਂਗੇ, ਪਰ ਘੱਟੋ ਘੱਟ ਇੰਨਾ ਦੱਸ ਦੇ ਕਿ ਫਲਾਣਾ ਬੰਦਾ ਗੁਰਦੁਆਰੇ 'ਚ ਕੀ ਕਰਦਾ ਹੈ, ਜਾਂ ਫਿਰ ਹੋਰ ਅੰਦਰ ਦੀਆਂ ਗੱਲਾਂ ਬਾਤਾਂ ਚੱਲ ਰਹੀ, ਮਾੜਾ ਜਿਹਾ ਸਾਨੂੰ ਦੱਸ ਦਿਆ ਕਰ। ਉਹ 'ਚ ਪਹਿਲਾਂ ਤਾਂ 80s 'ਚ ਇੰਨੇ ਕੁ ਨਾਲ ਹੀ ਕਈ ਜਾਣੇ ਮਤਲਬ ਮੰਨ ਜਾਂਦੇ ਸੀ ਕਿ ਤੈਨੂੰ ਪੇਟੀ ਸ਼ਰਾਬ ਦੀ ਮਿਲ ਜੂਗੀ, ਜਾਂ ਫਿਰ ਜਦੋਂ ਪੰਜਾਬ ਆਇਆ ਤੈਨੂੰ ਡਰਾਈਵਰ ਤੈਨੂੰ ਚੱਕਣ ਆਊਗਾ, ਫਲਾਣ ਧਮਕਾਣ। ਬਸ ਇਹ ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ। ਬੰਦਾ ਜਿਹੜਾ ਕਰਦਾ ਆ ਉਹਨੂੰ ਪਤਾ ਹੈ ਕਿ ਬਿਲਕੁਲ ਰਾਈਟ ਵੀ ਨਹੀਂ, ਪਰ ਮੈਂ ਕਿੱਡੀ ਕੁ ਗੱਦਾਰੀ ਕਰ ਰਿਹਾ ਆ, ਮਤਲਬ ਮੈਂ ਤਾਂ ਉਹੀ ਜਿਹੜੀ ਓਪਨ ਗੱਲ ਹੈਗੀ ਆ ਮੈਂ ਤਾਂ ਉਹੀ ਦੱਸ ਰਿਹਾ ਆ। ਬਟ ਉਹਨਾਂ ਨੂੰ ਵਰਤਿਆ ਜਾਂਦਾ ਆ ਤੇ ਉਹਨਾਂ ਦਾ ਨੈਟਵਰਕ ਇਸ ਤਰ੍ਹਾਂ ਵਿਸਥਾਰ ਨਾਲ ਉਹ ਸਪਰੈਡ ਹੁੰਦਾ ਆ। ਹੁਣ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਉਹ ਮੈਂ ਇਸ ਤਰ੍ਹਾਂ ਜਵਾਬ ਦਿੰਦਾ ਕਿ ਕੈਨੇਡਾ ਜਿਹੜਾ ਆ ਉਹ ਇਸ ਚੀਜ਼ ਨੂੰ ਹੁਣ ਸਮਝ ਚੁੱਕਾ ਹੈ ਕਿ ਇਸ ਤਰ੍ਹਾਂ ਇਹ ਗਤੀਵਿਧੀਆਂ ਚੱਲ ਰਹੀਆਂ ਨੇ। ਸੋ ਉਹਨਾਂ ਨੇ ਫਿਰ ਜਿਹੜੇ 6 ਕੌਂਸਲੇਟ ਤੋਂ ਬੰਦੇ ਕੱਢੇ ਸੀ, ਜਿਹੜਾ ਮੇਨ ਅੰਬੈਸਡਰ ਉਹ ਵੀ ਕੱਢਿਆ ਸੀ, ਉਹ ਇਸ ਕਰਕੇ ਕੱਢਿਆ ਸੀ ਕਿ ਉਹਨਾਂ ਦੀ ਸਰਵੇਲੈਂਸ ਹੋਈ ਸੀ ਪੂਰੀ ਤਰ੍ਹਾਂ। ਸਰਵੇਲੈਂਸ ਸਿਰਫ ਕੈਨੇਡਾ ਨੇ ਨਹੀਂ ਕੀਤੀ, ਅਮਰੀਕਾ ਤੇ ਫਾਈਵ ਆਈਜ਼ ਪਾਰਟਨਰਸ ਕੀਤੀ। ਇਹ ਸਿਗਨਲਸ ਇੰਟੈਲੀਜੈਂਸ ਨੂੰ ਕਿਹਾ ਜਾਂਦਾ ਹੈ, ਤੇ ਹੋਰ ਉਹਨਾਂ ਨੂੰ ਸਰਵੇਲ ਕਰਕੇ ਇਹ ਇਨਫੋਰਮੇਸ਼ਨ ਕੱਢੀ ਗਈ ਕਿ ਪੂਰੀ ਤਰ੍ਹਾਂ ਜਿਹੜਾ ਕ੍ਰਿਮੀਨਲ ਨੈਟਵਰਕ ਇੱਥੇ ਚੱਲ ਰਿਹਾ ਆ ਉਸ ਨੂੰ ਸੁਪਰਵਾਈਜ਼ ਕਰ ਰਹੇ ਨੇ, ਖਬਰਾਂ ਲੈ ਰਹੇ ਨੇ ਤੇ ਡਾਇਰੈਕਟ ਕਰ ਰਹੇ ਨੇ। ਤੇ ਜਸਟਿਨ ਟਰੂਡੋ ਨੇ ਇਹ ਏਡਾ ਵੱਡਾ ਸਟ੍ਰੈਂਡ ਕਿਉਂ ਲਿਆ? ਕਿਉਂਕਿ 2018 ਦੇ ਵਿੱਚ ਜਦੋਂ ਇੰਡੀਆ ਜਾਂਦੇ ਨੇ ਤਾਂ ਸਾਰੀ ਟ੍ਰਿਪ ਇੰਡੀਆ ਨੇ ਹੀ ਪਲੈਨਿੰਗ ਦੇ ਨਾਲ ਸੈਟਅਪ ਕੀਤੀ ਸੀ ਫੇਲੀਅਰ ਵਾਸਤੇ, ਕਿ ਜਸਟਿਨ ਟਰੂਡੋ ਬੇਵਕੂਫ ਲੱਗੇ ਤੇ ਸਿੱਖਾਂ ਦਾ ਅਕਸ ਜਿਹੜਾ ਆ ਉਹ ਇਹ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਖਰਾਬ ਹੋਵੇ। ਉਹਨਾਂ ਨੇ ਸਟੋਰੀਜ਼ ਇਸ ਤਰ੍ਹਾਂ ਦੀਆਂ ਪਲਾਂਟ ਕੀਤੀਆਂ, ਤੇ ਜਿਹੜਾ ਉੱਥੇ ਸੋ ਕਾਲਡ ਐਕਸਟ੍ਰੀਮਿਸਟ ਦੇ ਨਾਲ ਫੋਟੋ ਖਿਚਾਈ ਗਈ ਸੀ, ਉਹਦਾ ਨਾਂ ਤੁਹਾਨੂੰ ਸ਼ਾਇਦ ਯਾਦ ਹੋਊਗਾ, ਮੈਨੂੰ ਇਸ ਟਾਈਮ ਤੇ ਮੇਰੇ ਮਨ 'ਚ ਜਸਪਾਲ। ਹਾਂ ਉਹ ਜਿਹੜਾ ਸੀ ਉਸ ਨੂੰ ਵੀਜ਼ਾ ਕਿਸਨੇ ਦਿੱਤਾ ਇੰਡੀਆ ਜਾਣ ਵਾਸਤੇ? ਮਤਲਬ ਵੀਜ਼ਾ ਤਾਂ ਇੰਡੀਆ ਨੇ ਹੀ ਦਿੱਤਾ ਨਾ, ਨਾਲ ਜੇ ਗਿਆ ਤਾਂ ਵੀਜ਼ਾ ਤਾਂ ਇੰਡੀਆ ਨੇ ਦਿੱਤਾ, ਉਹਨਾਂ ਨੂੰ ਪਤਾ ਸੀ। ਸੋ ਨਾਲ ਉਹਨਾਂ ਨੇ ਜਸਪਾਲ ਅਟਵਾਲ ਨਾਲ ਫੋਟੋ ਖਿਚਾ ਕੇ ਉਹਨਾਂ ਨੇ ਸ਼ਰਾਰਤ ਕੀਤੀ, ਉਹ ਲੀਕ ਵੀ ਕੀਤੀ ਗਈ ਕੈਨੇਡੀਅਨ ਮੀਡੀਆ ਨੂੰ ਕਿ ਦੇਖੋ ਜੀ ਉਹ ਜਸਪਾਲ ਅਟਵਾਲ, ਜੇ ਤੁਸੀਂ ਉਹਦੇ ਨਾਲ ਗੱਲ ਕਰੋ ਅੱਜ ਸਾਰਿਆਂ ਨੂੰ ਪਤਾ ਹੈ ਕਿ ਉਹ ਤਾਂ ਹਿੰਦ ਸਰਕਾਰ ਦੀ ਗੱਲ ਕਰਦਾ ਹੈ, ਖਾਲਿਸਤਾਨ ਤਾਂ ਉਹ ਮਤਲਬ ਕੋਈ ਲੈਣ ਦੇਣ ਹੀ ਨਹੀਂ ਹੈਗਾ, ਉਹ ਇੱਕ ਬਹੁਤ ਲੋਇਲ ਭਾਰਤ ਮਾਤਾ ਦਾ ਸਪੂਤ ਬਣ ਚੁੱਕਾ ਹੈ। ਸੋ ਇਹ ਸਾਰਾ ਟ੍ਰਿਪ ਜਸਟਿਨ ਟਰੂਡੋ ਸਮਝ ਗਿਆ ਕਿ ਇਹ ਇੰਡੀਅਨ ਇੰਟੈਲੀਜੈਂਸ ਦਾ ਆਪਰੇਸ਼ਨ ਸੀ, ਤੇ ਇੱਥੇ ਕਿਸ ਤਰ੍ਹਾਂ ਉਹ ਇੰਟਰਫੀਅਰ ਕਰ ਰਹੇ ਨੇ ਉਹ ਸਮਝ ਗਿਆ। ਸੋ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟ ਵੀ ਜਿਹੜੀ ਪਹਿਲੀ 2018 ਚ ਸਾਈਨ ਹੋਈ ਸੀ, ਇਸ ਦਾ ਨਤੀਜਾ ਸੀ ਕਿ ਜਸਟਿਨ ਟਰੂਡੋ ਤੇ ਪ੍ਰੈਸ਼ਰ ਪਾਇਆ ਗਿਆ ਕਿ ਜੇ ਤੂੰ ਇੱਥੇ ਮਾੜਾ ਮੋਟਾ ਆਪਣਾ ਨੱਕ ਬਚਾ ਕੇ ਜਾਣਾ ਚਾਹੁੰਦਾ ਆ ਤਾਂ ਇਸ ਐਗਰੀਮੈਂਟ ਸਾਈਨ ਕਰ, ਨਹੀਂ ਤਾਂ ਤੈਨੂੰ ਹੋਰ ਜਲੀਲ ਕਰਾਂਗੇ, ਇੱਥੇ ਅਸੀਂ ਹੋਰ ਵੀ ਸਟੈਪ ਲਵਾਂਗੇ, ਬਿਲਕੁਲ ਤੇਰਾ ਡਿਜ਼ਾਸਟਰ ਹੋਊਗਾ। ਉਹਨੇ ਉਹ ਸਾਈਨ ਕਰਤਾ, ਤੇ ਹੁਣ ਕੈਨੇਡੀਅਨ ਜਿਹੜੀ ਐਸਟੈਬਲਿਸ਼ਮੈਂਟ ਆ ਅਨਫੋਰਚੂਨੇਟਲੀ ਇਹਦੇ ਚ ਟਰਨਓਵਰ ਜਿਹਨੂੰ ਕਹਿੰਦੇ ਆ ਨਾ, ਨਵੇਂ ਬੰਦੇ ਆਉਂਦੇ ਆ ਪੁਰਾਣੇ ਚਲੇ ਜਾਂਦੇ ਨੇ, ਇੰਸਟੀਟਿਊਸ਼ਨਲ ਮੈਮਰੀ ਵੀ ਖਤਮ ਹੋ ਜਾਂਦੀ ਆ। ਪਰ ਇੰਡੀਆ ਨੇ ਇੱਥੇ ਮਿਸਕੈਲਕੂਲੇਸ਼ਨ ਕੀਤੀ ਆ, ਕਿਉਂਕਿ ਹਲੇ ਇੰਨਾ ਸਮਾਂ ਤਾਂ ਹੋਇਆ ਨਹੀਂ, 5 ਸਾਲ 7 ਸਾਲ ਕੋਈ ਏਡੀ ਲੰਮਾ ਕੋਈ ਮਤਲਬ ਟਾਈਮ ਨਹੀਂ ਹੁੰਦਾ। ਪਰ ਹੁਣ ਇੰਡੀਅਨ ਮੀਡੀਆ ਨੇ ਇਹ ਖਬਰ ਲੀਕ ਕੀਤੀ ਸੀ, ਇੰਡੀਅਨ ਸਾਈਡ ਨੇ, ਕਿ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟ ਫਿਰ ਤੋਂ ਇੱਕ ਸਾਈਨ ਕੀਤੀ ਜਾਊਗੀ। ਹਾਲਾਂਕਿ ਕਿ ਇੰਡੀਆ ਨੂੰ ਇੱਥੇ ਇਨਵੀਟੇਸ਼ਨ ਬੜਾ ਇੱਕ ਲੇਟ ਗਿਆ, ਜੋ ਐਮਬੈਰਸਿੰਗ ਹੋਣਾ ਚਾਹੀਦਾ ਆ। ਤੇ ਦੂਸਰਾ ਜਿਹੜਾ ਏਜੰਡਾ ਦੇਖਦੇ G7 ਦਾ ਪਹਿਲਾ ਨੰਬਰ ਤਾਂ ਇਹ ਆ ਕਿ ਫੋਰਨ ਇੰਟਰਫੀਅਰੈਂਸ ਬਾਰੇ। ਸੋ ਇੰਡੀਆ ਨੂੰ ਤਾਂ ਇੱਥੇ ਹੰਬਲ ਹੋ ਕੇ ਮਤਲਬ ਆਪਣੀ ਥੋੜੀ ਜੀ ਨਿਮਰਤਾ ਦੇ ਨਾਲ ਬੈਠ ਕੇ ਝਿੜਕਾਂ ਸਹਿਣੀਆਂ ਪੈਣੀਆਂ ਨੇ ਕਿ ਤੁਸੀਂ ਇਹ ਕੀਤਾ ਕੀ ਆ, ਹੋਰ ਕੰਟਰੀਆਂ ਆਸਟ੍ਰੇਲੀਆ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ ਤੁਸੀਂ ਕੀ ਕੀਤਾ ਆ। ਪਰ ਉਹਨਾਂ ਨੇ ਆਪਣੀ ਸਟਰੈਂਥ ਦਿਖਾਉਣ ਵਾਸਤੇ ਇਹ ਖਬਰ ਲੀਕ ਕਰਤੀ ਕਿ ਦੇਖੋ ਜੀ ਅਸੀਂ ਕੈਨੇਡਾ ਨੂੰ ਮਨਾਤਾ, ਹੁਣ ਤਾਂ ਫੇਰ ਖਾਲਿਸਤਾਨੀ ਨੂੰ ਭਾਜਣਾ ਪੈਣਗੀਆਂ। ਇੱਥੇ ਤੱਕ ਕਿ ਪ੍ਰਾਈਮ ਮਿਨਿਸਟਰ ਦੇ ਆਫਿਸ ਨੇ ਫਿਰ ਉਚੇਚੇ ਫੋਨ ਕੀਤੇ ਕਿ ਮੀਡੀਆ ਨੂੰ ਗਏ ਫੋਨ ਕਿ ਤੁਸੀਂ ਇਹ ਗਲਤ ਖਬਰ ਲਾਤੀ ਆ, ਇਸ ਨੂੰ ਕਰੈਕਟ ਕਰੋ। ਤੇ ਹੁਣ ਪਬਲਿਕ ਸੇਫਟੀ ਮਿਨਿਸਟਰ ਜੋ ਗਏ ਆਨੰਦ ਸਾਗਰੀ ਆ, ਉਹਨੇ ਵੀ ਖੁੱਲੇ ਤੌਰ ਤੇ ਕਹਿ ਤਾ ਕਿ ਨਹੀਂ, ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ। ਸੋ ਇੰਡੀਆ ਜਿਹੜਾ ਸਤਿਆਮੇਵ ਜਾਇਤੇ ਦੇ ਨਾਅਰੇ ਦੇ ਉੱਤੇ ਆਪਣਾ ਸਭ ਕੁਝ ਕਰਦਾ ਆ, ਉਹ ਚ ਸਤਿਆਮੇਵ ਜਾਇਤੇ ਤਾਂ ਦੂਰ ਦੀ ਗੱਲ, ਤਾਂ ਮਾੜਾ ਮੋਟਾ ਵੀ ਸੱਚ ਹੈ ਨਹੀਂਗਾ, ਬਿਲਕੁਲ ਸਭ ਕੁਝ ਝੂਠਾ ਹੁੰਦਾ ਹੈ, ਪ੍ਰੋਪਾਗੈਂਡਾ ਹੁੰਦਾ ਹੈ। ਸੋ ਇਹ ਗੱਲ ਵੀ ਹੁਣ ਮਤਲਬ ਸਪਸ਼ਟ ਹੋ ਗਈ ਆ ਕਿ ਇੱਕ ਪ੍ਰੋਪਾਗੈਂਡਾ ਇੱਕ ਆਪਰੇਸ਼ਨ ਸੀ,
ਜਿਹੜਾ ਫੇਲ ਹੋ ਚੁੱਕਾ। ਜੀ। ਸੋ ਸਰੋਤਿਓ ਦਰਸ਼ਕੋ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਦਿਲ ਦੀਆਂ ਗੱਲਾਂ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ। ਮੇਰੇ ਨਾਲ ਗੱਲਬਾਤ ਕਰ ਰਹੇ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਲੀਗਲ ਕੌਂਸਲ ਸਰਦਾਰ ਬਲਪ੍ਰੀਤ ਸਿੰਘ ਜੀ। ਸੋ ਅਸੀਂ ਕੈਨੇਡਾ ਦੇ ਮੌਜੂਦਾ ਹਾਲਾਤਾਂ ਬਾਰੇ ਜਿਹੜਾ ਉਹ ਗੱਲਬਾਤ ਕਰ ਰਹੇ ਹਾਂ, ਤੇ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਕ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਨੂੰ ਤੁਸੀਂ ਸ਼ੇਅਰ ਵੀ ਜ਼ਰੂਰ ਕਰੋ ਜੇ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਗੱਲਬਾਤ ਆ ਇਹ ਵੱਧ ਤੋਂ ਵੱਧ ਜਿਹੜਾ ਇਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਕਿ ਕਿਵੇਂ ਕੈਨੇਡਾ ਦੇ ਵਿੱਚ ਜਿਹੜੇ ਲੋਕ ਨੇ ਕਿਹਨਾਂ ਹਾਲਾਤਾਂ ਦੇ ਵਿੱਚੋਂ ਇਸ ਵਕਤ ਗੁਜ਼ਰ ਰਹੇ ਨੇ। ਸੋ ਤੁਸੀਂ ਇਸ ਪ੍ਰੋਗਰਾਮ ਨੂੰ ਸ਼ੇਅਰ ਵੀ ਜ਼ਰੂਰ ਕਰੋ। ਜਿਹੜੇ ਵੀ ਗੈਜਟ ਤੁਸੀਂ ਦੇਖ ਰਹੇ ਹੋ, ਤੁਸੀਂ ਸਾਨੂੰ TV84 ਦੇ ਚੈਨਲ ਤੋਂ ਵੀ ਵੇਖ ਰਹੇ ਹੋ, ਤੁਸੀਂ ਸਾਨੂੰ TV84.tv ਵੈਬਸਾਈਟ ਤੋਂ ਦੇਖ ਰਹੇ ਹੋ, TV84 ਦੀ ਐਪ ਤੋਂ ਵੇਖ ਰਹੇ ਹੋ, ਔਰ YouTube, Facebook, Instagram ਸਾਰੇ ਹੀ ਤਕਰੀਬਨ ਮੀਡੀਆ ਪਲੇਟਫਾਰਮਸ ਦੇ ਉੱਤੇ ਜਿਹੜਾ ਤੁਸੀਂ ਸਾਨੂੰ ਇਸ ਵਕਤ ਦੇਖ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਵੀ ਕਰੋ ਤੇ ਆਪਣੇ ਸੁਝਾਅ ਵੀ, ਤੇ ਸਟੂਡੀਓ ਦੀ ਹੁਣ ਲਾਈਨ ਵੀ ਖੁੱਲੀ ਜੇ ਕਿ ਤੁਹਾਡਾ ਸੁਝਾਅ ਹੋਵੇ ਸੀਰੀਅਸ ਨੋਟ ਦੇ ਉੱਤੇ, ਜਾਂ ਤੁਸੀਂ ਕੋਈ ਕੁਐਸਚਨ ਕਰਨਾ ਹੋਵੇ ਤਾਂ 514 476 84 84 ਤੇ ਤੁਸੀਂ ਸਾਨੂੰ ਸਿੱਧੀ ਕਾਲ ਜਾਂ WhatsApp ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਕਾਲ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਮੈਸੇਜ ਵੀ WhatsApp ਤੇ ਸਾਨੂੰ ਕਰ ਸਕਦੇ ਹੋ। ਅਸੀਂ ਤੁਹਾਡਾ ਮੈਸੇਜ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਰਦਾਰ ਬਲਪ੍ਰੀਤ ਸਿੰਘ ਜੀ, ਹੁਣ ਅੱਗਿਓਂ ਗੱਲ ਇਹ ਆ ਜਾਂਦੀ ਆ ਕਿ ਜਦੋਂ ਇੰਨਾ ਕੁਝ ਸਾਰਾ ਹੋ ਰਿਹਾ, ਉਹਦੇ ਬਾਵਜੂਦ ਵੀ ਇੱਕ ਸਿੱਖਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਵੋਟ ਬੈਂਕ ਨੂੰ ਪ੍ਰਭਾਵਿਤ ਕਰਦਾ। ਪਰ ਜਦੋਂ ਅਸੀਂ ਪੋਲੀਟੀਸ਼ੀਅਨਸ ਦੀ ਗੱਲ ਕਰਦੇ ਹਾਂ, ਤੁਸੀਂ ਖੁੱਲ ਕੇ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਕਿਹੜੇ ਉਹ ਪਾਰਲੀਮੈਂਟੇਰੀਅਨਸ ਨੇ ਜਿਨ੍ਹਾਂ ਨੇ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਇੱਕ ਜਿਹੜਾ ਸਟਰੋਂਗ ਹੈ, ਗੋਲਮੋਲ ਦੀ ਕੋਈ ਸਟਰੋਂਗ ਸਟੈਂਡ ਲਿਆ, ਜਿਹੜੇ ਇਕੱਲੇ ਕੈਨੇਡਾ ਦੇ ਸਿੱਖਾਂ ਦੇ ਨਹੀਂ ਬਲਕਿ ਕੈਨੇਡੀਅਨ ਸਿਟੀਜ਼ਨਸ ਦੇ ਹੱਕ ਦੇ ਵਿੱਚ ਜਿਹੜਾ ਸਟੈਂਡ ਲਾਣਾ ਬਣਦਾ ਸੀ ਉਹ ਖੜੇ ਨੇ ਉੱਤੇ। ਤੇ ਜਾਂ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਪੁੱਛੂੰਗਾ ਕਿ ਜਿਹੜਾ ਰੈਲੀ ਦੇ ਵਿੱਚ ਵੀ ਜਿਹੜਾ ਬ੍ਰਿਟਿਸ਼ ਗੁਰਦੁਆਰਾ ਕੌਂਸਲ ਦੇ ਨੁਮਾਇੰਦੇ ਸਰਦਾਰ ਮਨਿੰਦਰ ਸਿੰਘ ਉਹਨਾਂ ਨੇ ਵੀ ਇੱਕ ਗੱਲ ਜਿਹੜੀ ਆ ਉੱਥੇ ਸਾਂਝੀ ਕੀਤੀ ਸੀ, ਜਿਹੜੀ ਕਿ ਅਚੰਭਾਯੋਗ ਸੀ ਗੱਲ, ਜਿਹੜੀ ਅਚੰਭੇ ਵਿੱਚ ਪਾ ਦੇਣ ਵਾਲੀ ਗੱਲ ਸੀ ਕਿ ਜਦੋਂ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਸਿੱਖ MPs ਦੇ ਨਾਲ ਗੱਲਬਾਤ ਕੀਤੀ ਹੈ ਕਿ ਭਾਈ ਤੁਸੀਂ ਕੀ ਕਰ ਰਹੇ ਹੋ, ਤੇ ਉਹਨਾਂ ਨੇ ਤਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਸਾਡਾ ਤਾਂ ਇਹ ਮੁੱਦਾ ਹੀ ਨਹੀਂ ਹੈ, ਸਾਡੇ ਤਾਂ ਲੀਡਰ ਨੇ ਸਟੈਂਡ ਲੈ ਲਿਆ ਤੇ ਸਾਨੂੰ ਉਹਦੇ ਮਗਰ ਖਲੋਣਾ ਪਿਆ, ਅਸੀਂ ਤਾਂ ਇਹਨੂੰ ਮੁੱਦਾ ਹੀ ਨਹੀਂ ਸਮਝਦੇ। ਸੋ ਇੱਥੇ ਦੱਸਿਓ, ਹੁਣ ਐਸੇ ਹਾਲਾਤਾਂ ਦੇ ਵਿੱਚ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਿੱਥੇ ਬਹੁਤ ਥੋੜੀ ਪਾਪੂਲੇਸ਼ਨ ਆ ਔਰ ਕੁਝ ਪਾਰਲੀਮੈਂਟ ਦੀਆਂ ਸੀਟਾਂ ਤਾਂ ਕੁਝ ਵੋਟਾਂ ਤੋਂ ਜਾਂ ਇੱਕ ਦੋ ਵੋਟਾਂ ਦੇ ਫਰਕ ਨਾਲ ਵੀ ਇੱਧਰ ਉੱਧਰ ਹੋਈਆਂ ਨੇ, ਇਹੋ ਜਿਹੇ ਵਿੱਚ ਸਿੱਖਾਂ ਵਰਗੀ, ਹੁਣ ਸਿੱਖ ਸ਼ਬਦ ਸਾਨੂੰ ਤਾਂ ਕਹਿਣਾ ਪੈ ਰਿਹਾ, ਵੈਸੇ ਤਾਂ ਇਹ ਜਿਹੜੀ ਗੱਲ ਸੀ ਇਹ ਕੈਨੇਡੀਅਨ ਸਿਟੀਜ਼ਨਸ ਦੇ ਤੌਰ ਤੇ ਹੀ ਕਰਨੀ ਚਾਹੀਦੀ ਸੀ, ਪਰ ਜਦੋਂ ਉਸ ਗੱਲ ਨੂੰ ਵੈਲਿਊ ਨਹੀਂ ਦਿੱਤੀ ਜਾ ਰਹੀ ਤੇ ਸਾਨੂੰ ਹੁਣ ਇਹ ਸੋਚਣਾ ਪੈਣਾ ਕਿ ਸਾਡਾ ਜਿਹੜਾ ਵੋਟ ਬੈਂਕ ਆ ਸਿੱਖਾਂ ਦਾ, ਜਿਹੜਾ 35-40 ਸੀਟਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ, ਔਰ ਉਸ ਤੋਂ ਇਲਾਵਾ 25-30 ਸੀਟਾਂ ਹੋਰ ਹੋਣੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਆ ਉਹ ਨਿਭਾਉਂਦਾ। ਸੋ ਇਹਦੇ ਬਾਵਜੂਦ ਵੀ ਇਹ ਸਾਰਾ ਕੁਛ ਆ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਸੁਣਵਾਈ ਸਾਡੀ ਕਿੰਨੀ ਕੁ ਹੋ ਰਹੀ ਹੈ ਜਾਂ ਸਾਡੇ 'ਚ ਕੋਈ ਘਾਟ ਹੈ ਜੀ। ਸੋ ਇਹਦੇ 'ਚ ਅਹਿਮ ਜਿਹੜਾ ਇੱਕ ਮੁੱਦਾ ਆਪਾਂ ਡਿਸਕਸ ਕਰਨਾ ਸਾਡਾ ਬਣਦਾ ਆ ਉਹ ਇਹ ਆ ਕਿ ਜਦੋਂ ਆਤੀ ਹੋ ਜਾਂਦੀ ਆ ਨਾ ਤਾਂ ਫਿਰ ਇਹ ਮੈਂਸ਼ਨ ਕਰਨਾ ਬਣਦਾ ਆ ਕਿ ਸਰਦਾਰ ਜਗਮੀਤ ਸਿੰਘ ਜੋ NDP ਦੇ ਲੀਡਰ ਸੀ, ਇਹ ਖਬਰ ਆਈ ਸੀ ਕਿ ਉਹਨਾਂ ਨੂੰ ਡਿਊਟੀ ਟੂ ਵਾਰਨ ਮਿਲੀ ਆ, ਤੇ ਡਿਊਟੀ ਟੂ ਵਾਰਨ ਜਿਹੜੀ ਆ ਉਹ ਉਸ ਟਾਈਮ ਤੇ ਦਿੱਤੀ ਜਾਂਦੀ ਆ ਜਦੋਂ ਤੁਹਾਡੀ ਜਾਨ ਨੂੰ ਖਤਰਾ ਹੋਵੇ। ਸੋ ਇਹ ਜਾਨ ਨੂੰ ਖਤਰਾ ਕਿਸ ਤਰ੍ਹਾਂ ਉਹ ਮਹਿਸੂਸ ਕਰ ਰਹੇ ਸੀ ਕੈਨੇਡੀਅਨ ਇੰਟੈਲੀਜੈਂਸ ਸਿਕਿਉਰਿਟੀ ਕਿ ਲਾਰੈਂਸ ਬਿਸ਼ਨੋਈ ਨਾਲ ਐਸੋਸੀਏਟਡ ਇੱਕ ਜਿਹੜਾ ਐਕਟਰ ਆ ਜੋ ਇੰਡੀਅਨ ਏਜੰਟ ਮੰਨਿਆ ਜਾਂਦਾ ਸੀ, ਉਹ ਸਰਦਾਰ ਜਗਮੀਤ ਸਿੰਘ ਦੀ ਉਸ ਸਰਵੇਲੈਂਸ ਕਰ ਰਿਹਾ ਸੀ। ਨਾ ਸਿਰਫ ਜਗਮੀਤ ਸਿੰਘ ਦੀ, ਫੈਮਿਲੀ ਦੀ, ਉਹਨਾਂ ਦੇ ਐਸੋਸੀਏਟਸ ਦੀ ਸਰਵੇਲੈਂਸ ਚੱਲ ਰਹੀ ਸੀ, ਤੇ ਉਹਨਾਂ ਨੇ ਇਹ ਜਾਂ ਕੱਢਿਆ ਕਿ ਉਸ ਦੀ ਜਾਨ ਖਤਰੇ 'ਚ ਆ, ਤੇ ਉਹਨੂੰ ਇੱਕ ਸਿਕਿਉਰਿਟੀ ਡੀਟੇਲ ਦਿੱਤਾ ਗਿਆ ਜਿਹੜਾ ਪਹਿਲਾਂ ਡਿਸਕ੍ਰਾਈਬ ਕੀਤਾ ਗਿਆ ਆ ਕਿ ਬਹੁਤ ਮਤਲਬ ਡੀਟੇਲਡ ਸਿਕਿਉਰਿਟੀ ਦੇ ਨਾਲ ਉਸਨੂੰ ਮਤਲਬ ਬਚਾਉਣ ਦੀ ਕੋਸ਼ਿਸ਼ ਕੀਤੀ। ਸੋ ਇਹ ਇੱਕ ਪੋਲੀਟੀਕਲ ਲੀਡਰ ਆ। ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਇਮੈਜਿਨ ਕਰੋ ਪੀਅਰ ਪੋਲੀਐਵਰ ਨੂੰ ਇਰਾਨ ਜਿਹੜਾ ਆ ਉਹ ਮਾਰਨ ਦੀ ਕੋਸ਼ਿਸ਼ ਕਰੇ। ਸਾਨੂੰ ਲੱਗਦਾ ਹੈ ਕਿ ਫਿਰ ਆਪਾਂ ਅਗਲੇ ਹਫ਼ਤੇ ਇਰਾਨ ਦੇ ਜਿਹੜੇ ਲੀਡਰ ਨੇ ਉਹ ਅਸੀਂ ਇੱਥੇ ਮਤਲਬ ਸੱਦਾਂਗੇ ਕਿ ਆਓ ਜੀ ਆਪਾਂ ਮੀਟਿੰਗਾਂ ਕਰੀਏ, ਹੋ ਹੀ ਨਹੀਂ ਸਕਦਾ। ਫਿਰ ਸਿੱਖਾਂ ਨੂੰ ਇਸ ਤਰ੍ਹਾਂ ਸੈਕੰਡ ਕਲਾਸ ਸਿਟੀਜ਼ਨ ਕਿਉਂ ਮੰਨਿਆ ਜਾਂਦਾ ਆ ਕਿ
ਸਿੱਖ ਦੀ ਜਾਨ ਜਿਹੜੀ ਆ ਉਹ ਕੋਈ ਏਡੀ ਖਾਸ ਮਿਹਣਾ ਨਹੀਂ ਰੱਖਦੀ। ਮਤਲਬ ਘੱਟੋ ਘੱਟ ਜੀ 3 ਕਤਲ ਇੱਥੇ ਹੋਏ ਨੇ। ਆਪਾਂ ਜੇ ਜਿਹੜਾ ਇੱਥੇ ਪਿਛਲੇ ਮਹੀਨੇ ਮਿਸਿਸਾਗਾ ਦੇ ਵਿੱਚ ਹੋਇਆ ਉਹ ਜੇ ਵਿੱਚ ਲੈ ਲਈ ਫਿਰ 4 ਮੰਨ ਸਕਦੇ ਆ। ਤੇ ਜੀ ਲੀਡਰ ਜਿਹੜਾ ਇੱਕ ਵੱਡੀ ਪਾਰਟੀ ਦਾ ਫੈਡਰਲ ਲੀਡਰ, ਉਹਨੂੰ ਮਾਰਨ ਦੀ ਕੋਸ਼ਿਸ਼ ਆਪਾਂ ਜੇ ਲੈ ਲਈਏ ਤਾਂ ਫਿਰ ਘਾਟ ਕੀ ਆ? ਘਾਟ ਮੈਂ ਤੁਹਾਨੂੰ ਇਹੀ ਦੱਸ ਦਿੰਦਾ ਆ, ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਮਾਫ ਕਰਨਾ, ਅਸੀਂ ਇੱਕ ਗੁਲਾਮ ਲੋਕ ਆ। ਸਾਡੇ ਕੋਈ ਪਿੱਛੇ ਗੁਰੂ ਤੋਂ ਸਿਵਾਏ ਨਹੀਂ ਖੜਾ। ਹਾਂ, ਗੁਰੂ ਤੋਂ ਵੱਧ ਕੋਈ ਹੈ ਵੀ ਨਹੀਂ, ਸੋ ਐਡੀ ਕੋਈ ਗੱਲ ਫਿਕਰ ਵਾਲੀ ਹੈ ਨਹੀਂ। ਪਰ ਸਾਡਾ ਕੋਈ ਦੇਸ਼ ਨਹੀਂ ਹੈਗਾ। ਜਿਸ ਤਰ੍ਹਾਂ ਜਿਊਆਂ ਦੇ ਪਿੱਛੇ ਇਜ਼ਰਾਈਲ ਖੜਾ ਆ, ਹਿੰਦੂਆਂ ਦੇ ਪਿੱਛੇ ਇੰਡੀਆ ਖੜਾ ਆ, ਸਾਡੇ ਪਿੱਛੇ ਕੋਈ ਦੇਸ਼ ਇਸ ਤਰ੍ਹਾਂ ਨਹੀਂ ਖੜਾ। ਸੋ ਸਾਡੀ ਜਿਹੜੀ ਜਾਨ ਆ ਕੋਈ ਇੰਨੀ ਵੈਲਿਊ ਮੈਂ ਨਹੀਂ ਕਹਿ ਸਕਦਾ ਇੱਥੇ ਸਮਝੀ ਜਾਂਦੀ ਹੈ। ਸੋ ਜਦੋਂ ਪਬਲਿਕ ਦੇ ਵਿੱਚ ਇਹ ਗੱਲ ਜਾਂਦੀ ਆ ਤਾਂ ਉਹ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ ਕਿ ਇੰਡੀਆ ਤਾਂ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਆ ਤੇ ਖਾਲਿਸਤਾਨੀ ਲੋਕ ਗੈਂਗਸਟਰ ਨੇ, ਡਰੱਗੀ ਨੇ, ਤੇ ਆਪਸ 'ਚ ਇਹ ਜਦੋਂ ਮਰਦੇ ਵੀ ਹੋਣ ਤਾਂ ਇਹ ਡਿਜ਼ਰਵ ਕਰਦੇ ਸੀਗੇ ਕਿਉਂਕਿ ਇੰਡੀਆ ਨਾਲ ਨੇ ਟੱਕਰ ਲਈ ਆ। ਤੇ ਇੰਡੀਆ ਤਾਂ ਬਿਜ਼ਨਸ ਬਹੁਤ ਕਰ ਸਕਦਾ। ਹਾਲਾਂਕਿ ਚਾਈਨਾ ਤੇ ਇੰਡੀਆ 'ਚ ਫਰਕ ਆ। ਇੰਡੀਆ ਦੇ ਵਿੱਚ ਹਰੇਕ 5 ਸਾਲਾਂ ਬਾਅਦ ਇਲੈਕਸ਼ਨਾਂ ਹੁੰਦੀਆਂ ਨੇ ਨਾ, 5 ਸਾਲਾਂ ਬਾਅਦ ਇਹਨਾਂ ਦੇ ਲੀਡਰ ਵੀ ਬਦਲਦੇ ਨੇ ਤੇ ਇਹਨਾਂ ਦਾ ਸਾਰਾ ਫੋਕਸ ਇਹ ਹੁੰਦਾ ਹੈ ਕਿ ਅਗਲੀ ਇਲੈਕਸ਼ਨ ਆਪਾਂ ਕਿਸ ਤਰ੍ਹਾਂ ਜਿੱਤਣੀ ਹੈ। ਇਹ ਨਹੀਂ ਕਿ ਇਕਨੋਮੀ ਆਪਾਂ ਸਟਰੋਂਗ ਕਰਨੀ ਹੈ ਅਗਲੇ 25 ਸਾਲ, ਅਗਲੇ 50 ਸਾਲ। ਉਹਨਾਂ ਨੇ ਇਹੀ ਸੋਚਣਾ 5 ਸਾਲ ਸਾਨੂੰ ਵੋਟਾਂ ਫੇਰ ਪੈਣੀਆਂ ਨੇ, ਵੋਟਾਂ ਕਿਸ ਤਰ੍ਹਾਂ ਸਾਨੂੰ ਮਿਲਣਗੀਆਂ। ਇਕਨੋਮੀ ਇਹਨਾਂ ਦੀ ਸਟਰੋਂਗ ਹੋਣੀ ਬੜੀ ਮੁਸ਼ਕਿਲ ਆ। ਸੋ ਇਹ ਭੁਲੇਖਾ ਆ ਉਹਨਾਂ ਨੂੰ, ਪਰ ਕੋਈ ਗੱਲ ਨਹੀਂ, ਹੌਲੀ ਹੌਲੀ ਨਿਕਲ ਜੂਗਾ। ਇੰਡੀਆ ਆਪਣਾ ਕਾਰਡ ਬਹੁਤ ਸੋਹਣਾ ਪਲੇ ਕਰ ਰਿਹਾ ਇਸ ਪੱਖ ਤੋਂ ਕਿ ਉਹ ਦਿਖਾਉਣਾ ਚਾਹੁੰਦੇ ਨੇ ਕਿ ਸਾਡੇ ਲੋਕ ਇੰਨੇ ਨੇ। ਉਹਨਾਂ ਦੇ ਲੋਕ ਤਾਂ ਗਰੀਬੀ 'ਚ ਰੁਲ ਰਹੇ ਨੇ। ਮਤਲਬ ਇਕਨੋਮੀ ਤਾਂ ਜੇ ਕਾਹਦੇ ਸਿਰ ਤੇ ਆਪਾਂ ਦੇਖ ਲਈਏ ਨਾ, 1.5 ਬਿਲੀਅਨ ਦੀ ਇਹਨਾਂ ਦੀ ਪੋਪੂਲੇਸ਼ਨ ਆ। ਆਬਵੀਅਸਲੀ ਉਹਨਾਂ ਦੀ ਇਕਨੋਮੀ ਮਤਲਬ ਕੰਪੈਰੇਟਿਵਲੀ ਵੱਡੀ ਹੋਣੀ ਹੈ, ਪਰ ਕੰਪੇਅਰ ਟੂ ਪਰ ਕੈਪੀਟਾ 'ਚ ਦੇਖੀਏ ਕੋਈ ਏਡੀ ਗੱਲਬਾਤ ਨਹੀਂ ਹੈਗੀ ਉਹਨਾਂ ਦੀ। ਮਤਲਬ ਐਮਬੈਰਸਿੰਗਲੀ ਬੈਡ ਹੈ। ਬਿਲਕੁਲ। ਸੋ ਜਦੋਂ ਇਹ ਗੱਲ ਹੁੰਦੀ ਹੈ ਇੱਥੇ ਕੈਨੇਡਾ ਦੇ ਵਿੱਚ, ਲੋਕੀ ਪ੍ਰਭਾਵਿਤ ਹੁੰਦੇ ਨੇ, ਕਹਿੰਦੇ ਨੇ ਨਹੀਂ ਸਿੱਖਾਂ ਨਾਲ ਇਗਨੋਰ ਕੀਤਾ ਜਾਏ। ਪਰ ਹੁਣ ਜਿਹੜੇ ਸਾਡੇ ਉੱਥੇ MP ਬੈਠੇ ਨੇ, ਕਿਉਂਕਿ ਸਿੱਖਾਂ ਦੀ ਗਿਣਤੀ ਕੈਨੇਡਾ ਦੇ ਵਿੱਚ 1 ਮਿਲੀਅਨ ਟੱਪ ਚੁੱਕੀ ਹੈ। ਹਾਂ, ਪਿਛਲੇ ਅੰਕੜਿਆਂ ਅਨੁਸਾਰ 8 ਲੱਖ ਆ, ਪਰ ਇਹ 1 ਬਿਲੀਅਨ ਤੋਂ ਘੱਟ ਨਹੀਂ ਹੈਗਾ। ਸੋ 1 ਬਿਲੀਅਨ ਤੋਂ ਬਾਅਦ ਇਹਦਾ ਇਹ ਮਤਲਬ ਆ ਕਿ ਅਸੀਂ ਕਈ ਸੀਟਾਂ ਨੂੰ ਆਪਾਂ ਟਰਨ ਕਰ ਸਕਦੇ ਹਾਂ। ਤਕਰੀਬਨ 2.5% 2.5% ਤਾਂ ਸਾਡਾ ਬਣਦਾ ਹੀ ਹੈ ਪਾਪੂਲੇਸ਼ਨ ਦਾ ਹਿੱਸਾ। ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਕਈ ਸੀਟਾਂ ਸੀ ਪਿਛਲੀ ਇਲੈਕਸ਼ਨ ਜਿਹੜੀਆਂ ਮਤਲਬ 10, 5 ਮਤਲਬ 100, 200 ਵੱਧ ਤੋਂ ਵੱਧ ਵੋਟਾਂ ਦੇ ਨਾਲ ਡਿਸਾਈਡ ਹੋਈਆਂ। ਤੇ ਜਿਹੜਾ ਜਸਟਿਨ ਟਰੂਡੋ ਨੇ ਸਿੱਖਾਂ ਵਾਸਤੇ ਸਟੈਂਡ ਲਿਆ ਸੀ, ਜਿਹੜੀ ਪੰਥਕ ਵੋਟ ਸੀ, ਉਹ ਲਿਬਰਲ ਪਾਰਟੀ ਨੂੰ ਗਈ। ਹਾਲਾਂਕਿ ਜੇ ਆਪਾਂ ਗੱਲ ਕਰੀਏ ਇਕਨੋਮਿਕ ਪਾਲਿਸੀ ਜਿਹੜੀਆਂ ਨੇ ਉਹ ਕੰਜ਼ਰਵੇਟਿਵ ਦੀਆਂ ਮਾੜੀਆਂ ਨਹੀਂ ਸੀਗੀਆਂ, ਸਗੋਂ ਆਮ ਫੈਮਲੀਆਂ ਵਾਸਤੇ ਚੰਗੀਆਂ ਹੀ ਸੀ। ਪਰ ਸਿੱਖਾਂ ਨੇ ਜਿਹੜੇ ਇੱਕ ਸੋਚ ਰੱਖਦੇ ਨੇ, ਲਿਬਰਲ ਪਾਰਟੀ ਨੂੰ ਇਸ ਕਰਕੇ ਵੋਟ ਪਾਈ ਕਿ ਇਹਨਾਂ ਨੇ ਸਾਡੇ ਵਾਸਤੇ ਖੜੇ ਹੋਏ ਨੇ, ਅਸੀਂ ਇਹਨਾਂ ਵਾਸਤੇ ਵੀ ਖੜੇ ਹੋਵਾਂਗੇ। ਪਰ ਜਦੋਂ ਹੁਣ ਇਹ ਸਮਝਦੀ ਆ ਕਿ ਲਿਬਰਲ ਪਾਰਟੀ ਵੀ ਸਾਡੇ ਵਾਸਤੇ ਜੇ ਨਹੀਂ ਖੜੀ ਹੁੰਦੀ, ਕੰਜ਼ਰਵੇਟਿਵ ਆਪੋਜੀਸ਼ਨ 'ਚ ਬੈਠੇ ਨੇ, ਆਪੋਜੀਸ਼ਨ ਪਾਰਟੀ ਦਾ ਇਹ ਹੁੰਦਾ ਹਰੇਕ ਫੈਸਲਾ ਚੰਗਾ ਮਾੜਾ ਉਹਨਾਂ ਨੇ ਉਸ ਨੂੰ ਅਪੋਜ਼ ਕਰਨਾ ਹੁੰਦਾ ਆ। ਇਹਨਾਂ ਦਾ ਪਹਿਲਾਂ ਹੀ ਦਸਤੂਰ ਬਣਿਆ। ਇਹ ਤਾਂ ਮੈਂ ਬਹੁਤ ਦੇਖਿਆ, ਜਿਹੜੀ ਗੱਲ ਚੰਗੀ ਵੀ ਹੁੰਦੀ ਆ ਨਾ ਉਹਦੇ ਵਿੱਚ ਵੀ ਉਹ ਨੁਕਸ ਕੱਢ ਦਿੰਦੇ ਨੇ ਕਿ ਅਨਫ ਨਹੀਂ ਹੋਇਆ, ਇਹ ਤਾਂ ਬਹੁਤ ਥੋੜਾ ਸੀ। ਪਰ ਪੀਅਰ ਪੋਲੀਐਵਰ ਨੇ ਇਹ ਕਿਹਾ ਕਿ ਨਹੀਂ, ਇੰਡੀਆ ਨੂੰ ਸੱਦਣਾ ਤਾਂ ਬਹੁਤ ਚੰਗਾ ਕੀਤਾ, ਇਹ ਤਾਂ ਹੋਣਾ ਹੀ ਸੀ। ਸੋ NDP ਇੱਕ ਪਾਰਟੀ ਹੈਗੀ ਹੈ ਜਿਹੜੀ ਤਕਰੀਬਨ 7 ਸੀਟਾਂ ਉਹਨਾਂ ਦੀ ਰਹਿ ਗਈਆਂ। ਉਹਨਾਂ ਨੇ ਖੁੱਲ ਕੇ ਇਸ ਚੀਜ਼ ਦਾ ਵਿਰੋਧ ਕੀਤਾ ਹੈ। ਜੈਨੀ ਕੁਆਨ, ਹੈਦਰ ਮੈਕਫੇਰਸਨ, ਇਹਨਾਂ ਨੇ ਪਾਰਲੀਮੈਂਟ 'ਚ ਖੜ ਕੇ ਇਸ ਚੀਜ਼ ਨੂੰ ਅਪੋਜ਼ ਕੀਤਾ ਹੈ। ਤੇ ਲਿਬਰਲ ਸਾਈਡ ਤੇ ਆਪਾਂ ਜੇ ਦੇਖੀਏ, ਸੁਖ ਧਾਲੀਵਾਲ ਜੋ ਕਿ ਹਰੇਕ ਮੁੱਦੇ ਵਿੱਚ ਸਿੱਖਾਂ ਨਾਲ ਖੜੇ ਹੋਏ ਨੇ ਕਮਿਊਨਿਟੀ ਦੇ ਨਾਲ, ਉਹਨਾਂ ਨੇ ਵੀ ਖੁੱਲ ਕੇ ਇਸ ਚੀਜ਼ ਦੀ ਆਪੋਜੀਸ਼ਨ ਕੀਤੀ ਹੈ। ਤੇ ਇੱਕ ਗੁਰਬਖਸ਼ ਸੈਣੀ ਨਵੇਂ MP ਬਣੇ ਨੇ ਫਲੀਟਵੁੱਡ ਤੋਂ, ਉਹਨਾਂ ਨੇ ਵੀ ਕਿਹਾ ਕਿ ਇਸ ਤਰ੍ਹਾਂ ਨਹੀਂ ਸੀ ਚਾਹੀਦਾ। ਸੋ ਅੰਦਰ ਖਾਤੇ ਆਪਾਂ ਗੱਲ ਕਰੀਏ ਨਾ, ਤਾਂ ਇੱਕ ਲਿਬਰਲ ਤੋਂ ਹੀ ਮੈਂ ਇਹ ਸੁਣਿਆ ਸੀ। ਮੈਂ ਉਸ ਟਾਈਮ ਤੇ ਉਹਨੂੰ ਕਿਹਾ ਸੀ ਕਿ ਜੇ ਮੋਦੀ ਇੱਥੇ ਆਂਦਾ ਹੈ ਨਾ, ਆਪਾਂ ਭੁੱਲਣਾ ਨਹੀਂ ਹੈਗਾ ਇਸ ਚੀਜ਼ ਨੂੰ, ਆਪਾਂ ਯਾਦ ਰੱਖਾਂਗੇ, ਇਹ ਬਹੁਤ ਵੱਡੀ ਗੱਲ ਹੈ। ਉਹਨੇ ਜਵਾਬ ਦਿੱਤਾ ਕਿ ਤੂੰ ਯਾਦ ਰੱਖੇਗਾ, ਤੇਰੀ ਕਮਿਊਨਿਟੀ ਜਿਹੜੀ ਤੇਰੀ ਪਿੱਛੇ ਖੜੀ ਹੈ ਨਾ, ਉਹ ਕਿਸੇ ਨੇ ਨਹੀਂ ਯਾਦ ਰੱਖਣਾ। ਕਹਿੰਦੇ ਕਿ ਹਰਦੀਪ ਸਿੰਘ ਨਿੱਜਰ, ਕਿਸੇ ਨੇ ਸਾਨੂੰ ਸਵਾਲ ਪੁੱਛਿਆ, ਅਸੀਂ ਕਹਿੰਦੇ ਡੋਰ ਟੂ ਡੋਰ ਗਏ ਆ ਵੱਡੀ ਪੱਧਰ ਤੇ, ਕਿਸ ਨੇ ਹਰਦੀਪ ਸਿੰਘ ਨਿੱਜਰ ਦੀ ਗੱਲ ਨਹੀਂ ਕੀਤੀ, ਪੰਜਾਬ ਦੀ ਗੱਲ ਨਹੀਂ ਕੀਤੀ। ਕਹਿੰਦੇ ਮੁਸਲਮਾਨਾਂ ਕੋਲ ਜਾਂਦੇ ਆ, ਉਹ ਹਰੇਕ ਗਾਜ਼ਾ ਦੀ ਗੱਲ ਜ਼ਰੂਰ ਕਰਦਾ ਹੈ ਕਿ ਗਾਜ਼ਾ ਜੋ ਹੋ ਰਿਹਾ ਗਲਤ ਹੋ ਰਿਹਾ। ਕਹਿੰਦੇ ਤੁਹਾਡੇ ਤਾਂ ਕੋਈ ਵੀ ਨਹੀਂ ਬੋਲਦਾ।
ਜੀ ਮੈਨੂੰ ਨਹੀਂ ਲੱਗਦਾ ਕਿ ਸਾਡੀ ਕਮਿਊਨਿਟੀ ਇਸ ਤਰ੍ਹਾਂ ਦੀ ਹੈਗੀ ਆ ਕਿ ਉਹ ਇਸ ਚੀਜ਼ ਨੂੰ ਯਾਦ ਨਹੀਂ ਰੱਖਦੀ। ਹਾਂ, ਇਹ ਜ਼ਰੂਰ ਹੈ ਕਿ ਆਪਾਂ ਖੁੱਲ ਕੇ ਗੱਲ ਨਹੀਂ ਕਰਦੇ। ਕਿਉਂ ਨਹੀਂ ਗੱਲ ਕਰਦੇ? ਸਾਨੂੰ ਪਤਾ ਹੈ ਜਿਹੜਾ ਇਸ ਬਾਰੇ ਬੋਲਦਾ ਆ ਉਹਨੂੰ ਕੀ ਕੀ ਭੁਗਤਣਾ ਪੈਂਦਾ, ਉਹਦਾ ਬਿਜ਼ਨਸ ਵੀ ਖਰਾਬ ਕੀਤਾ ਜਾਂਦਾ ਆ। ਵੀਜ਼ਾ ਤਾਂ ਚਲੋ ਉਹਦਾ ਗਿਆ ਹੀ ਗਿਆ, ਸਮਝੋ ਕੋਈ ਗੱਲ ਨਹੀਂ, ਬਟ ਉਹਨੂੰ ਜੀ ਮੌਤ ਦੇ ਘਾਟ ਉਤਾਰਨ ਤੱਕ ਇਹ ਸਟੈਪ ਲੈ ਲੈਂਦੇ ਨੇ। ਸੋ ਖੁੱਲ ਕੇ ਕਿਹੜਾ ਗੱਲ ਜੀ ਕਰੇ ਇਹਨਾਂ ਨਾਲ। ਤੇ ਇਹ ਵੀ ਪਿਛਲੀ ਫੋਰਨ ਇੰਟਰਫੇਰੈਂਸ ਇਨਕੁਆਇਰੀ ਵਿੱਚੋਂ ਗੱਲ ਆਈ ਸੀ ਕਿ ਕਈ ਐਮਪੀ ਇਹੋ ਜਿਹੇ ਨੇ ਜਿਹੜੀ ਇੰਡੀਆ ਤੋਂ ਪੈਸੇ ਲੈ ਕੇ ਇੰਡੀਆ ਦੀ ਬੋਲੀ ਬੋਲ ਰਹੇ ਨੇ। ਹੁਣ ਸਾਡੇ ਐਮਪੀ ਕੋਲ ਜੀ ਕਿਹੜਾ ਗੱਲ ਕਰੇ, ਪਤਾ ਹੀ ਨਹੀਂ ਕਿ ਉਹਨਾਂ ਨੂੰ ਤਨਖਾਹ ਕਿੱਥੋਂ ਮਿਲ ਰਹੀ ਹੈ। ਸੋ ਇਹ ਕੈਨੇਡਾ ਵਾਸਤੇ ਇੱਕ ਕ੍ਰਾਈਸਿਸ ਸੀ, ਇਹ ਸਿੱਖਾਂ ਦਾ ਕ੍ਰਾਈਸਿਸ ਜੀ ਸਿਰਫ ਨਹੀਂ ਸੀ। ਤੁਹਾਡੇ ਐਮਪੀ ਵਿਕਾਊ ਮਾਲ ਬਣ ਚੁੱਕੇ ਨੇ, ਤੁਹਾਡੀ ਇੰਸਟੀਟਿਊਸ਼ਨਾਂ ਕੰਪਰੋਮਾਈਜ਼ ਹੋ ਚੁੱਕੀਆਂ ਨੇ, ਤੇ ਸਿੱਖ ਤਾਂ ਜੀ ਚਲੋ ਮਾਰੇ ਜਾ ਰਹੇ ਨੇ, ਪਰ ਅੱਗੇ ਵਾਸਤੇ ਕੌਣ ਕਹਿ ਸਕਦਾ ਕਿ ਅੱਜ ਸਿੱਖ ਮਾਰੇ ਜਾ ਰਹੇ ਨੇ, ਕੱਲ ਨੂੰ ਹੋਰ ਮਾਰਿਆ ਜਾਊਗਾ। ਤੇ ਹੁਣ ਆਪਾਂ ਦੇਖ ਰਹੇ ਹਾਂ ਐਕਸਟੋਰਸ਼ਨ ਜਿਹੜਾ ਵੱਧ ਗਿਆ ਆ। ਇਹ ਸਿਸਟਮ ਜਿਹੜਾ ਆ ਅੱਜ ਕੱਲ ਮੈਨੂੰ ਖਬਰਾਂ ਮਿਲ ਰਹੀਆਂ ਨੇ ਬਹੁਤ ਵੱਡੇ ਪੱਧਰ ਤੇ ਐਕਸਟੋਰਸ਼ਨ ਹੋ ਰਹੇ ਨੇ। ਤੇ ਹੁਣ ਤਾਂ ਹਿੰਦੂ ਬਿਜ਼ਨਸਮੈਨ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਆ। ਆਊਟ ਆਫ ਕੰਟਰੋਲ ਜੀ ਚੀਜ਼ ਹੋ ਚੁੱਕੀ ਹੈ। ਸੋ ਜੀ ਕੈਨੇਡਾ ਵਾਸਤੇ ਸੀ, ਸਿੱਖਾਂ ਦਾ ਸਿਰਫ ਮੁੱਦਾ ਨਹੀਂ ਸੀ। ਜੀ ਸੋ ਤਰੀਕਾਕਾਰ ਕਿਹੜਾ ਅਪਣਾਇਆ ਜਾਏ ਜਦੋਂ ਅਸੀਂ ਖਾਸ ਕਰਕੇ ਇੱਕ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਜਿੱਥੇ ਜਿਹੜੀ ਇੱਕ ਇੱਕ ਵੋਟ ਆ ਉਹ ਇੱਕ ਸੀਟ ਦਾ ਰਿਜ਼ਲਟ ਪਲਟਣ ਦੀ ਜਿਹੜੀ ਆ ਉਹ ਕਾਬਲੀਅਤ ਰੱਖਦੀ ਆ ਜਾਂ ਹੈਸੀਅਤ ਰੱਖਦੀ ਆ। ਉਹਦੇ ਵਿੱਚ ਆਪਣੀ ਆਵਾਜ਼ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਸਾਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ। ਸਾਨੂੰ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਹੈ। ਸੋ ਜੀ ਗੁਰਦੁਆਰਿਆਂ ਦੀ ਜਿਹੜੀ ਸਟੇਜਾਂ ਨੇ ਉਹ ਇੱਕ ਬਹੁਤ ਵੱਡੀਆਂ ਸਟੇਜਾਂ ਨੇ। ਜਿਹੜੀ ਪੰਜਾਬੀ ਸਿੱਖਾਂ ਦੀ ਨਹੀਂ ਗੱਲ ਕਰਦਾ, ਸਿਰਫ ਜ਼ਿਆਦਾ ਸਿੱਖ ਹੀ ਨਹੀਂ ਵੈਸੇ ਤਾਂ, ਪੰਜਾਬੀ ਫੰਡਿੰਗ ਜਿਹੜੀ ਲਿਬਰਲ ਪਾਰਟੀ ਨੂੰ ਜਾਂਦੀ ਹੈ ਨਾ, ਉਹ ਤਕਰੀਬਨ 30% ਤੋਂ ਵੱਧ ਜਾਂਦੀ ਹੈ ਇਹਨਾਂ ਦੀ ਪਾਰਟੀ ਜੀ ਨੂੰ। ਜੀ ਸਾਡੇ ਸਿਰਾਂ ਦੇ ਉੱਤੇ ਪਾਰਟੀਆਂ ਚੱਲਦੀਆਂ ਨੇ, ਅਸੀਂ ਫੰਡਿੰਗ ਦਿੰਨੇ ਆ, ਤੇ ਜਦੋਂ ਸਾਡੀ ਗੱਲ ਦੀ ਆਵਾਜ਼ ਉਠਾਉਣ ਦੀ ਗੱਲ ਹੁੰਦੀ ਆ ਤਾਂ ਉਹ ਸਾਨੂੰ ਨਜ਼ਰਅੰਦਾਜ਼ ਕਰਦੇ। ਸਾਡੇ ਅਖੰਡ ਪਾਠਾਂ ਤੇ ਆ ਕੇ ਪਕੌੜੇ ਖਾ ਕੇ, ਚਾਹ ਪੀ ਕੇ, ਫੋਟੋਆਂ 2-4 ਖਿੱਚ ਕੇ ਬਸ ਗੱਲ ਸਮਾਪਤ। ਬਟ ਜੀ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਇਹ ਸਾਡੀ ਕਮਿਊਨਿਟੀ ਦਾ ਫਰਜ਼ ਬਣਦਾ ਆ, ਜਦੋਂ ਆਪਾਂ ਇਹੋ ਜਿਹੇ ਐਮਪੀ ਮਿਲਦੇ ਹਨ, ਆਪਾਂ ਉਹਨਾਂ ਨੂੰ ਸਵਾਲ ਜੀ ਪੁੱਛੀਏ ਕਿ ਇਹ ਸਾਡੇ ਮੁੱਦੇ ਨੇ, ਤੂੰ ਕਿਹੜੇ ਮੁੱਦੇ ਦੇ ਉਠਾਏ ਨੇ ਸਾਡੇ ਉੱਥੇ। ਹੁਣ ਮੈਂ ਜੀ ਤੁਹਾਨੂੰ ਸਿੰਪਲ ਜੀ ਗੱਲ ਦੱਸਣਾ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਪਰ 1984 ਜੂਨ ਦੇ ਬਾਰੇ ਸਟੇਟਮੈਂਟਾਂ ਨਿਕਲਦੀਆਂ ਸੀ, ਹਰੇਕ ਸਾਲ ਨਿਕਲਦੀਆਂ ਸੀ। ਜੀ ਇਸ ਸਾਲ ਐਨਪੀ ਚਲੋ ਜਗਮੀਤ ਸਿੰਘ ਹੈ ਨਹੀਂ ਗਏ, ਬਟ ਕੰਜ਼ਰਵੇਟਿਵ ਪਾਰਟੀ ਵਿੱਚ ਆਪਾਂ ਇਹ ਮੰਨਦੇ ਆ ਕਿ ਟਿਮ ਜੀ ਉਪਲ, ਜਸਰਾਜ ਤੇ ਜਿਹੜੇ ਨਵੇਂ ਜਗਸ਼ਰਨ ਮਾਹਲ ਹੈਗੇ ਨੇ, ਉਹਨਾਂ ਨੇ ਜੀ ਸਟੇਟਮੈਂਟਾਂ ਕੱਢੀਆਂ। ਲਿਬਰਲ ਪਾਰਟੀ ਵੱਲ ਦੇਖਦੇ ਆ, ਉੱਥੇ ਇਕਵਿੰਦਰ ਗਹੀਰ ਨੇ ਇੱਕ ਕੱਢੀ ਆ, ਸੁਖ ਧਾਲੀਵਾਲ ਨੇ ਜੀ ਕੱਢੀ ਹੈ, ਤੇ ਸੋਨੀਆ ਜੀ ਨੇ 6 ਜੂਨ ਨੂੰ ਜਦੋਂ ਮੋਦੀ ਦੀ ਅਨਾਉਂਸਮੈਂਟ ਹੋ ਚੁੱਕੀ ਸੀ ਉਸ ਤੋਂ ਬਾਅਦ ਇੱਕ ਕੱਢੀ ਹੈ। ਬਾਕੀ ਜੀ ਕਿੱਥੇ ਗਏ ਕਿ ਸਾਡੇ 6 ਜੂਨ ਵਾਲੇ ਦਿਨ ਤੁਸੀਂ ਅਨਾਉਂਸ ਕਰਦੇ ਹੋ ਕਿ ਮੋਦੀ ਆ ਰਿਹਾ ਆ, ਪਰ ਜੀ 6 ਜੂਨ ਵਾਲੀ ਘਟਨਾ ਸਾਨੂੰ 41 ਸਾਲ ਪਹਿਲਾਂ ਹੋਈ ਸੀ, ਅਸੀਂ ਸਾਰੇ ਯਾਦ ਕਰਦੇ ਹਾਂ, ਗੁਰਦੁਆਰਾ 'ਚ ਇਸ ਦੀ ਯਾਦ ਮਨਾਈ ਜਾਂਦੀ ਆ। ਉਹਦਾ ਜੀ ਤੁਹਾਨੂੰ ਕੋਈ ਨਹੀਂ ਆਇਆ। ਸੋ ਕਿਉਂ ਨਹੀਂ ਆਇਆ? ਉਹ ਡਰ ਗਏ, ਉਹਨਾਂ ਨੂੰ ਜੀ ਇਸ ਤਰ੍ਹਾਂ ਕਿਹਾ ਗਿਆ ਕਿ ਇਹੋ ਜਿਹੇ ਪੋਸਟ ਨਾ ਪਾਇਆ ਕਰੋ। ਪਰ ਤੁਸੀਂ ਉੱਥੇ ਸਾਡੀ ਨੁਮਾਇੰਦਗੀ ਕਰਨ ਵਾਸਤੇ ਉੱਥੇ ਭੇਜੇ ਜਾਂਦੇ ਹੋ, ਤਾਮਲਾ ਵਾਸਤੇ ਤੁਸੀਂ ਪੋਸਟ ਪਾ ਸਕਦੇ ਹੋ, ਯੂਕਰੇਨ ਦਾ ਪਾ ਸਕਦੇ ਹੋ, ਸਿੱਖਾਂ ਦਾ ਪਾਉਣ ਲੱਗੇ ਕੀ ਸਾਨੂੰ ਮਤਲਬ ਡਰ ਲੱਗਦਾ ਹੈ? ਸੋ ਜੀ ਸਾਨੂੰ ਆਪਣੀ ਜਿਹੜੀ ਹੈਸੀਅਤ ਹੈਗੀ ਆ, ਸਾਡੀ ਜਿਹੜੀ ਸਟਰੈਂਥ ਹੈਗੀ ਆ, ਉਹ ਸਮਝਣੀ ਪਊਗੀ। ਜੇ ਆਪਾਂ ਇਹੀ ਸੋਚੀ ਜੀ ਜਾਣਾ ਨਹੀਂ ਜੀ ਕਿ ਚਲੋ ਜਿੱਦਾਂ ਚੱਲਦਾ ਚੱਲੀ ਜਾਣ ਦਿਓ, ਸਾਨੂੰ ਸਟੈਂਡ ਲੈਣਾ ਪਊਗਾ। 2018 ਦੇ ਵਿੱਚ ਜਦੋਂ ਇਸ ਲਿਬਰਲ ਸਰਕਾਰ ਨੇ ਇੰਡੀਆ ਦੇ ਕਹੇ ਤੇ ਸਿੱਖ ਬ੍ਰੈਕਟ ਖਾਲਿਸਤਾਨੀ ਐਕਸਟ੍ਰੀਮਿਜ਼ਮ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਐਡ ਕੀਤਾ ਸੀ ਨਾ, ਉਹਨਾਂ ਨੇ ਸੋਚਿਆ ਜੀ ਸੀ ਕਿ ਚਲੋ ਹੋ ਗਿਆ, ਉਹਦੇ 'ਚ ਕੋਈ ਪ੍ਰੂਫ ਨਹੀਂ ਸੀ, ਪਰ ਸਿੱਖਾਂ ਨੇ ਕੀ ਕਰ ਲੈਣਾ ਆ। ਐਡੀ ਵੱਡੀ ਪੱਧਰ ਦੇ ਉੱਤੇ ਆਪੋਜੀਸ਼ਨ ਹੋਇਆ, ਗੁਰਦੁਆਰੇ ਵੀ ਖੜ ਗਏ, ਸਿੱਖ ਆਮ ਵੀ ਖੜ ਗਏ, ਅਨਪ੍ਰੈਸੀਡੈਂਟਡ ਸੀ। ਉਹਨਾਂ ਨੂੰ ਉਸ ਜ਼ਿਕਰ ਨੂੰ ਬਾਹਰ ਕੱਢਣਾ ਪਿਆ, ਕਦੇ ਹੋਇਆ ਨਹੀਂ ਕੈਨੇਡਾ ਦੀ ਹਿਸਟਰੀ 'ਚ ਇਸ ਤਰ੍ਹਾਂ। ਪਰ ਸਿੱਖਾਂ ਨੇ ਜੀ ਕਰਕੇ ਦਿਖਾਤਾ ਕਿ ਇਹ ਆਪਾਂ ਤੁਹਾਨੂੰ ਕਰਨਾ ਪਊਗਾ। ਹੁਣ ਵੀ ਮੈਂ ਜੀ ਇਹੀ ਕਹਿਣਾ ਕਿ ਸਾਡੀ ਗਿਣਤੀ ਇੱਥੇ ਥੋੜੀ ਨਹੀਂ ਹੈਗੀ। ਆਪਾਂ ਜੇ ਕੁਛ ਮਿੱਥ ਲਈ ਇਹਨੇ ਕਰਕੇ ਦਿਖਾਵਾਂਗੇ ਤਾਂ ਆਪਾਂ ਕਰ ਸਕਦੇ ਹਾਂ। ਪਰ ਜੀ ਮੈਂ ਪੋਲੀਟੀਸ਼ੀਅਨ ਇਹੀ ਕਹੂੰਗਾ, ਕਈ ਵਾਰ ਉਹ ਡਰੂ ਸੁਭਾਅ ਦੇ ਹੁੰਦੇ ਨੇ ਤੇ ਸਾਡੀ ਕਮਿਊਨਿਟੀ ਜੀ ਵੀ ਇਨਫ ਨਹੀਂ ਪਾਉਂਦੀ। ਬਿਲਕੁਲ ਜੀ, ਮੈਂ ਇੱਥੇ ਕਹਿਣ ਤੋਂ ਬਿਲਕੁਲ ਗਰੇਜ਼ ਨਹੀਂ ਕਰੂੰਗਾ ਕਿ ਲੋਕੀ ਲੀਡਰ ਉਹੋ ਜਿਹੇ ਹੀ ਡਿਜ਼ਰਵ ਕਰਦੇ ਨੇ ਜਿਹੋ ਜਿਹੇ ਉਹ ਆਪ ਹੁੰਦੇ ਨੇ। ਸੋ ਸਾਨੂੰ ਇਹ ਮੰਨਣਾ ਪੈਣਾ ਕਿ ਸਾਡੀ ਜਿਹੜੀ ਬਹੁ ਗਿਣਤੀ ਆ
ਖਾਸ ਕਰਕੇ ਸਿੱਖਾਂ ਦੀ, ਉਹ ਚਾਹੇ ਪੰਜਾਬ ਦੇ ਵਿੱਚ ਹੋਵੇ, ਚਾਹੇ ਕੈਨੇਡਾ ਦੇ ਵਿੱਚ ਹੋਵੇ, ਜਾਂ ਕਿਤੇ ਹੋਰ ਹੋਵੇ, ਇਹ ਜਿਹੜੀ ਮਾਨਸਿਕਤਾ ਨਾ, ਕਿ ਇੱਕ ਫੋਟੋ ਦੇ ਲਈ ਤੁਸੀਂ ਮਤਲਬ ਵੋਟ ਦੇਣੀ ਹੈ, ਮੈਂ ਫਲਾਣੇ ਬੰਦੇ ਨਾਲ ਫੋਟੋ ਖਿਚਾਈ ਸੀ, ਇਹਦੇ ਰਿਜ਼ਲਟ ਨੇ ਜਿਹੜੇ ਉਹ ਹੁੰਦੇ ਨੇ ਜਿਹੜੇ ਅੱਜ ਸਾਡੇ ਸਾਹਮਣੇ ਆ ਰਹੇ ਨੇ। ਤੁਸੀਂ ਪੰਜਾਬ ਦੇ ਵਿੱਚ ਵੀ ਦੇਖੋ ਕਿ ਸਿੱਖਾਂ ਦਾ ਉਹ ਹੋਮਲੈਂਡ ਆ, ਪਰ ਸਿੱਖਾਂ ਦੀ ਵੋਟ ਨੂੰ ਬਿਲਕੁਲ ਹੀ ਉਹ ਗਰੰਟਡ ਲੈਂਦੀਆਂ ਪਾਰਟੀਆਂ ਜਿਨ੍ਹਾਂ ਦੇ ਨਾਲ ਜਿਹੜੇ ਸਿੱਖ ਜੁੜੇ ਆ। ਇੱਕ ਪਿੰਡ ਦੇ ਬਾਹਰ ਮੈਨੂੰ ਇਹ ਕਹਿਣਾ ਪੈਣਾ ਕਿ ਕੋਈ ਪਖੰਡੀ ਜਾਂ ਸਾਧ ਬਹਿ ਜਾਵੇ ਨਾ ਡੇਰਾ ਲਾ ਕੇ, ਤੇ ਉੱਥੇ ਪਿੰਡ ਦੀਆਂ ਬੁੜੀਆਂ ਦਾ ਜਾਣ ਲੱਗ ਪੈਣ, ਉਹਦੀ ਵੀ ਸਲਾਹ ਲੈਂਦਾ ਸਰਪੰਚ ਜਾ ਕੇ ਵੀ ਐਤਕੀ ਬਾਬਾ ਜੀ ਕਿਹਨੂੰ ਵੋਟ ਪਾ ਦਈਏ, ਜਾਂ ਕਿਹਦੇ ਪਾਰਟੀ ਵੱਲੋਂ ਖੜੀਏ, ਜਾਂ ਉਹਦੇ ਕੋਲ MP ਤੱਕ ਪਹੁੰਚਦੇ ਨੇ ਕਿ ਸਾਡੇ ਤੇ ਮਿਹਰ ਰੱਖਿਓ। ਪਰ ਸਾਡੀ ਐਡੀ ਵੱਡੀ ਇਹ ਤਰਾਸਦੀ ਆ ਕਿ ਸਾਡੀ ਕੌਮ ਆ ਜਿਹੜੀ, ਉਹ ਪਤਾ ਨਹੀਂ ਕਿਸ ਚੱਕਰ ਦੇ ਵਿੱਚ ਆ, ਇਹਨਾਂ ਗੱਲਾਂ ਨੂੰ ਐਨਾਲਾਈਜ਼ ਕਰਦੀ ਹੀ ਨਹੀਂ। ਉਹ ਸਿਰਫ ਰਿਸ਼ਤੇਦਾਰੀਆਂ, ਮੂੰਹ ਮਲਾਜੇ ਪਗਾਣ ਨੂੰ, ਜਾਂ ਕੋਈ ਕਿਸੇ ਨੇ ਫੋਟੋ ਖਿਚਾ ਲਈ, ਇੰਨੇ ਕੁ ਚੀਜ਼ ਆਪਣਾ ਜਿਹੜਾ ਉਹ ਵੋਟ ਜਿਹੜੀ ਆ ਉਹ ਦੇ ਦਿੰਦੇ ਆ। ਖੈਰ ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਸਰਦਾਰ ਬਲਪ੍ਰੀਤ ਸਿੰਘ ਜੀ, ਮੈਸੇਜ ਵੀ ਆ ਰਹੇ ਨੇ, ਪਰ ਮੇਰੇ ਕੋਲ ਨਾ ਟਾਈਮ ਥੋੜਾ ਜਿਹਾ ਘੱਟ ਆ, ਆਪਣੇ ਕੋਲ 9 ਮਿੰਟ ਬਚੇ ਆ, ਤੇ ਮੁੱਦੇ ਆਪਾਂ ਇੱਕ ਦੋ ਹੋਰ ਆ। ਕਿਊਬੈਕ ਦੇ ਬਾਰੇ, ਖਾਸ ਕਰਕੇ ਕੈਨੇਡਾ ਦੀ ਸਟੇਟ ਜਿਹੜੀ ਕਿਊਬੈਕ ਆ, ਪ੍ਰੋਵਿੰਸ ਹੈ ਕੈਨੇਡਾ ਦਾ, ਉੱਥੇ ਜਿਹੜਾ ਬਿੱਲ 21 ਦੇ ਥੱਲੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਆਜ਼ਾਦੀ ਨੂੰ ਲੈ ਕੇ ਜਿਹੜਾ ਇੱਕ ਵਾਰ ਕੀਤਾ ਗਿਆ, ਤੁਸੀਂ ਉਸ ਕੇਸ ਦੇ ਵਿੱਚ ਪਾਰਟੀ ਹੋ WSO ਵੱਲੋਂ। ਸੋ ਸਾਨੂੰ ਇਸ ਬਿੱਲ ਬਾਰੇ ਵੀ ਜਿਹੜਾ ਥੋੜਾ ਜਿਹਾ ਖੁੱਲ ਕੇ, ਕਿਉਂਕਿ ਜਾਗਰਤੀ ਹੈ ਨਾ ਜਿਹੜੀ ਇਸ ਕੰਮ ਲਈ ਵੀ ਕਿਊਬੈਕ ਦੇ ਵਿੱਚ ਵੀ ਘੱਟ ਆ। ਸੋ ਮੈਂ ਇਹ ਆਪਣਾ ਸਵਾਲ ਫਰੇਜ਼ ਕਰਨ ਤੋਂ ਪਹਿਲਾਂ ਇਹ ਵੀ ਨਾਲ ਦੱਸ ਦਿਆਂ ਕਿ ਇਹ ਇਕੱਲੇ ਸਿੱਖਾਂ ਦੇ ਚਿੰਨ੍ਹਾਂ ਤੇ ਨਹੀਂ ਹੈ, ਇਹ ਸਾਰੇ ਧਾਰਮਿਕ ਜਿਹੜੇ ਇੱਥੇ ਅਕੀਦੇ ਵਾਲੇ ਲੋਕ ਵਸਦੇ ਨੇ, ਸਾਰਿਆਂ ਦੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਜਿਹੜਾ ਇੱਕ ਵਾਰ ਹੈ। ਸੋ ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ ਜੀ। ਸੋ ਕੁਬੈਕ ਦੇ ਵਿੱਚ ਸਿੱਖਾਂ ਦੀ ਜਿਹੜੀ ਸਥਿਤੀ ਹੈਗੀ ਆ, ਸਭ ਤੋਂ ਕੈਨੇਡਾ ਵਿੱਚ ਕਮਜ਼ੋਰ ਆਪਾਂ ਕਹਿ ਸਕਦੇ ਹਾਂ। ਇਸ ਟਾਈਮ ਦੇ ਉੱਤੇ ਕਿਰਪਾਨ ਦੇ ਉੱਤੇ ਪਾਬੰਦੀ ਜੇ ਕਿਤੇ ਲੱਗੀ ਆ ਨਾ, ਤਾਂ 2 ਜਗ੍ਹਾ ਲੱਗੀ ਹੈ ਕੈਨੇਡਾ ਦੇ ਵਿੱਚ। ਇੱਕ ਤਾਂ ਜੇਲ੍ਹ ਦੇ ਵਿੱਚ ਲੱਗੀ ਹੈ, ਤੇ ਦੂਸਰਾ ਕੁਬੈਕ ਨੈਸ਼ਨਲ ਅਸੈਂਬਲੀ ਲੱਗੀ ਹੈ। ਸੋ ਉਹਨਾਂ ਨੇ ਬਹੁਤ ਚਿਰ ਪਹਿਲਾਂ, ਤਕਰੀਬਨ 2011 ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀ, ਕਿਰਪਾਨ ਨੂੰ ਅਸੀਂ ਇੱਥੇ ਵੜ ਨਹੀਂ ਦੇਣਾ। ਤੇ ਪਾਰਲੀਮੈਂਟਰੀ ਜਿਹੜਾ ਹੁੰਦਾ ਆ, ਉਹ ਅਲਾਉ ਕਰਦਾ ਹੈ ਕਿ ਚਾਰਟਰ ਤੋਂ ਅੱਡ ਪਾਰਲੀਮੈਂਟ ਜਿਹੜੀ ਉਹ ਚੱਲ ਸਕਦੀ ਆ, ਅੰਦਰ ਜੋ ਉਹ ਕਾਰਵਾਈਆਂ ਹੁੰਦੀਆਂ ਨੇ। ਸੋ ਉਸ ਤੋਂ ਵੱਧ ਮੁਸਲਮਾਨ ਕਮਿਊਨਿਟੀ ਨੂੰ ਟਾਰਗੇਟ ਪਹਿਲਾਂ ਕੀਤਾ ਜਾਂਦਾ ਸੀ ਕਿ ਨਿਕਾਬ ਨੂੰ ਬੈਨ ਕਰੀਏ, ਤਾਂ ਫਿਰ ਸਿੱਖਾਂ ਵਾਸਤੇ ਵੀ ਉਹਨਾਂ ਨੇ ਦਸਤਾਰ ਵਿੱਚ ਇੰਕਲੂਡ ਕਰਤੀ। ਤੇ ਸਭ ਤੋਂ ਜ਼ਿਆਦਾ ਜੇ ਪੈ ਰਿਹਾ ਆ ਇਸ ਟਾਈਮ ਤੇ, ਉਹ ਬਿੱਲ 21 ਦਾ ਇਹ ਆ ਕਿ ਉਹ ਕਹਿ ਰਹੇ ਨੇ ਕਿ ਜਿਹੜੇ ਪੋਜੀਸ਼ਨਸ ਆਫ ਪਾਵਰ ਨੇ, ਟੀਚਰ ਹੋਇਆ, ਪ੍ਰਿੰਸੀਪਲ ਹੋਇਆ, ਪੁਲਿਸ ਅਫਸਰ, ਜੱਜ, ਉਹ ਧਾਰਮਿਕ ਚਿੰਨ੍ਹ ਨਹੀਂ ਪਹਿਨ ਸਕਦੇ। ਤੇ ਇਸ ਦਾ ਪ੍ਰਭਾਵ ਸਿੱਖ ਜਿਹੜੇ ਟੀਚਰ ਸੀ ਵਗੈਰਾ ਉਹਨਾਂ ਤੇ ਵੀ ਪਿਆ, ਪਰ ਜ਼ਿਆਦਾ ਮੁਸਲਮਾਨਾਂ ਤੇ ਪਿਆ। ਤੇ ਇਹ ਫਰਾਂਸ ਦੇ ਵਾਂਗ ਹੀ ਸੀ, ਫਰਾਂਸ ਦੇ ਵਿੱਚ ਵੀ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ, ਪਰ ਜਿਹਨੂੰ ਕੋਲੈਟਰਲ ਡੈਮੇਜ ਕਹਿੰਦੇ ਨੇ, ਉਹ ਸਿੱਖਾਂ ਦੇ ਉੱਤੇ ਪਿਆ। ਸੋ ਇਹ ਇੱਕ ਲਾਅ ਇਸ ਤਰ੍ਹਾਂ ਆ, ਉਹਨਾਂ ਨੇ ਨੋਟਵਿਥਸਟੈਂਡਿੰਗ ਕਲਾਸ, ਚਾਰਟਰ ਜਿਹੜਾ ਕੈਨੇਡਾ ਦਾ ਕਨਸਟੀਟਿਊਸ਼ਨ ਦਾ ਪਾਰਟ ਆ, ਉਹ ਚਾਰਟਰ ਕਹਿੰਦੇ ਆ, ਉਹਦੇ ਵਿੱਚ ਲਿਖਿਆ ਕਿ ਤੁਸੀਂ ਧਾਰਮਿਕ ਆਜ਼ਾਦੀ ਮਾਣ ਸਕਦੇ। ਪਰ ਉਸੇ ਚਾਰਟਰ ਦੇ ਵਿੱਚ ਇੱਕ ਇਹ ਲਾਈਨ ਹੈਗੀ ਆ ਕਿ ਨੋਟਵਿਥਸਟੈਂਡਿੰਗ ਕਲਾਜ਼ ਯੂਜ਼ ਕਰਕੇ ਤੁਸੀਂ 5 ਸਾਲਾਂ ਵਾਸਤੇ ਇੱਕ ਲਾਅ ਨੂੰ ਤੁਸੀਂ ਚਾਰਟਰ ਤੋਂ ਉੱਚਾ ਉਠਾ ਸਕਦੇ ਹੋ, ਕਿ ਚਾਰਟਰ ਦੇ ਕਰਕੇ ਉਸ ਨੂੰ ਕੈਂਸਲ ਨਹੀਂ ਕੀਤਾ ਜਾ ਸਕਦਾ। ਇਹ ਇੱਕ ਐਮਰਜੈਂਸੀ ਪਾਵਰ ਸੀ, ਤੇ ਕੁਬੈਕ ਨੇ ਇਹ 5 ਸਾਲ ਕਰਕੇ ਇਸ ਨੂੰ ਰੀਨਿਊ ਕਰ ਰਹੇ ਨੇ ਕਿ ਇਹ ਚੀਜ਼ ਜਿਹੜੀ ਹੈ ਚਾਰਟਰ ਤੋਂ ਤਾਂ ਉਲਟ ਆ, ਪਰ ਅਸੀਂ ਇਸ ਨੂੰ ਇਨਸੂਲੇਟ ਕਰ ਦਿੰਦੇ ਹਾਂ। ਹੁਣ ਸਾਡੀ ਜਿਹੜੀ ਇੱਕ ਮੈਂਬਰ ਸੀ ਅੰਮ੍ਰਿਤ ਕੌਰ, ਉਹ ਦਸਤਾਰਧਾਰੀ ਬੀਬੀ ਸੀ, ਉਹ ਟੀਚਰ ਬਣਨਾ ਚਾਹੁੰਦੀ ਸੀ, ਤੇ ਉਹਨੂੰ ਟੀਚਰ ਦੀ ਜੌਬ ਇੱਥੇ ਮਿਲ ਨਹੀਂ ਸਕਦੀ ਕਿਉਂਕਿ ਉਹ ਦਸਤਾਰ ਸਜਾਉਂਦੀ ਹੈ। ਸੋ ਇਹ ਕਹਿ ਰਹੇ ਆ ਕਿ ਧਾਰਮਿਕ ਆਜ਼ਾਦੀ ਜਿਹੜੀ ਹੈ ਨਾ, ਉਹ ਸਿਰਫ ਚਾਰਟਰ ਤੋਂ ਨਹੀਂ ਬੋਰਨ ਹੋਈ। ਇਹ ਧਾਰਮਿਕ ਆਜ਼ਾਦੀ ਸਾਡਾ ਇੱਕ ਬੁਨਿਆਦੀ ਇੱਕ ਪ੍ਰਿੰਸੀਪਲ ਸੀ, ਜਿਹੜਾ ਕੈਨੇਡਾ ਬਣਨ ਤੋਂ ਪਹਿਲਾਂ ਇੱਕ ਇੱਥੇ ਸੰਕਲਪ ਸੀ ਕਿ ਕੈਨੇਡਾ ਇਸ ਕਰਕੇ ਬਣਿਆ ਆ ਕਿ ਇੱਥੇ ਧਾਰਮਿਕ ਆਜ਼ਾਦੀ ਮਾਣੀ ਜਾ ਸਕਦੀ ਹੈ। ਸੋ ਇਹ ਬੜੇ ਪੁਰਾਣੇ ਵੀ ਲਾਅ ਪਏ ਨੇ ਸਾਡੇ ਕੋਲ, ਜਿਹੜੇ ਧਾਰਮਿਕ ਆਜ਼ਾਦੀ ਦੀ ਗੱਲ ਕਰਦੇ ਨੇ, ਜਿਹੜੇ ਚਾਰਟਰ ਤੋਂ ਪਹਿਲਾਂ ਪਏ ਨੇ। ਸੋ ਆਪਾਂ ਇਹ ਆਰਗੂਮੈਂਟ ਕਰ ਰਹੇ ਹਾਂ ਕਿ ਚਾਰਟਰ ਤਾਂ ਤੁਸੀਂ ਨੋਟਵਿਥਸਟੈਂਡਿੰਗ ਕਰਤਾ, ਚਲੋ ਠੀਕ ਆ, ਪਰ ਜਿਹੜੇ ਪੁਰਾਣੇ 1800 ਕੁਛ ਦੇ ਜਿਹੜੇ ਲਾਅ ਪਏ ਨੇ, ਉਹ ਤਾਂ ਨਹੀਂ ਕੈਂਸਲ ਕੀਤੇ ਜਾ ਸਕਦੇ, ਉਹ ਤਾਂ ਹਲੇ ਵੀ ਲਾਗੂ ਨੇ। ਸੋ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਇੱਕ ਲੜਾਈ ਹੈ, ਕਿਉਂਕਿ ਜੇ ਇੱਕ ਪ੍ਰੋਵਿੰਸ ਦੇ ਵਿੱਚ ਇਸ ਤਰ੍ਹਾਂ ਦਾ ਲਾਅ ਪਾਸ ਕਰਕੇ ਉਹ ਮਤਲਬ ਬਰਕਰਾਰ ਰਹਿੰਦਾ ਹੈ, ਤਾਂ ਕੱਲ ਨੂੰ ਜਿਸ ਤਰ੍ਹਾਂ ਐਲਬਰਟਾ ਦੇ ਵਿੱਚ ਹਾਲਾਤ ਬਣ ਰਹੇ ਨੇ, ਹੋਰ ਸੂਬਿਆਂ ਦੇ ਵਿੱਚ ਹਾਲਾਤ ਬਣ ਰਹੇ ਨੇ, ਜੇ ਉਹਨਾਂ ਨੇ ਵੀ ਦਸਤਾਰ ਦੇ ਉੱਤੇ ਪਾਬੰਦੀ ਲਾਤੀ,
ਤਾਂ ਸਾਡਾ ਬਣੂਗਾ ਕੀ? ਫਿਰ ਤਾਂ ਸਾਡੇ ਕੋਲ ਉਹ ਚੋਇਸ ਹੋਊਗੀ ਨਾ ਕਿ ਜਾਂ ਤਾਂ ਤੁਸੀਂ ਇੱਥੇ ਕੰਮ ਕਰੋ ਜਾਂ ਫਿਰ ਆਪਣਾ ਧਰਮ ਪਾਲਣ ਕਰੋ। ਤੇ ਸਾਨੂੰ ਪਤਾ ਆ, ਜੀ ਤੁਸੀਂ ਕਬੈਕ ਰਹਿਣ ਵਾਲੇ ਹੋ ਵੀਰ ਜੀ, ਤੁਹਾਨੂੰ ਪਤਾ ਹੈ ਕਿ ਕਬੈਕ ਦੇ ਵਿੱਚ ਰਹਿਣ ਵਾਲੇ ਕਈ ਇਹੋ ਜਿਹੇ ਨੇ ਜਿਨ੍ਹਾਂ ਨੇ ਇਹ ਮਤਲਬ ਕੌੜੀ ਘੁੱਟ ਪੀਤੀ ਆ ਕਿ ਦਸਤਾਰ ਦੀ ਬਜਾਏ ਉਹ ਕੈਪ ਪਾਉਣਾ ਸ਼ੁਰੂ ਕਰਨ ਲੱਗ ਪਏ ਨੇ ਜੌਬ ਦੇ ਉੱਤੇ। ਇੱਕ ਬੱਸ ਜੀ ਡਰਾਈਵਰ ਦਾ ਮੈਨੂੰ ਚੇਤਾ ਹੈ, ਜਿਹੜੇ ਮੰਨਦੇ ਨੇ ਕਿ ਹਾਂ ਮੈਂ ਪਹਿਲਾਂ ਦਸਤਾਰ ਸਜਾਉਂਦਾ ਸੀ ਪਰ ਹੁਣ ਪ੍ਰੈਸ਼ਰ ਕਰਕੇ ਮੈਂ ਹੁਣ ਕੈਪ ਪਾਉਣਾ ਸ਼ੁਰੂ ਕਰਤਾ ਹੈ। ਜੀ ਪਰ ਫਿਰ ਮੈਂ ਉਦਣ ਵੀ ਗੱਲ ਕੀਤੀ ਸੀ, ਕਈਆਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ। ਕੈਨੇਡਾ ਠੀਕ ਹੈ, ਸਾਡੇ ਵਾਸਤੇ ਬਹੁਤ ਸੋਹਣਾ ਆ, ਬਟ ਇਹ ਸਿਸਟਮ ਜਿਹੜਾ ਆ ਜੇ ਆਪਾਂ ਦੇਖ ਰਹੇ ਆ ਨਾ, ਉਹ ਗਲਤ ਪਾਸੇ ਨੂੰ ਜਾ ਰਿਹਾ ਹੈ। ਜੇ ਇਹੋ ਜੀ ਜਿਹਾ ਕਾਨੂੰਨ ਬਰਕਰਾਰ ਰਹਿੰਦਾ ਆ ਤਾਂ ਸਾਡੇ ਧਾਰਮਿਕ ਜਿਹੜੇ ਕਕਾਰ ਨੇ ਉਹਨਾਂ ਤੇ ਪਾਬੰਦੀ ਲੱਗਦੀ ਆ, ਤਾਂ ਆਪਾਂ ਜਾਵਾਂਗੇ ਕਿੱਥੇ? ਸਾਡੇ ਕੋਲ ਤਾਂ ਕਿਤੇ, ਜਿਹੜਾ ਲੋਕੀ ਕਹਿੰਦੇ ਆਪਾਂ ਘਰ ਵਾਪਸ ਚਲੇ ਜਾਵਾਂਗੇ, ਸਾਡੇ ਕੋਲ ਤਾਂ ਘਰ ਜੀ ਵਾਪਸ ਜਾਣ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ। ਸੋ ਇਹ ਜੀ ਸਾਡੇ ਵਾਸਤੇ ਤਰਾਸਦੀ ਆ ਕਿ ਸਾਡੇ ਵਾਸਤੇ ਦੁਨੀਆ 'ਚ ਕੋਈ ਇਹੋ ਜਿਹਾ ਕੋਈ ਖਿੱਤਾ ਨਹੀਂ ਹੈਗਾ, ਕੋਈ ਦੇਸ਼ ਨਹੀਂ ਜਿੱਥੇ ਆਪਾਂ ਧਾਰਮਿਕ ਆਜ਼ਾਦੀ ਦੇ ਨਾਲ ਰਹਿ ਸਕੀਏ। ਸੋ ਉਸ ਦੇ ਸੰਦਰਭ ਦੇ ਵਿੱਚ ਹੀ ਅਸੀਂ ਇਸ ਕੇਸ ਨੂੰ ਫਾਈਟ ਕਰ ਰਹੇ ਹਾਂ। ਜੀ ਬਿਲਕੁਲ ਜੀ, ਬਹੁਤ ਇਹ ਜਿਹੜੀ ਅਹਿਮ ਜਾਣਕਾਰੀ ਤੁਸੀਂ ਦਿੱਤੀ ਹੈ। ਤੇ ਤੁਸੀਂ ਕਿਉਂਕਿ ਇਸ ਕੇਸ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹੋ, ਕੰਮ ਕਰ ਰਹੇ ਹੋ, ਇੱਥੇ ਤੱਕ ਕਿ ਜਿਹੜਾ ਇਹਦੀਆਂ ਲੀਗਲ ਹੀਅਰਿੰਗਸ ਵੀ ਚੱਲ ਰਹੀਆਂ ਨੇ, ਕੋਰਟ ਹੀਅਰਿੰਗਸ, ਉਹਦੇ ਵਿੱਚ ਵੀ ਤੁਸੀਂ ਆਪਣਾ ਪੱਖ ਰੱਖਦੇ ਹੋ। ਤੇ ਜੇ ਸਮੁੱਚਤਾ ਦੇ ਵਿੱਚ ਇਸ ਕੇਸ ਨੂੰ ਦੇਖਣਾ ਹੋਵੇ ਤਾਂ ਕੀ ਕੋਈ ਕਿਊਬੈਕ ਦੇ ਵਿੱਚ ਲੋਕਲ ਐਸੀ ਪੋਲੀਟੀਕਲ ਪਾਰਟੀ ਹੈ ਜਿਹਦਾ ਸਟੈਂਡ ਇਸ ਬਿੱਲ ਦੇ ਉੱਤੇ, ਜਿਹੜੀ ਹੁਣ ਇੰਟਰੋਡਿਊਸ ਕਰਨ ਵਾਲੀ ਜਿਹੜੀ ਪਾਰਟੀ ਆ, ਉਹ ਤੋਂ ਵੱਖਰਾ ਹੋਵੇ? ਸੋ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਜਿਹੜੀ ਹੈਗੀ ਆ, ਉਹ ਤੁਹਾਨੂੰ ਜ਼ਿਆਦਾ ਪਤਾ ਹੋਊਗਾ, ਉਹ ਹੋ ਰਹੀ ਆ ਜਾਂ ਹੋ ਚੁੱਕੀ ਆ? ਉਹ ਹੋ ਚੁੱਕੀ ਹੈ ਜੀ, ਮਿਸਟਰ ਪਾਵਲੋ ਨਵੇਂ ਜਿਹੜੇ ਉਹਨਾਂ ਦੇ ਚੁਣੇ ਗਏ ਨੇ। ਹਾਂ, ਸੋ ਪਾਵਲੋ ਰੋਡਰੀਗੇਜ਼ ਜਿਹੜੇ ਉਹ ਟਰੂਡੋ ਕੈਬਨਿਟ ਦੇ ਮੈਂਬਰ ਰਹੇ ਨੇ, ਤੇ ਟਰੂਡੋ ਕੈਬਨਿਟ ਦੇ ਮੈਂਬਰ ਹੋਣ ਕਰਕੇ ਉਹ ਸਾਡੀਆਂ ਭਾਵਨਾਵਾਂ ਨੂੰ ਸਮਝਦੇ ਨੇ। ਸੋ ਮੈਨੂੰ ਤਾਂ ਇਹ ਲੱਗਦਾ ਹੈ ਕਿ ਪਾਵਲੋ ਰੋਡਰੀਗੇਜ਼ ਦਾ ਲਿਬਰਲ ਪਾਰਟੀ ਦਾ ਲੀਡਰ ਚੁਣਿਆ ਜਾਣਾ ਇੱਕ ਬਹੁਤ ਸੋਹਣਾ ਸਟੈਪ ਆ, ਕਿਉਂਕਿ ਲਿਬਰਲ ਪਾਰਟੀ ਇਸ ਨੂੰ ਓਵਰਟਰਨ ਕਰ ਸਕਦੀ ਹੈ ਜੋ ਪਾਵਰ 'ਚ ਆਉਂਦੀ ਹੈ। ਤੇ ਇਹ ਜੇ ਕਰਦੀ ਆ ਤਾਂ ਬਹੁਤ ਵਧੀਆ ਹੋਊਗਾ। ਬਾਕੀ ਕੁਬੈਕ ਸੋਲੀਡੇਅਰ ਨੇ ਵੀ ਸਮੇਂ-ਸਮੇਂ ਤੇ ਇੱਕ ਸਟੈਂਡ ਲਿਆ ਹੈ ਕਿ ਇਸ ਤਰ੍ਹਾਂ ਗਲਤ ਹੋ ਰਿਹਾ ਆ। ਪਰ ਜਿਹੜੇ ਸੋਵਰਨਿਸਟ ਪਾਰਟੀਜ਼ ਨੇ, ਹੁਣ ਸੋਵਰਨਿਸਟ ਪਾਰਟੀਜ਼ ਦਾ ਵੀ ਮੈਂ ਤੁਹਾਨੂੰ ਇੰਟਰਸਟਿੰਗ ਦੱਸ ਦਿੰਦਾ ਕਿ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ ਨਾ, ਜਾਂ ਫਿਰ 1984 ਦੇ ਨਸਲਕੁਸ਼ੀ ਨੂੰ ਰੈਕਗਨਾਈਜ਼ ਕਰਨ ਦੀ, ਉੱਥੇ ਇਹ ਸਿੱਖਾਂ ਦੀ ਗੱਲ ਉਹ ਕਰ ਦਿੰਦੇ ਨੇ। ਹੁਣ ਜਦੋਂ ਨਵੰਬਰ ਦੇ ਵਿੱਚ ਸਾਡਾ ਇੱਕ ਫੰਕਸ਼ਨ ਹੋਇਆ ਸੀ ਆਟਵਾ, ਬਲਾਕ ਕੁਬੈਕਵਾ ਦੀ ਇੱਕ ਸਪੀਕਰ ਸੀ, ਬੁਲਾਰੀ ਸੀ, ਉਹਨੇ ਬੜੇ ਸਪਸ਼ਟ ਰੂਪ ਨਾਲ ਸਾਨੂੰ ਪਤਾ ਹੈ ਜੈਨੋਸਾਈਡ ਹੋਇਆ। ਤੇ ਜਦੋਂ ਹੁਣ ਪਿਛਲੇ ਹਫ਼ਤੇ ਮੋਦੀ ਬਾਰੇ ਪਾਰਲੀਮੈਂਟ ਸਵਾਲ ਉਠਾਏ ਜਾ ਰਹੇ ਸੀ, ਬਲਾਕ ਕੁਬੈਕਵਾ ਨੇ ਸਵਾਲ ਉਠਾਇਆ ਕਿ ਮੋਦੀ ਵਰਗਾ ਕਾਤਲ ਬੰਦਾ ਕੈਨੇਡਾ 'ਚ ਕਿਸ ਤਰ੍ਹਾਂ ਤੁਸੀਂ ਵਾੜਿਆ। ਸੋ ਇੱਥੇ ਉਹ ਸਮਝਦੇ ਨੇ, ਪਰ ਜਦੋਂ ਸਾਡੀ ਧਾਰਮਿਕ ਆਜ਼ਾਦੀ ਦੀ ਗੱਲ ਆਉਂਦੀ ਹੈ, ਉਹ ਫਿਰ ਦੂਸਰੇ ਪਾਸੇ ਖੜੇ ਹੋ ਜਾਂਦੇ ਕਿ ਇਹ ਬਾਹਰੋਂ ਆਏ ਲੋਕ ਨੇ, ਕਿ ਇਹਨਾਂ ਨੂੰ ਸਾਡੇ ਵਰਗੇ ਜਾਂ ਬਣਨਾ ਚਾਹੀਦਾ ਹੈ ਜਾਂ ਫਿਰ ਚਲੇ ਜਾਣ। ਚਲੋ ਇਸ ਤਰ੍ਹਾਂ ਚੱਲਦਾ ਆ ਰਿਹਾ ਪਹਿਲਾਂ ਤੋਂ ਹੀ, ਬਟ ਇਸ ਤਰ੍ਹਾਂ ਸਾਨੂੰ ਸਮਝਣਾ ਪੈਣਾ ਹੈ ਕਿ ਕਿਸੇ ਮੁੱਦੇ ਤੇ ਕੋਈ ਸਾਡਾ ਫਰੈਂਡ ਬਣ ਸਕਦਾ ਹੈ, ਕਿਸੇ ਮੁੱਦੇ ਤੇ ਕੋਈ ਹੋਰ ਬਣਦਾ ਹੈ। ਜੀ ਜੀ ਸੋ ਸਮੁੱਚਤਾ ਦੇ ਵਿੱਚ ਓਵਰਆਲ ਜੇ ਅਸੀਂ ਇਸ ਸਾਰੀ ਡਿਸਕਸ਼ਨ ਨੂੰ ਕਨਕਲੂਡ ਕਰਨਾ ਹੋਵੇ ਤਾਂ ਕਿਹੋ ਜਿਹੇ ਉਪਰਾਲੇ ਜਿਹੜੇ ਐਜ਼ ਏ ਸਿੱਖ ਕੌਮ ਜਾਂ ਸਿੱਖ ਐਕਟਿਵਿਸਟ ਸਾਡੇ ਯੂਥ ਨੂੰ ਜ਼ਰੂਰ ਤੁਸੀਂ ਥੋੜੀ ਜਿਹੀ ਗਾਈਡੈਂਸ ਦਿਓ ਕਿ ਕਿਹੋ ਜਿਹੇ ਉਪਰਾਲੇ ਅਸੀਂ ਕਰੀਏ ਕਿ ਇਹ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਇਹ ਸਹੀ ਢੰਗ ਦੇ ਨਾਲ ਸਰਕਾਰੀ ਦਰਬਾਰੇ ਐਡਰੈਸ ਹੋਣ, ਤੇ ਸਾਨੂੰ ਵੀ ਐਜ਼ ਏ ਕੈਨੇਡੀਅਨ ਸਿਟੀਜ਼ਨ ਜਿਹੜੇ ਅਸੀਂ ਹਾਂ, ਉਹਦੇ ਕਰਕੇ ਹੀ ਸਾਡੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਆ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਸਾਨੂੰ ਅਸੀਂ ਆਉਣੇ ਜ਼ਰੂਰ ਹਾਂ ਕਿ ਐਜ਼ ਏ ਸਿੱਖ ਕੈਨੇਡੀਅਨਸ ਸਾਡੇ ਆਹ ਹੱਕ ਨੇ, ਪਰ ਅਸੀਂ ਮਜਬੂਰ ਹੋਏ ਆ ਇਸ ਟਰਮ ਨੂੰ ਯੂਜ਼ ਕਰਨ ਦੇ ਲਈ। ਜਦੋਂ ਸਾਨੂੰ ਐਜ਼ ਏ ਕੈਨੇਡੀਅਨ ਉਹ ਜਿਹੜੀ ਆ ਗੱਲ ਉਹ ਨਹੀਂ ਹੋ ਰਹੀ, ਤੇ ਸਾਨੂੰ ਇਹ ਕਹਿਣਾ ਪੈਂਦਾ ਕਿ ਕੈਨੇਡੀਅਨ ਸਿੱਖਸ ਦੇ ਰਾਈਟਸ ਜਿਹੜੇ ਉਹ ਗੁਜਰੇ ਜਾ ਰਹੇ ਨੇ। ਸੋ ਤੁਸੀਂ ਇਹਦੇ ਬਾਰੇ ਜ਼ਰੂਰ ਇੱਕ ਡੇਢ ਮਿੰਟ ਦੇ ਵਿੱਚ ਸਾਨੂੰ ਦੱਸੋ, ਫਿਰ ਅਸੀਂ ਇਜਾਜ਼ਤ ਲਵਾਂਗੇ। ਮੇਰੀ ਤਾਂ ਇਹ ਬੇਨਤੀ ਆ ਕਿ ਮੇਰੇ ਫਾਦਰ ਤੇ 55 ਸਾਲ ਪਹਿਲਾਂ ਆਏ ਸੀ, ਮੇਰਾ ਜਨਮ ਇਸ ਕੰਟਰੀ ਦਾ ਹੈ ਤੇ ਮੇਰੇ ਬੱਚੇ ਵੀ ਇੱਥੇ ਪੜ੍ਹਨੇ। ਮੈਂ ਤਾਂ ਇਹੀ ਬੇਨਤੀ ਕਰੂੰਗਾ, ਸਿੱਖੀ ਨਾਲ ਜੁੜ ਜਾਓ, ਸਿੱਖੀ ਦੇ ਵਿੱਚੋਂ ਹੀ ਸਭ ਕੁਝ ਮਿਲਣਾ ਹੈ। ਇਹ ਮੇਰਾ ਆਪਣਾ ਪਰਸਨਲ ਹੈ, ਇਹ ਮੈਂ ਆਪ ਹੀ ਸਿੱਖੀ ਬਾਰੇ ਮਤਲਬ ਸਟੱਡੀ ਕਰਕੇ ਸਭ ਕੁਝ ਸਮਝ ਕੇ
ਇਹ ਸੋਚ ਸਮਝ ਕੇ ਮੈਂ ਸੋਚਿਆ ਸੀ ਮੈਂ ਅੰਮ੍ਰਿਤ ਛਕਣਾ ਆ, ਮੈਂ ਸਿੱਖ ਬਣਨਾ ਹੈ, ਤੇ ਇਹਦੇ ਵਿੱਚੋਂ ਮੈਨੂੰ ਜੋ ਪ੍ਰਾਪਤੀਆਂ ਹੋਈਆਂ ਨੇ, ਸਕਸੈਸ ਜੋ ਮੈਂ ਕਹਿ ਸਕਦਾ ਆ, ਉਹ ਮੈਨੂੰ ਮਤਲਬ ਮੈਂ ਬਹੁਤ ਸੰਤੁਸ਼ਟ ਆ। ਇਹ ਮੇਰੀ ਸਭ ਤੋਂ ਵੱਡੀ ਸਟਰੈਂਥ ਹੈ। ਜੇ ਆਪਣੇ ਜੀ ਆਪਣੇ ਬੱਚਿਆਂ ਨੂੰ ਅਸੀਂ ਸਿੱਖੀ ਬਾਰੇ ਦੱਸਦੇ ਨਹੀਂ ਹੈਗੇ ਨਾ, ਤਾਂ ਉਹਨਾਂ ਤੋਂ ਸਭ ਤੋਂ ਵੱਡੀ ਸਟਰੈਂਥ ਆਪਾਂ ਖੋ ਰਹੇ ਹਾਂ, ਉਹਨਾਂ ਤੋਂ ਵਾਂਝੇ ਆਪਾਂ ਕਰ ਰਹੇ ਹਾਂ। ਸੋ ਕੈਨੇਡਾ ਦੇ ਜੀ ਵਿੱਚ ਰਹਿੰਦਿਆਂ ਹੋਇਆਂ ਸਾਡੀ ਸਿੱਖੀ ਬਰਕਰਾਰ ਰਹੂਗੀ ਤਾਂ ਸਿੱਖ ਆਈਡੈਂਟੀਟੀ ਦੀ ਗੱਲ ਆਪਾਂ ਕਰ ਸਕਾਂਗੇ। ਨਹੀਂ ਤਾਂ ਇਹ ਸਭ ਕੁਝ ਮਿਲ ਗੋਭਾ ਜਿਹਾ ਜੇ ਹੋ ਗਿਆ, ਉਹਨਾਂ ਨੂੰ ਜੇ ਉਹ ਦਰਗਾਹੀ ਇਹ ਦਾਤ ਮਿਲੀ ਆ ਸਾਨੂੰ ਨਾ ਗੁਰੂ ਨਾਨਕ ਦੀ ਸਿੱਖੀ ਦੀ, ਜੀ ਉਹ ਸਾਡੇ ਬੱਚਿਆਂ ਵਿੱਚੋਂ ਨਹੀਂ ਰਹਿਣੀ, ਤੇ ਸਭ ਤੋਂ ਵੱਡਾ ਧੋਖਾ, ਸਭ ਤੋਂ ਵੱਡਾ ਲਾਸ ਇਹੀ ਹੋਊਗਾ। ਬਾਕੀ ਰਹੀ ਗੱਲ ਜੀ ਕਿ ਸਾਨੂੰ ਕੈਨੇਡੀਅਨਸ ਕੀ ਕਰਨਾ ਚਾਹੀਦਾ, ਸਾਡੇ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਨੀ ਚਾਹੀਦੀ ਆ। ਪੜ੍ਹਾਈ ਦੇ ਵਿੱਚੋਂ ਚਲੋ ਜੌਬਸ ਅੱਜ ਕੱਲ੍ਹ ਮੈਨੂੰ ਪਤਾ ਟਾਈਟ ਆ, ਪਰ ਜਿੱਦਾਂ ਆਪਾਂ ਪੜ੍ਹਾਈ ਕਰਦੇ ਆ ਨਾ, ਸੋਚਣ ਦਾ ਸਮਝਣ ਦਾ ਤਰੀਕਾ ਸਾਡਾ ਵਧੀਆ ਹੁੰਦਾ ਆ। ਆਪਾਂ ਉਸ ਲੈਵਲ ਦੇ ਜੀ ਉੱਤੇ ਇੰਗੇਜ ਕਰ ਸਕਦੇ ਆ ਇਹਨਾਂ ਨਾਲ, ਇਹਨਾਂ ਦੀਆਂ ਚਾਲਾਂ ਸਮਝ ਸਕਦੇ ਆ, ਇਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਨਾ ਉਹ ਆਪਾਂ ਡਿਟਰਮਨ ਕਰ ਸਕਦੇ ਆ। ਸੋ ਸਿੱਖੀ ਨਾਲ ਜੀ ਜੁੜੋ, ਚੰਗੀ ਪੜ੍ਹਾਈ ਕਰੋ, ਤੇ ਉਸ ਤੋਂ ਬਾਅਦ ਮੈਨੂੰ ਕੋਈ ਡਾਊਟ ਨਹੀਂ ਕਿ ਸਾਡੇ 'ਚ ਜਿਹੜੀ ਸਮਰੱਥਾ ਆ ਨਾ ਉਹ ਬਹੁਤ ਜ਼ਿਆਦਾ ਆ। ਸਭ ਤੋਂ ਪਾਵਰਫੁਲ ਕੌਮ ਜੇ ਦੁਨੀਆ ਵਿੱਚ ਕੋਈ ਹੈਗੀ ਆ ਨਾ, ਆਪਾਂ ਮੁੱਠੀ ਭਾਰੇ ਆ, ਪਰ ਆਪਾਂ ਦੁਨੀਆ ਨੂੰ ਆਪਾਂ ਹਾਲੇ ਤੱਕ ਆਪਾਂ ਹਿਲਾ ਦਿੰਦੇ ਆ, ਏਦਾਂ ਹੀ ਹਿਲਾ ਦਿੰਦੇ ਆ। ਦੁਨੀਆ ਵੀ ਹੈਰਾਨ ਰਹਿ ਜਾਂਦੀ ਹੈ ਕਿ ਕਿਹੋ ਜਿਹੇ ਲੋਕ ਨੇ। ਸੋ ਸਾਡੇ 'ਚ ਜੀ ਕੌਨਫੀਡੈਂਸ ਹੋਣਾ ਚਾਹੀਦਾ ਆ, ਪ੍ਰਾਈਡ ਹੋਣੀ ਚਾਹੀਦੀ ਆ, ਪਰ ਇਹ ਸਾਰਾ ਸਿੱਖੀ ਨਾਲ ਜੁੜ ਕੇ ਹੀ ਹੋ ਸਕਦਾ ਹੈ। ਜੀ ਬਿਲਕੁਲ ਜੀ। ਸੋ ਹੋਰ ਵੀ ਵਿਚਾਰਾਂ ਕਾਫੀ ਨੇ, ਗੱਲਾਂ ਕਾਫੀ ਨੇ ਕਰਨ ਵਾਲੀਆਂ, ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ। ਇਹ ਪ੍ਰੋਗਰਾਮ ਜਿਹੜਾ ਸਾਨੂੰ ਇੱਥੇ ਹੀ ਅੱਜ ਦੇ ਲਈ ਸਮਾਪਤ ਕਰਨਾ ਪਏਗਾ। ਕੱਲ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਅਸੀਂ ਠੀਕ 12 ਵਜੇ ਨਿਊਯਾਰਕ ਟਾਈਮ ਤੇ 9:30 ਵਜੇ ਖਾਲਿਸਤਾਨ ਟਾਈਮ ਇਹ ਪ੍ਰੋਗਰਾਮ ਲੈ ਕੇ ਫੇਰ ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਔਰ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸਾਰੇ ਮੈਸੇਜ ਕੀਤੇ, ਜਿਹੜੇ YouTube ਤੇ ਵੀ, Facebook ਤੇ ਵੀ ਔਰ WhatsApp ਤੇ ਕੁਝ ਮੈਸੇਜ ਨੇ, ਪਰ ਅੱਜ ਗੱਲਬਾਤ ਜਿਹੜੀ ਗੰਭੀਰ ਚੱਲ ਰਹੀ ਸੀ, ਸੋ ਮੈਂ ਇੰਟਰਪਟ ਨਹੀਂ ਸੀ ਕਰਨਾ ਚਾਹੁੰਦਾ, ਕਿਉਂਕਿ ਮਸਲੇ ਇਹ ਸੀ ਜਿਹੜੇ ਆਮ ਘਰਾਂ ਤੱਕ ਜਾਣੇ ਚਾਹੀਦੇ ਸੀ। ਕਈ ਵਾਰੀ ਕੋਈ ਗੱਲ ਕਿਸੇ ਹੋਰ ਮੁੱਦੇ ਤੇ ਡਿਵਰਟ ਹੋ ਜਾਂਦੀ ਹੈ ਗੱਲ, ਫਿਰ ਉਹ ਜਿਹੜਾ ਗੱਲ ਦਾ ਬੇਸ ਬਣਿਆ ਹੁੰਦਾ ਉਤੋਂ ਭਟਕ ਜਾਂਦੇ ਆਪਾਂ ਕਿਤੇ ਨਾ ਕਿਤੇ। ਪਰ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਹਾਡੇ ਮੈਸੇਜ ਪੜ੍ਹਨ ਦੀ ਔਰ ਕਾਲਾਂ ਲੈਣ ਦੀ ਵੀ ਕੋਸ਼ਿਸ਼ ਜਿਹੜੀ ਆ ਕਰਾਂਗੇ। ਪ੍ਰੋਗਰਾਮ ਨੂੰ ਲਾਈਕ ਕਰਦੇ ਹੋ ਤੇ ਸ਼ੇਅਰ ਜ਼ਰੂਰ ਕਰੋ ਜੀ, ਤੇ ਕਿਉਂਕਿ ਗੱਲਬਾਤ ਆ ਜਿਹੜੀ ਵੱਧ ਤੋਂ ਵੱਧ ਸੰਗਤ ਤੱਕ ਪਹੁੰਚ ਸਕੇ। ਔਰ ਜੇ ਤੁਹਾਡਾ ਕੋਈ ਪ੍ਰੋਗਰਾਮ ਨੂੰ ਲੈ ਕੇ ਸੁਝਾਅ ਆ, ਜਾਂ ਕੋਈ ਤੁਸੀਂ ਹੋਰ ਸਵਾਲ ਕਰਨਾ ਚਾਹੁੰਦੇ ਹੋ, ਜਾਂ ਕੋਈ ਵਿਸ਼ਾ ਸੁਜੈਸਟ ਕਰਨਾ ਚਾਹੁੰਦੇ ਹੋ ਕਿ ਇਹ ਸਿੱਖਾਂ ਦੇ ਨਾਲ ਜਾਂ ਕੈਨੇਡੀਅਨਸ ਦੇ ਨਾਲ ਇਹ ਜੁੜਿਆ ਹੋਇਆ, ਇਹ ਡਿਸਕਸ ਹੋਣਾ ਚਾਹੀਦਾ, ਸਾਨੂੰ ਉਹ ਵੀ ਤੁਹਾਡੇ ਵਿਚਾਰਾਂ ਦਾ ਜਿਹੜੀ ਆ ਉਡੀਕ ਰਹੇਗੀ। ਸੋ ਹੁਣ ਅਸੀਂ ਮੈਂ ਆਪਣੇ ਮਹਿਮਾਨ ਤੋਂ ਤੇ ਤੁਹਾਡੇ ਸਾਰਿਆਂ ਤੋਂ ਲੈਂਦੇ ਆ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।